ਸਭ ਤੋਂ ਵੱਡਾ ਮਿਥ, ਸਭ ਤੋਂ ਈਜ਼ੀ ਤੁਸੀਂ ਵੀ ਸੁਣਿਆ ਹੋਏਗਾ ਕਿ ਹੋਮਿਓਪੈਥੀ ਦਾ ਸਾਈਡ ਇਫੈਕਟ ਨਹੀਂ ਹੈ। ਉਹ ਨਾਰਮਲੀ ਪੇਸ਼ੈਂਟ ਕਹਿੰਦੇ ਡਾਕਟਰ ਸਾਹਿਬ ਦਵਾਈ ਅਸੀਂ ਸੋਚਿਆ ਚੱਲ ਫਾਇਦਾ ਨਹੀਂ ਕਰੂਗੀ, ਚੱਲ ਸਵੀਡਿਸ਼ ਵਾਂਗੂ ਖਾ ਲਈਏ। ਟੋਟਲ ਰੌਂਗ, 100% ਰੌਂਗ। ਯਾਰ ਸਿੰਪਲ ਪਾਣੀ ਵੀ ਪੀ ਲਓ ਨਾ, ਜੇ ਪਿਆਸ ਇੱਕ ਗਲਾਸ ਦੀ ਹੈ ਤਾਂ ਤੁਸੀਂ 4 ਗਲਾਸ ਪੀਓਗੇ, ਉਹਦੇ ਨਾਲ ਵੀ ਪੀਓਗੇ ਨਾ, ਨੁਕਸਾਨ ਹੈ। ਔਰ ਹੋਮਿਓਪੈਥੀ 'ਚ ਅਸੀਂ ਅਗਰ ਕਹਿੰਦੇ ਹਾਂ ਕਿ ਹੋ ਸਕਦਾ 2.5 ਤੋਂ 3 ਸਾਲ ਤੁਹਾਨੂੰ ਮੈਡੀਸਨ ਖਾਣੀ ਪੈ ਜਾਏ, ਪੇਸ਼ੈਂਟ ਨੂੰ ਉਹ ਸਮਾਂ ਜ਼ਿਆਦਾ ਲੱਗਦਾ ਹੈ। 2.5-3 ਸਾਲ ਸਲੋ ਲੱਗਦੇ ਆ ਕਿ ਯਾਰ ਹੋਮਿਓਪੈਥੀ ਤਾਂ ਬੜੀ ਸਲੋ ਹੈ, ਪਰ ਜਦੋਂ ਕੰਪੇਅਰ ਕਰਦਾ ਪੇਸ਼ੈਂਟ ਯਾਰ ਕਿੱਥੇ ਸਾਰੀ ਉਮਰ ਦੀ ਦਵਾਈ, ਕਿੱਥੇ 2-2.5 ਸਾਲ, ਸੋ ਮੈਂ ਉਸ ਹਿਸਾਬ ਨਾਲ ਕਹਾਂਗਾ ਕਿ ਹੋਮਿਓਪੈਥੀ ਰਾਦਰ ਇਜ਼ ਫਾਸਟ। ਟਵਿੰਸ ਵੀ ਹੈ ਨਾ ਘਰ ਦੇ ਵਿੱਚ, ਕਹਿੰਦੇ ਕਿ ਇੱਕੋ ਟਾਈਮ ਤੇ ਬੱਚੇ ਹੋਏ ਆ ਜੀ, ਸ਼ਕਲ ਵੀ ਮਿਲਦੀ ਹੈ, ਸਭ ਕੁਝ ਹੈ, ਪਰ ਉਹਦੀ ਮੈਡੀਸਨ ਅਲੱਗ ਹੋਏਗੀ ਹੋਮਿਓਪੈਥੀ। ਅੱਜ ਕੱਲ੍ਹ ਆਪਾਂ ਇੰਟਰਨੈਟ ਜਾਂ AI ਬੜਾ ਈਜ਼ੀ ਹੋ ਗਿਆ ਕਿ ਪੇਸ਼ੈਂਟ ਆਪਣੇ ਸਿੰਪਟਮ ਪਾਉਂਦਾ, ਮੈਡੀਸਨ ਆ ਜਾਂਦੀ ਹੈ, ਬਟ ਉਹ ਮੈਡੀਸਨ ਤਾਂ ਆ ਗਈ, ਮੈਡੀਸਨ ਦੀ ਪੋਟੈਂਸੀ ਸਿਲੈਕਸ਼ਨ ਇਜ਼ ਵੈਰੀ ਕ੍ਰੂਸ਼ਲ। ਮੈਂ ਅੱਗੇ ਨਾਲੋਂ ਬੈਟਰ ਫੀਲ ਕਰ ਰਿਹਾ। ਪਹਿਲੇ ਡਾਕਟਰ ਸਾਹਿਬ ਥੋੜਾ ਜਿਹਾ ਵੀ ਚੱਲਦੇ ਸੀ ਤੇ ਔਖਾ ਲੱਗਦਾ ਸੀ, ਬਹੁਤ ਜ਼ਿਆਦਾ ਦਰਦਾਂ ਸ਼ੁਰੂ ਹੋ ਜਾਂਦੀਆਂ ਸੀ, ਥੋੜੀ ਜਿਹੀ ਐਗਜ਼ਰਸ਼ਨ ਕਰਦੇ ਸੀ, ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਸੀ, ਜੋੜ ਬਹੁਤ ਜ਼ਿਆਦਾ ਦੁਖਦੇ ਸੀਗੇ। ਪੇਸ਼ੈਂਟ ਕਾਫੀ ਆਪਣੇ ਆਪ ਨੂੰ ਬੈਟਰ ਤੇ ਕੰਫਰਟੇਬਲ ਫੀਲ ਕਰਦਾ ਹੈ। IBS और IBD बेसिक डिफरेंस की है। ਬੇਸਿਕਲੀ ਦੋਨੋਂ ਕੀ ਹੈ, ਇੱਕ ਇਰੀਟੇਬਲ ਬਾਉਲ ਸਿੰਡਰਮ ਹੈ, ਇੱਕ सोरियासिस नो स्किन डिजीज मनना क्यों गलत किया जाता है? ਨਹੀਂ। ਡੈਫੀਨੇਟਲੀ ਸੋਰਿਆਸਿਸ ਕੀ ਹੈ, विटिलिगो ਦੇ ਬਾਰੇ ਸਭ ਤੋਂ ਵੱਡਾ ਮਿਥ ਕੀ ਹੈ ਜੋ ਸੋਸਾਇਟੀ ਨੂੰ ਅੱਜ ਹੀ ਬਲੀਵ ਕਰਨਾ ਛੱਡ ਦੇਣਾ ਚਾਹੀਦਾ? ਸਭ ਤੋਂ ਪਹਿਲਾਂ ਬੇਸਿਕ ਤੋਂ ਸਟਾਰਟ ਕਰਦੇ ਡਾਕਟਰ ਸਾਹਿਬ, ਹੋਮੋਪੈਥਿਕ ਹੁੰਦੀ ਕੀ ਹੈ? ਹਾਂਜੀ ਵਰੁਣ ਜੀ, ਬੇਸਿਕਲੀ ਹੋਮਿਓਪੈਥੀ ਬਹੁਤ ਬਿਊਟੀਫੁਲ ਤੇ ਵੰਡਰਫੁਲ ਸਾਇੰਸ ਹੈ। ਐਕਚੁਅਲੀ ਹੋਮਿਓਪੈਥੀ ਸਿਰਫ ਕੀ ਹੈ, ਡਿਜ਼ੀਜ਼ ਦੇ ਇੱਕ ਨਾਮ ਨੂੰ ਅਸੀਂ ਟ੍ਰੀਟ ਨਹੀਂ ਕਰਦੇ। ਸਾਡਾ ਇੱਕ ਸਲੋਗਨ ਹੈ, ਵੀ ਟ੍ਰੀਟ ਦਾ ਪੇਸ਼ੈਂਟ ਨਾਟ ਦਾ ਡਿਜ਼ੀਜ਼। ਐਕਚੁਅਲੀ ਨਾਰਮਲੀ ਕੀ ਹੁੰਦਾ ਹੈ ਕਿ ਆਪਾਂ ਅੱਜ ਕੱਲ੍ਹ ਸਾਡੀ ਦੌੜ ਕੀ ਹੈ ਕਿ ਕੋਈ ਵੀ ਅਗਰ ਬਿਮਾਰੀ ਆ ਗਈ, ਕੋਈ ਦਰਦ ਹੈ ਤਾਂ ਪੇਨ ਕਿਲਰ ਲੈ ਲਿਆ, ਕੋਈ ਐਲਰਜੀ ਹੈ ਤਾਂ ਐਂਟੀ ਐਲਰਜਿਕ ਲੈ ਲਈ, ਜਾਂ ਕੁਝ ਵੀ ਹੈ, ਇਸ ਤਰ੍ਹਾਂ ਹੀ ਚੱਲ ਰਿਹਾ, ਜਿੰਦੇ ਕਰਕੇ ਆਪਾਂ ਸਿਰਫ ਬਿਮਾਰੀ ਦੇ ਸਿੰਪਟਮਸ ਨੂੰ ਮੈਨੇਜ ਕਰ ਰਹੇ ਹਾਂ, ਲੇਕਿਨ ਠੀਕ ਨਹੀਂ ਕਰ ਰਹੇ। ਹੋਮਿਓਪੈਥੀ ਦਾ ਮੰਨਣਾ ਥੋੜਾ ਡਿਫਰੈਂਟ ਹੈ। ਕਲਾਸੀਕਲ ਹੋਮਿਓਪੈਥੀ 'ਚ ਕੀ ਕੀਤਾ ਜਾਂਦਾ ਹੈ, ਅਸੀਂ ਕੋਸ਼ਿਸ਼ ਇਹ ਕਰਦੇ ਹਾਂ ਕਿ ਪੇਸ਼ੈਂਟ ਦੀ ਕੋਈ ਵੀ ਬਿਮਾਰੀ ਅਗਰ ਆਈ ਹੈ ਤੇ ਉਹਦੇ ਰੂਟ ਕਾਜ਼ ਨੂੰ ਲੱਭਣ ਦੀ ਕੋਸ਼ਿਸ਼ ਕਰਦੇ ਹਾਂ। ਹਰ ਬਿਮਾਰੀ ਦਾ ਕੋਈ ਕਾਰਨ ਹੈ। ਜ਼ਰੂਰੀ ਨਹੀਂਗਾ ਕਿ ਬੰਦੇ ਨੇ ਬਾਹਰੋਂ ਫੂਡ ਖਾਦਾ ਤੇ ਉਹਨੂੰ ਬਿਮਾਰ ਹੋ ਗਿਆ। ਅਗਰ 10 ਬੰਦਿਆਂ ਨੇ ਬਾਹਰੋਂ ਫੂਡ ਖਾਦਾ ਤਾਂ ਜ਼ਰੂਰੀ ਨਹੀਂ ਸਾਰੇ ਬਿਮਾਰ ਹੋਣਗੇ। ਇੱਕ ਦਾ ਗਲਾ ਖਰਾਬ ਹੋਏਗਾ, ਇੱਕ ਨੂੰ ਸਿਰ ਦਰਦ ਹੋਏਗਾ, ਇੱਕ ਨੂੰ ਗੈਸ ਹੋਏਗੀ, ਇੱਕ ਦਾ ਮਜ਼ਾ ਹੀ ਬੜਾ ਹੈ। ਸੋ ਫੂਡ ਖਰਾਬ ਨਹੀਂ ਸੀਗਾ, ਖਰਾਬ ਪੇਸ਼ੈਂਟ ਦੀ ਇਮਿਊਨਿਟੀ ਸੀਗੀ। ਰਾਈਟ। ਸੋ ਹੋਮਿਓਪੈਥੀ ਕੀ ਬਿਲੀਵ ਕਰਦੇ ਆ, ਅਗਰ ਅਸੀਂ ਰੂਟ ਕਾਜ਼ ਤੋਂ ਇਮਿਊਨ ਸਿਸਟਮ ਨੂੰ ਬੂਸਟ ਕਰਾਂਗੇ, ਇਮਿਊਨ ਸਿਸਟਮ ਨੂੰ ਜਾਣ ਕੇ ਅਗਰ ਦਵਾਈ ਦੇਵਾਂਗੇ ਤਾਂ ਬਿਮਾਰੀਆਂ ਠੀਕ ਹੋਣਗੀਆਂ ਔਰ ਪਰਮਾਨੈਂਟ ਠੀਕ ਹੋਣਗੀਆਂ। ਸੋ ਇਸ ਤਰ੍ਹਾਂ ਹੋਮਿਓਪੈਥੀ ਬਾਕੀ ਸਿਸਟਮ ਨਾਲੋਂ ਥੋੜੀ ਡਿਫਰੈਂਟ ਹੈਗੀ ਹੈ। ਸੋ ਇਹਦਾ ਬੇਸਿਕਲੀ ਜਿਹੜਾ ਪ੍ਰਿੰਸੀਪਲ ਹੈਗਾ ਉਹ ਲਾਈਕ ਕਿਉਰਸ ਲਾਈਕ ਹੈ। ਜਿਵੇਂ ਪਹਿਲੇ ਬਜ਼ੁਰਗ ਸਾਡੇ ਕਹਿ ਗਏ ਨੇ ਕਿ ਜ਼ਹਿਰ ਨੂੰ ਜ਼ਹਿਰ ਕੱਟਦਾ, ਲੋਹੇ ਨੂੰ ਲੋਹਾ ਕੱਟਦਾ, ਮਤਲਬ ਇਹ ਸੇਇੰਗ ਚਲੋ ਇਹਦੇ ਨਾਲ ਹੈਲਥ ਨਾਲ ਰਿਲੇਟ ਨਹੀਂ ਕਰਦੀ, ਬਟ ਇਸੇ ਤਰ੍ਹਾਂ ਹੋਮਿਓਪੈਥੀ ਦਾ ਪ੍ਰਿੰਸੀਪਲ ਹੈਗਾ, ਜਿਹੜੀ ਬਿਮਾਰੀ ਹੈ, ਜਿਸ ਤਰ੍ਹਾਂ ਦੇ ਸਿੰਪਟਮ ਸਾਡੇ ਆ ਰਹੇ ਆ, ਅਗਰ ਉਸ ਦੇ ਹਿਸਾਬ ਨਾਲ ਹੀ ਅਸੀਂ ਅਗਰ ਦਵਾਈ ਦਈਏ ਮਰੀਜ਼ ਨੂੰ, ਸੋ ਉਹਦੇ ਨਾਲ ਬਿਮਾਰੀ ਅੰਦਰੋਂ ਠੀਕ ਹੁੰਦੀ ਹੈ। ਸੋ ਇਸ ਆਧਾਰ 'ਤੇ ਇਹ ਬਣੀ ਹੋਈ ਹੈ। ਇਹ ਹੋਮੋਪੈਥਿਕ ਬਾਡੀ 'ਚ ਕੰਮ ਕਿੱਦਾਂ ਕਰਦੀ ਹੈ? ਬੇਸਿਕਲੀ ਤਾਂ ਇਹ ਬੜੀਆਂ ਇੱਕ ਪੋਟੈਂਟਾਈਜ਼ਡ ਮੈਡੀਸਨ ਹੁੰਦੀਆਂ। ਹੋਮਿਓਪੈਥੀ ਕਰੂਡ ਮੈਡੀਸਨ ਨਹੀਂ ਹੁੰਦੀ ਇਹਦੇ ਵਿੱਚ, ਮਤਲਬ ਦਿਸ ਇਜ਼ ਨਾਟ ਅ ਕੈਮੀਕਲ ਬੇਸਡ ਕਿ ਆਪਾਂ ਕੈਮੀਕਲ ਬੋਡੀ ਦੇ ਵਿੱਚ ਸਿੱਟ ਰਹੇ ਹਾਂ। ਇਹਦੇ ਵਿੱਚ ਕੀ ਹੁੰਦਾ ਹੈ ਕਿ ਬਹੁਤ ਜ਼ਿਆਦਾ ਇਹ ਸੀਰੀਜ਼ ਆਫ ਸਕਸ਼ਨ ਕਰਕੇ ਇੱਕ ਸਾਡਾ ਟ੍ਰਿਕਚਰਾਈਜੇਸ਼ਨ ਦਾ ਇੱਕ ਪ੍ਰੋਸੈਸ ਹੁੰਦਾ, ਮੈਡੀਸਨ ਦੀ ਪਾਵਰ ਨੂੰ ਵਧਾਉਣ ਦਾ ਇੱਕ ਪ੍ਰੋਸੈਸ ਹੁੰਦਾ ਹੈ। ਸੋ ਇਹਦੀ ਪਾਵਰ ਨੂੰ ਵਧਾ ਕੇ ਉਹਦੇ ਵਿੱਚ ਜਦੋਂ ਮੈਡੀਸਨ ਦਿੱਤੀ ਹੁੰਦੀ, ਉਹਦੇ 'ਚ ਇੱਕ ਡਾਇਨਾਮਾਈਜੇਸ਼ਨ ਆ ਜਾਂਦੀ ਹੈ ਮੈਡੀਸਨ ਦੇ ਵਿੱਚ, ਇੱਕ ਕਹਿ ਦਈਏ ਕਿ ਇੱਕ ਪਾਵਰ ਆ ਜਾਂਦੀ ਹੈ ਉਹਦੇ ਵਿੱਚ। ਸੋ ਉਹ ਜਦੋਂ ਆਪਾਂ ਪੇਸ਼ੈਂਟ ਨੂੰ ਦਿੰਦੇ ਹਾਂ ਤਾਂ ਪੇਸ਼ੈਂਟ ਦੀ ਅੰਦਰੋਂ ਨੈਚੁਰਲ ਇਮਿਊਨਿਟੀ ਬੂਸਟ ਹੋਣੀ ਸ਼ੁਰੂ ਹੁੰਦੀ ਹੈ, ਔਰ ਉਹਦੇ ਨਾਲ ਅਗਰ ਨੈਚੁਰਲ ਇਮਿਊਨਿਟੀ ਬੂਸਟ ਹੋਏਗੀ ਤੇ ਬਿਮਾਰੀਆਂ ਨਾਲ ਆਪੇ ਤੁਹਾਡੀ ਬੋਡੀ ਫਾਈਟ ਕਰੇਗੀ। ਰਾਈਟ। ਅੱਛਾ, ਹੋਮੋਪੈਥੀ ਦਾ ਸਭ ਤੋਂ ਵੱਡਾ ਮਿਥ ਕੀ ਹੈ ਜੋ ਤੁਸੀਂ ਵੀ ਅੱਜ ਤੱਕ ਸੁਣਦੇ ਆਏ ਹੋ? ਹਾਂ, ਸਭ ਤੋਂ ਵੱਡਾ ਮਿਥ, ਸਭ ਤੋਂ ਈਜ਼ੀ ਤੁਸੀਂ ਵੀ ਸੁਣਿਆ ਹੋਏਗਾ ਕਿ ਹੋਮਿਓਪੈਥੀ ਦਾ ਸਾਈਡ ਇਫੈਕਟ ਨਹੀਂ ਹੈ। ਇਹ ਛੋਟੀਆਂ ਛੋਟੀਆਂ ਮਿੱਠੀਆਂ ਗੋਲੀਆਂ ਜਿੰਨੀਆਂ ਮਰਜ਼ੀ ਖਾ ਲਓ, ਕੋਈ ਪ੍ਰੋਬਲਮ ਨਹੀਂ ਹੈਗੀ। ਉਹ ਨਾਰਮਲੀ ਪੇਸ਼ੈਂਟ ਕਹਿੰਦੇ ਡਾਕਟਰ ਸਾਹਿਬ ਦਵਾਈ ਅਸੀਂ ਸੋਚਿਆ ਚੱਲ ਫਾਇਦਾ ਨਹੀਂ ਕਰੂਗੀ, ਚੱਲ ਸਵੀਡਿਸ਼ ਵਾਂਗੂ ਖਾ ਲਈਏ। ਟੋਟਲ ਰੌਂਗ, 100% ਰੌਂਗ। ਤੁਸੀਂ ਇੱਕ ਗੱਲ ਦੱਸੋ, ਮੈਂ ਇੱਕੋ ਚੀਜ਼ ਕਹਿਣਾ ਕਿ ਅਗਰ ਜਿਹੜੀ ਚੀਜ਼ ਕੈਂਸਰ ਵਰਗੀਆਂ ਚੀਜ਼ਾਂ, ਆਟੋਇਮਿਊਨ ਵਰਗੀਆਂ ਕੰਡੀਸ਼ਨਸ, ਅਸੀਂ ਯੂਜੂਅਲੀ ਸੁਣੀਦਾ ਪੇਸ਼ੈਂਟ ਕਹਿੰਦੇ ਆ ਬਿਮਾਰੀ ਕਿਤੋਂ ਠੀਕ ਨਹੀਂ ਹੋਈ ਸੀ, ਹੋਮਿਓਪੈਥੀ 'ਚ ਦਵਾਈ ਲਿੱਤੀ ਤੇ ਸਾਨੂੰ ਫਰਕ ਪੈ ਗਿਆ। ਜੇ ਵੱਡੀਆਂ ਵੱਡੀਆਂ ਬਿਮਾਰੀਆਂ ਠੀਕ ਕਰ ਸਕਦੇ ਆ, ਐਵੀਡੈਂਸ ਬੇਸਡ ਰਿਜ਼ਲਟਸ ਹੈਗੇ ਆ, ਹੋਮਿਓਪੈਥੀ ਕਿਉਰ ਹੈਗੀ ਹੈ। ਅਗਰ ਕੋਈ ਚੀਜ਼ ਕਿਸੇ ਨੂੰ ਠੀਕ ਕਰਨ ਦੀ ਸਟਰੈਂਥ ਰੱਖਦੀ ਹੈ ਤਾਂ ਕਿਵੇਂ ਕਹਿ ਸਕਦੇ ਹਾਂ ਕਿ ਉਹਦੇ ਸਾਈਡ ਇਫੈਕਟਸ ਨਹੀਂ? ਯੈਸ, ਸਾਈਡ ਇਫੈਕਟਸ ਨਹੀਂ ਹੈਗੇ ਕਿ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਜਾਂ ਕੁਛ ਹੈ, ਜਾਂ ਬਾਕੀ ਮਾਡਰਨ ਮੈਡੀਕੇਸ਼ਨਸ ਵਾਂਗੂ ਸਾਨੂੰ ਬੋਡੀ ਦੇ ਵਿੱਚ ਕਿਤੇ ਨਾ ਕਿਤੇ ਇਲ ਇਫੈਕਟ ਸਾਈਡ ਇਫੈਕਟਸ ਆਉਣਗੇ। ਬਟ ਅਗਰ ਗਲਤ ਤਰੀਕੇ ਨਾਲ, ਮੈਂ ਬੜੇ ਪੇਸ਼ੈਂਟਸ ਦੇਖੇ ਡਾਕਟਰ ਸਾਹਿਬ ਰਿਟਾਇਰ ਹੋਏ ਤਾਂ ਉਸ ਤੋਂ ਬਾਅਦ ਕਿਤਾਬਾਂ ਪੜ੍ਹੀਆਂ ਤੇ ਦਵਾਈਆਂ ਦੇਣੀਆਂ ਸ਼ੁਰੂ ਕਰਤੀਆਂ, ਖਾਣੀਆਂ ਸ਼ੁਰੂ ਕਰਤੀਆਂ। ਸੈਲਫ ਮੈਡੀਕੇਸ਼ਨ ਰੋਂਗ ਹੈ, ਬਿਕੋਜ਼ ਹੋਮਿਓਪੈਥੀ ਲੈਣ ਲਈ ਪਿੱਛੇ ਬਹੁਤ ਉਹਦੇ ਪ੍ਰਿੰਸੀਪਲਸ ਨੇ, ਉਹਦੇ ਕੁਛ ਲਾਜ਼ ਨੇ, ਔਰਗੇਨਨ ਹੈਗੀ ਹੈ, ਹੈਰਿੰਗ ਲਾ ਹੈ, ਬੜਾ ਕੁਛ ਦੇਖਣਾ ਪੈਂਦਾ ਹੈ।
ਸੋ ਸਿਰਫ ਮੈਡੀਸਨ ਲੈ ਲੈਣੀ ਇਜ਼ ਨਾਟ ਸਫੀਸ਼ੀਐਂਟ। ਮੈਡੀਸਨ ਤੋਂ ਬਾਅਦ ਤੁਹਾਡੇ ਸਿੰਪਟਮ ਕੀ ਆ ਰਿਹਾ, ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ, ਪੋਟੈਂਸੀ ਕੀ ਲੈਣੀ ਹੈ, ਇਹ ਬੜੀਆਂ ਚੀਜ਼ਾਂ ਮੈਨੇਜ ਕਰਨੀਆਂ ਪੈਂਦੀਆਂ। ਉਸ ਦੇ ਆਧਾਰ ਤੇ ਫਿਰ ਆਪਾਂ ਮੈਡੀਸਨ ਖਾਈ ਦੀ ਹੈ। ਤੇ ਪੇਸ਼ੈਂਟ ਕਵੇ ਕਿ ਅਸੀਂ ਐਵੇਂ ਮੈਡੀਸਨ ਖਾਈ ਜਾਈਏ ਤਾਂ ਡੈਫੀਨੇਟਲੀ ਸਾਈਡ ਇਫੈਕਟ ਨਹੀਂ, ਫਿਰ ਬੈਡ ਇਫੈਕਟਸ ਹੋ ਸਕਦੇ ਆ। ਰਾਈਟ ਸੋ ਨੀਮ ਹਕੀਮ ਖਤਰਾ ਜਾਨ, ਤਾਂ ਕਰਕੇ ਇਹ ਚੀਜ਼ ਬਣੀ ਹੈ, ਹੋਮਿਓਪੈਥੀ 'ਚ ਵੀ ਇਹ ਚੀਜ਼ ਬਣੀ ਹੈ। ਸੋ ਸਾਈਡ ਇਫੈਕਟ ਡੈਫੀਨੇਟਲੀ ਹਰ ਚੀਜ਼ ਦੇ ਹੁੰਦੇ। ਈਵਨ ਯਾਰ ਸਿੰਪਲ ਪਾਣੀ ਵੀ ਪੀ ਲਓ ਨਾ, ਜੇ ਪਿਆਸ 1 ਗਲਾਸ ਦੀ ਹੈ ਤਾਂ ਤੁਸੀਂ 4 ਗਲਾਸ ਪੀਓਗੇ, ਉਹਦੇ ਨਾਲ ਵੀ ਉਹਦਾ ਪੀਓਗੇ, ਨਾਲ ਨੁਕਸਾਨ ਹੈ। ਸੋ ਹਾਊ ਵੀ ਕੈਨ ਸੇ ਕਿ ਮੈਡੀਸਨ ਦਾ ਕੋਈ ਸਾਈਡ ਇਫੈਕਟ, ਸੈਲਫ ਮੈਡੀਕੇਸ਼ਨ ਨਹੀਂ ਕਰਨੀ ਚਾਹੀਦੀ। ਰਾਈਟ। ਅੱਛਾ, ਇੱਕ ਗੱਲ ਹੋਰ ਹੈ, ਜਦੋਂ ਲੋਕੀ ਨਾਰਮਲੀ ਕਹਿੰਦੇ ਨੇ ਕਿ ਹੋਮੋਪੈਥਿਕ ਇੱਕ ਸਲੋ ਟ੍ਰੀਟਮੈਂਟ ਹੈ, ਪਰ ਤੁਸੀਂ ਕਹਿੰਦੇ ਹੋ ਕਿ ਇਹ ਅਦਰ ਪੈਥੀਆਂ ਤੋਂ, ਸਪੈਸ਼ਲੀ ਐਲੋਪੈਥੀ ਹੋ ਗਈ, ਉਹ ਤੋਂ ਤੇਜ਼ ਕੰਮ ਕਰਦੀ ਹੈ। ਇਹ ਕਿੱਦਾਂ? ਨਹੀਂ, ਇੱਥੇ ਮੈਂ ਇਹ ਨਹੀਂ ਕਹੂੰਗਾ ਕਿ ਹੋਮਿਓਪੈਥੀ ਤੇਜ਼ ਹੈ, ਐਲੋਪੈਥੀ ਤੇਜ਼ ਹੈ, ਹੋਮਿਓਪੈਥੀ ਸਲੋ ਹੈ ਜਾਂ ਬਾਕੀਆਂ ਨਾਲੋਂ। ਇੱਥੇ ਮੈਂ ਟੋਟਲੀ ਡਿਫਰੈਂਟ ਕਹਾਂਗਾ। ਹਰ ਪੈਥੀ ਆਪਣੇ ਆਪ 'ਚ ਯੂਨੀਕ ਹੈ, ਹਰ ਪੈਥੀ ਦਾ ਆਪਣਾ ਸਿਸਟਮ ਹੈ। ਲੇਕਿਨ ਯੈਸ, ਇਹ ਜ਼ਰੂਰ ਕਹਾਂਗਾ ਕਿ ਹੋਮਿਓਪੈਥੀ ਸਲੋ ਬਿਲਕੁਲ ਨਹੀਂ ਹੈਗੀ। ਇਹ ਅਕਸਰ ਅਸੀਂ ਕਹਿੰਦੇ ਕਿ ਹੋਮਿਓਪੈਥੀ ਡਾਕਟਰ ਸਾਹਿਬ ਸਲੋ ਹੈ। ਹੁਣ ਇੱਕ ਪੇਸ਼ੈਂਟ ਕੋਈ ਪੁਰਾਣੀ ਬਿਮਾਰੀ ਨਾਲ ਆਇਆ ਮੇਰੇ ਕੋਲ, ਫੋਰ ਐਗਜ਼ਾਮਪਲ ਥਾਇਰਾਇਡ ਹੈ, ਫੋਰ ਐਗਜ਼ਾਮਪਲ BP ਹੈ, ਸ਼ੂਗਰ ਹੈ, ਕਿਹੜੀ ਐਸੀ ਬਿਮਾਰੀ ਹੈ ਜਿਹਦੀ ਲਾਈਫ ਲੌਂਗ ਮੈਡੀਕੇਸ਼ਨ ਨਹੀਂ ਹੈਗੀ, ਜਾਂ ਆਟੋਇਮਿਊਨ ਕੰਡੀਸ਼ਨ ਹੈ, ਉਹਦੇ ਵਿੱਚ ਅਗਰ ਬਾਈ ਚਾਂਸ ਮਾਡਰਨ ਮੈਡੀਕੇਸ਼ਨ ਜਾਂ ਕਿਸੇ ਹੋਰ ਮੈਡੀਸਨ ਜਾਂ ਕਿਸੇ ਹੋਰ ਪੈਥੀ 'ਚ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਕਿ ਸਾਰੀ ਉਮਰ ਤੁਹਾਨੂੰ ਦਵਾਈ ਖਾਣੀ ਪਏਗੀ, ਔਰ ਪੇਸ਼ੈਂਟ ਖਾ ਵੀ ਰਿਹਾ। ਔਰ ਹੋਮਿਓਪੈਥੀ 'ਚ ਅਸੀਂ ਅਗਰ ਕਹਿੰਦੇ ਹਾਂ ਕਿ ਹੋ ਸਕਦਾ 2.5 ਤੋਂ 3 ਸਾਲ ਤੁਹਾਨੂੰ ਮੈਡੀਸਨ ਖਾਣੀ ਪੈ ਜਾਏ, ਪੇਸ਼ੈਂਟ ਨੂੰ ਉਹ ਸਮਾਂ ਜ਼ਿਆਦਾ ਲੱਗਦਾ ਹੈ। 2.5-3 ਸਾਲ ਸਲੋ ਲੱਗਦੇ ਆ ਕਿ ਯਾਰ ਹੋਮਿਓਪੈਥੀ ਤਾਂ ਬੜੀ ਸਲੋ ਹੈ, ਪਰ ਜਦੋਂ ਕੰਪੇਅਰ ਕਰਦਾ ਪੇਸ਼ੈਂਟ, ਯਾਰ ਕਿੱਥੇ ਸਾਰੀ ਉਮਰ ਦੀ ਦਵਾਈ, ਕਿੱਥੇ 2-2.5 ਸਾਲ। ਸੋ ਮੈਂ ਉਸ ਹਿਸਾਬ ਨਾਲ ਕਹਾਂਗਾ ਕਿ ਹੋਮਿਓਪੈਥੀ ਰਾਦਰ ਇਜ਼ ਫਾਸਟ। ਹਾਂ, ਐਕਿਊਟ ਕੰਡੀਸ਼ਨ ਦੇ ਵਿੱਚ ਹੁੰਦਾ ਕਿ ਜਿਵੇਂ ਜ਼ੁਕਾਮ ਹੈ, ਖਾਂਸੀ ਹੈ, ਕੋਈ ਨਿਮੋਨੀਆ ਹੋ ਗਿਆ ਜਾਂ ਕੁਛ ਹੈ, ਈਵਨ ਐਕਿਊਟ ਕੰਡੀਸ਼ਨ ਦੇ ਵਿੱਚ ਹੋਮਿਓਪੈਥੀ ਟੰਗ 'ਤੇ ਰੱਖਦੇ ਹੀ ਅਸਰ ਸ਼ੁਰੂ ਕਰਦੀ ਹੈ। ਅਗਰ ਬਾਕੀ ਮੈਡੀਸਨ ਹੈ ਉਹ ਜਾਣਗੀਆਂ, ਪੇਟ ਦੇ ਵਿੱਚ ਘੁਲਣਗੀਆਂ, ਬਲੱਡ ਦੇ ਵਿੱਚ ਜਾਣਗੀਆਂ, ਉਹਨਾਂ ਦੇ ਕੈਮੀਕਲਸ ਜਾਣਗੇ, ਫਿਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਅਸਰ ਸ਼ੁਰੂ ਹੁੰਦਾ। ਹੋਮਿਓਪੈਥੀ ਇਜ਼ ਵੈਰੀ ਫਾਸਟ, ਕਿਉਂਕਿ ਹੋਮਿਓਪੈਥੀ ਪੇਟ ਦੇ ਰਾਹੀਂ ਨਹੀਂ ਅਸਰ ਕਰਦੀ, ਇਹ ਨਰਵਸ ਦੇ ਰਾਹੀਂ ਐਕਸ਼ਨ ਕਰਦੀ ਹੈ। ਔਰ ਸਾਡੀ ਟੰਗ ਦੇ ਵਿੱਚ ਰਿਚ ਸੋਰਸ ਆਫ ਨਰਵਸ ਹੈ। ਸੋ ਟੰਗ 'ਤੇ ਜਮੀ ਰੱਖੀ ਦਵਾਈ ਨਾਲ ਹੀ ਅਸਰ ਕਰਨਾ ਸ਼ੁਰੂ ਕਰਦੀ ਹੈ। ਔਰ ਇਹੋ ਜਿਹੀ ਕੰਡੀਸ਼ਨ 'ਚ ਅਸੀਂ ਦੇਖਿਆ ਕੁਝ ਘੰਟਿਆਂ ਦੇ ਵਿੱਚ ਅਸੀਂ ਰਿਜ਼ਲਟਸ ਦਿੰਦੇ ਹਾਂ ਐਕਿਊਟ ਕੰਡੀਸ਼ਨਸ। ਯੈਸ, ਐਮਰਜੈਂਸੀ ਕੰਡੀਸ਼ਨਸ ਆਈਆਂ ਜਾਂ ਲਾਈਫ ਥ੍ਰੈਟਨਿੰਗ ਕੰਡੀਸ਼ਨਸ ਆ ਜਾਂਦੀਆਂ, ਡੈਫੀਨੇਟਲੀ ਉਹਦੇ ਵਿੱਚ ਯੂ ਸ਼ੁੱਡ ਨਾਟ ਵੇਟ, ਉਹਦੇ ਵਿੱਚ ਮਾਡਰਨ ਮੈਡੀਕੇਸ਼ਨ ਹੀ ਜ਼ਿਆਦਾ ਹੈਲਪ ਕਰੇਗੀ ਔਰ ਉਹੀ ਆਪਟ ਕਰਨੀ ਚਾਹੀਦੀ ਹੈ। ਤੁਸੀਂ ਅੱਜ ਗੱਲ ਕਹੀ ਕਿ ਹੋਮੋਪੈਥਿਕ ਰੂਟ ਕਾਜ਼ ਨੂੰ ਕਿਉਰ ਕਰਦੀ ਹੈ, ਰੂਟ ਕਾਜ਼ ਨੂੰ ਠੀਕ ਕਰਦੀ ਹੈ। ਉਹ ਕਿੱਦਾਂ? ਰੂਟ ਕਾਜ਼ ਤੋਂ ਤੁਹਾਡਾ ਕੀ ਮਤਲਬ ਹੈ? ਮੈਂ ਜਿਵੇਂ ਪਹਿਲੇ ਵੀ ਆਪਾਂ ਹੁਣੇ ਗੱਲ ਕੀਤੀ ਹੈ ਕਿ ਹੋਮਿਓਪੈਥੀ ਦਾ ਮੇਨ ਫੰਡਾ ਹੀ ਹੈਗਾ ਕਿ ਅਸੀਂ ਰੂਟ ਕਾਜ਼ ਨੂੰ ਦੇਖਦੇ ਹਾਂ। ਐਕਚੁਅਲੀ ਰੂਟ ਕਾਜ਼ ਕੀ ਹੈ, ਜਿਵੇਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਹਰ ਬਿਮਾਰੀ ਦਾ ਕੋਈ ਨਾ ਕੋਈ ਕਾਰਨ ਹੈ। ਹੁਣ ਮੈਂ ਤੁਹਾਨੂੰ ਉਹ ਦੱਸਿਆ ਸੀਗਾ ਕਿ ਪਹਿਲੇ ਕੀ ਅਗਰ ਬਾਈ ਚਾਂਸ ਬਾਹਰੋਂ ਕਿਸੇ ਨੇ ਫੂਡ ਖਾਦਾ ਲੇਕਿਨ ਬਿਮਾਰ ਤਾਂ 2 ਬੰਦੇ ਹੋਏ, ਬਾਕੀਆਂ ਨੇ ਤਾਂ ਮਜ਼ਾ ਕੀਤਾ, ਹੋਇਆ ਕਿ ਉਹਦੀ ਇਮਿਊਨਿਟੀ ਵੀਕ ਹੈ। ਸੋ ਵੀ ਹੈਵ ਟੂ ਫਾਈਂਡ ਆਊਟ ਇਮਿਊਨਿਟੀ ਵੀਕ ਕਿਉਂ ਹੋਈ। ਬਾਈ ਚਾਂਸ ਹੋ ਸਕਦਾ ਉਹਨੇ ਕੋਈ ਸਟ੍ਰੈਸ ਲਿੱਤਾ ਉਸ ਟਾਈਮ ਤੋਂ ਪਹਿਲੇ, ਉਹਦੀ ਲਾਈਫ 'ਚ ਕੋਈ ਹੋਰ ਚੇਂਜਸ ਆਈਆਂ, ਸਲੀਪ ਉਹਦੀ ਘੱਟ ਸੀਗੀ, ਉਹ ਬਹੁਤ ਜ਼ਿਆਦਾ ਡਿਸਟਰਬੈਂਸ ਸੀਗੀ ਸਲੀਪ ਦੀ, ਬਿਜ਼ਨਸ ਟੈਨਸ਼ਨ ਹੋ ਸਕਦੀ ਹੈ, ਕਿਸੇ ਨੂੰ ਘਰ ਦੀ ਪਰੇਸ਼ਾਨੀ ਹੋ ਸਕਦੀ ਹੈ। ਉਹਦੇ ਵਿੱਚ ਕੀ ਹੈ, ਹਰ ਇੰਡੀਵਿਜੂਅਲ ਦੇ ਆਪਣੇ ਜੀਨਸ ਹੈ, ਹਰ ਇੱਕ ਦਾ ਆਪਣਾ ਜੈਨੇਟਿਕ ਕੋਡ ਹੈ। ਕੋਈ ਕਿਸੇ ਚੀਜ਼ ਨੂੰ ਕਿਸ ਤਰ੍ਹਾਂ ਲੈਂਦਾ, ਕੋਈ ਕਿਸ ਤਰ੍ਹਾਂ ਲੈਂਦਾ ਹੈ। ਫੋਰ ਐਗਜ਼ਾਮਪਲ ਨੌ ਸੱਸ ਦੀ ਲੜਾਈ ਹੋ ਗਈ, ਜ਼ਰੂਰੀ ਤਾਂ ਨਹੀਂ ਕਿ ਲੜਾਈ ਦੇ ਵਿੱਚ ਹੋ ਸਕਦਾ ਨੌ ਬਿਮਾਰ ਹੋਵੇ, ਹੋ ਸਕਦਾ ਸੱਸ ਬਿਮਾਰ ਹੋ ਜਾਏ। ਪ੍ਰੋਬਲਮ ਇਜ਼ ਬਿਕੋਜ਼ ਉਸ ਬੰਦੇ ਦੀ ਆਪਣੀ ਸੈਂਸਿਟੀਵਿਟੀ ਹੈ, ਉਸ ਬੰਦੇ ਦੀ ਆਪਣੀ ਸਸੈਪਟੇਬਿਲਿਟੀ ਹੈ। ਹੋਇਆ ਕਿ ਮੈਨੂੰ ਜੀ ਉਹਨੇ ਕੁਛ ਕਹਿਤਾ, ਕੋਈ ਕਹਿੰਦਾ ਪਰਵਾਹ ਵੀ ਨਹੀਂ ਕਰਦਾ, ਕੋਈ ਇੰਨਾ ਕੁ ਅੰਦਰ ਲੈ ਕੇ ਬੈਠ ਜਾਂਦਾ ਸਾਰਾ ਦਿਨ, ਸੋਚੀ ਜਾਏਗਾ। ਜਦੋਂ ਆਪਾਂ ਸੋਚਾਂਗੇ, ਬ੍ਰੇਨ ਇਜ਼ ਦਾ ਇੰਜਨ ਆਫ ਦਾ ਬੋਡੀ, ਜੋ ਬ੍ਰੇਨ ਤੇ ਆਉਂਦਾ ਸਾਡੀ ਬੋਡੀ ਉੱਤੇ ਰਿਫਲੈਕਟ ਕਰਦਾ ਹੈ, ਸਾਡੀ ਬੋਡੀ ਤੇ ਇੰਪ੍ਰੈਸ਼ਨਸ ਆਉਂਦੇ ਆ ਡਿਜ਼ੀਜ਼ ਦੀ ਫਾਰਮ 'ਚ। ਰਾਈਟ। ਸੋ ਇਸ ਕਰਕੇ ਅਸੀਂ ਕਹਿੰਦੇ ਹਾਂ ਕਿ ਹਰ ਬਿਮਾਰੀ ਦਾ ਅਸੀਂ ਰੂਟ ਕਾਜ਼ ਪੁੱਛਦੇ ਹਾਂ ਕਿ ਕਾਰਨ ਕੀ ਹੋਇਆ ਹੋਊਗਾ, ਤੈਨੂੰ ਕੋਈ ਸਟ੍ਰੈਸ ਤਾਂ ਨਹੀਂ ਆਇਆ, ਕੋਈ ਟੈਨਸ਼ਨ ਤਾਂ ਨਹੀਂ ਰਹੀ ਸੀ, ਸਟ੍ਰੈਸ ਦੇ ਵਿੱਚ ਕੀ ਸੋਚਿਆ, ਗੁੱਸਾ ਆਇਆ ਜਾਂ ਬੁਰਾ ਲੱਗਿਆ ਤਾਂ ਕੀ ਫੀਲ ਕੀਤਾ, ਐਕਸਪ੍ਰੈਸ ਕੀਤਾ ਨਹੀਂ ਕੀਤਾ। ਸੋ ਇਹ ਸਾਰੀਆਂ ਚੀਜ਼ਾਂ ਜਾਣ ਕੇ ਜਦੋਂ ਅਸੀਂ ਮੈਡੀਸਨ ਦਿੰਦੇ ਹਾਂ ਹੋਮਿਓਪੈਥੀ 'ਚ, ਉਸ ਦੇ ਆਧਾਰ 'ਤੇ ਫਿਰ ਅਸੀਂ ਪੇਸ਼ੈਂਟ ਨੂੰ ਠੀਕ ਕਰਦੇ ਹਾਂ ਤਾਂ ਇਮਿਊਨ ਸਿਸਟਮ ਠੀਕ ਹੁੰਦਾ। ਰਾਈਟ। ਕੋਈ ਅਗਰ ਸੇਮ ਬਿਮਾਰੀ ਹੈ 2 ਪੇਸ਼ੈਂਟ ਨੂੰ, ਤੇ ਕੀ ਉਹਦੀ ਮੈਡੀਸਿਨ ਵੱਖਰੀ ਕਿਉਂ ਹੁੰਦੀ ਹੈ ਹੋਮੋਪੈਥਿਕ 'ਚ? ਦਿਸ ਇਜ਼ ਦਾ ਰੀਜ਼ਨ ਬਿਕੋਜ਼ ਹਰ ਬੰਦੇ ਦੇ ਜੀਨਸ ਅਲੱਗ ਹੈ, ਹਰ ਬੰਦਾ ਆਪਣੇ ਜੀਨਸ ਦਾ ਮਾਲਕ ਹੈ, ਹਰ ਇੱਕ ਦੇ ਫਿੰਗਰਪ੍ਰਿੰਟਸ ਅਲੱਗ ਹੈ, ਹਰ ਇੱਕ ਦਾ ਰੈਟੀਨਾ ਸਕੈਨ ਡਿਫਰੈਂਟ ਹੈ। ਈਵਨ ਟਵਿਨਸ ਵੀ ਹੈ ਨਾ ਘਰ ਦੇ ਵਿੱਚ, ਕਹਿੰਦੇ ਕਿ ਇੱਕੋ ਟਾਈਮ ਤੇ ਬੱਚੇ ਹੋਏ ਆ ਜੀ, ਸ਼ਕਲ ਵੀ ਮਿਲਦੀ ਹੈ, ਸਭ ਕੁਝ ਹੈ, ਪਰ ਉਹਦੀ ਮੈਡੀਸਨ ਅਲੱਗ ਹੋਏਗੀ ਹੋਮਿਓਪੈਥੀ 'ਚ। 10 ਬੰਦੇ ਅਗਰ ਥਾਇਰਾਇਡ ਦੇ ਹੈ, ਮਾਡਰਨ ਮੈਡੀਕੇਸ਼ਨ ਹੋ ਸਕਦਾ ਉਹਦੀ ਮੈਡੀਸਨ ਸੇਮ ਹੋਵੇ। ਐਲਰਜੀ ਦੇ ਮਰੀਜ਼ ਹੈ ਤਾਂ ਐਂਟੀ ਐਲਰਜੀ ਕੀ ਦੇਣੀ ਪਏਗੀ, ਥਾਇਰਾਇਡ ਦਾ ਹੈ ਤਾਂ ਥਾਇਰੋਨੋਮ ਜਾਂ ਕੁਛ ਇਸ ਤਰ੍ਹਾਂ ਦੀਆਂ ਮੈਡੀਸਨਸ ਹੀ ਦੇਣੀਆਂ ਪੈਣਗੀਆਂ ਜੋ ਹੈਗੀਆਂ। ਹੋਮਿਓਪੈਥੀ 'ਚ ਅਗਰ 10 ਬਾਈ ਚਾਂਸ ਥਾਇਰਾਇਡ ਦੇ ਮਰੀਜ਼ ਹੈ, 10 ਦੀ ਦਵਾਈ ਅਲੱਗ ਹੋ ਸਕਦੀ ਹੈ, ਬਿਕੋਜ਼ ਹਰ ਪਰਸਨ ਅਲੱਗ ਹੈ, ਹਰ ਇੱਕ ਦੇ ਜੀਨਸ ਅਲੱਗ ਹੈ, ਹਰ ਇੱਕ ਦੀ ਸੋਚ ਅਲੱਗ ਹੈ, ਹਰ ਇੱਕ ਦੀ ਨੇਚਰ ਅਲੱਗ ਹੈ, ਬਿਹੇਵੀਅਰ ਅਲੱਗ ਹੈ। ਸੋ ਦਿਸ ਇਜ਼ ਦਾ ਰੀਜ਼ਨ। ਅੱਛਾ, ਹੁਣ ਤੁਸੀਂ ਗੱਲ ਕੀਤੀ ਕਿ
ਕੋਈ ਵੀ ਮੈਡੀਸਨ ਦੇਣ ਤੋਂ ਪਹਿਲਾਂ ਹਰ ਇੱਕ ਬੰਦੇ ਦੀ ਸਲੀਪ, ਸਟ੍ਰੈਸ ਲੈਵਲ, ਫੂਡ, ਫੀਅਰ, ਐਕਸਪ੍ਰੈਸ਼ਨ, ਹੈ ਨਾ, ਜਾਂ ਪਰਸਨੈਲਿਟੀ ਜਾਂ ਇਮੋਸ਼ਨ ਨੂੰ ਜਾਣਿਆ ਜਾਂਦਾ। ਇਹਦਾ ਮੈਡੀਸਨ ਦੇ ਨਾਲ ਕੀ ਕਨੈਕਸ਼ਨ? ਬੇਸਿਕਲੀ ਇਹ ਸਾਨੂੰ ਕੀ ਹੈ, ਮੈਂ ਤੁਹਾਨੂੰ ਇਹ ਦੱਸਿਆ ਸੀਗਾ ਕਿ ਇਹ ਕਨਸਟੀਟਿਊਸ਼ਨਲ ਮੈਡੀਸਨ ਹੈ ਹੋਮਿਓਪੈਥੀ। ਕਲਾਸੀਕਲ ਹੋਮਿਓਪੈਥੀ 'ਚ ਕੀ ਹੁੰਦਾ ਹੈ ਕਿ ਅਸੀਂ ਕਨਸਟੀਟਿਊਸ਼ਨਲ ਟ੍ਰੀਟਮੈਂਟ ਕਰਦੇ ਹਾਂ। ਹਰ ਬੰਦੇ ਦੀ ਆਪਣੀ ਇੱਕ ਕਨਸਟੀਟਿਊਸ਼ਨ ਹੈ, ਬਣਤਰ ਹੈ। ਸਿਰਫ ਇਹ ਨਹੀਂ ਹੈਗਾ ਕਿ ਬੰਦੇ ਦੀ ਸਿਰਫ ਫੀਚਰਸ ਅਲੱਗ ਹੈ, ਸ਼ਕਲ ਵਗੈਰਾ ਅਲੱਗ ਹੈ ਜਾਂ ਕੁਛ ਹੈ, ਅੰਦਰੋਂ ਵੀ ਸਾਡਾ ਇੱਕ ਜੋ ਜੈਨੇਟਿਕ ਕਨਸਟੀਟਿਊਸ਼ਨ ਹੈਗਾ, ਜੀਨਸ ਦਾ ਕੋਡਿੰਗ ਹੈਗੀ ਹੈ, ਸਭ ਡਿਫਰੈਂਟ ਹੈ ਹਰ ਬੰਦੇ ਦੀ। ਉਸ ਨੂੰ ਕਿਸੇ ਟੈਸਟ ਨਾਲ ਜਾਣਿਆ ਨਹੀਂ ਜਾ ਸਕਦਾ ਕਿ ਬੰਦੇ ਦਾ ਜੀਨ ਕੀ ਹੈ, ਇਹਦਾ ਕੀ ਹੈ, ਉਹ ਬਹੁਤ ਲੰਬੇ ਪ੍ਰੋਸੀਜਰ ਨੇ। ਸੋ ਦ ਬੈਸਟ ਵੇ ਇਜ਼ ਪੇਸ਼ੈਂਟ ਦੀ ਨੇਚਰ, ਬਿਹੇਵੀਅਰ, ਟੈਨਸ਼ਨ, ਸਟ੍ਰੈਸ, ਇਹਨਾਂ ਸਭ ਚੀਜ਼ਾਂ ਨੂੰ ਜਾਣਨਾ। ਸੋ ਉਹਦੀ ਨੀਂਦ ਕਿਸ ਤਰ੍ਹਾਂ ਹੈ, ਨੀਂਦ ਡਿਸਟਰਬ ਹੈ ਨਹੀਂ ਹੈਗੀ। ਹੋਰ ਤੁਸੀਂ ਕੁਝ ਪੁੱਛਿਆ ਸੀ ਨੀਂਦ ਤੋਂ ਇਲਾਵਾ, ਕੀ ਪੁੱਛਿਆ ਸੀ? ਸਟ੍ਰੈਸ, ਫੀਅਰ ਹੋਇਆ, ਕਿਸੇ ਦੇ ਫੀਅਰ ਅਲੱਗ ਹੋ ਸਕਦੇ ਆ। ਕੋਈ ਕਿਸੇ ਨੂੰ ਛੋਟੀ ਜਿਹੀ ਗੱਲ ਦਾ ਬਹੁਤ ਡਰ ਲੱਗ ਜਾਂਦਾ ਹੈ, ਡਾਕਟਰ ਸਾਹਿਬ ਬਿਮਾਰੀ, ਮੈਂ ਟੈਸਟ ਕਰਾਏ, ਮੇਰੇ ਕੋਲੇਸਟ੍ਰੋਲ ਵੱਧ ਆ ਗਏ। ਕੋਈ ਇੰਨੇ ਕੁ ਟੈਨਸ਼ਨ 'ਚ ਆ ਜਾਏਗਾ ਕਿ ਉਹਦੇ ਲਈ ਬਹੁਤ ਵੱਡੀ ਚੀਜ਼ ਹੈ। ਕਿਸੇ ਨੂੰ ਕੈਂਸਰ ਵੀ ਆ ਜਾਂਦਾ, ਭੱਜਿਆ ਫਿਰਦਾ, ਕਹਿੰਦਾ ਕੋਈ ਗੱਲ ਨਹੀਂ ਯਾਰ, ਹੁਣ ਠੀਕ ਕਰ ਲਾਂਗੇ। ਸੋ ਹਰ ਇੱਕ ਦੀ ਆਪਣੀ ਕਨਸਟੀਟਿਊਸ਼ਨ ਹੈ। ਕੋਈ ਦਲੇਰ ਹੈ ਤੇ ਕੋਈ ਵੀਕ ਹੈ, ਕੋਈ ਇਮੋਸ਼ਨਲ ਹੈ, ਕੋਈ ਸਟਰੋਂਗ ਹੈ। ਹਰ ਇੱਕ ਦੇ ਸੈਂਟੀਮੈਂਟਸ ਅਲੱਗ ਹੈ। ਕੋਈ ਬਹੁਤ ਜਲਦੀ ਹਰਟ ਫੀਲ ਕਰ ਜਾਂਦਾ, ਕੋਈ ਬਹੁਤ ਜਲਦੀ ਗੁੱਸੇ 'ਚ ਆ ਜਾਏਗਾ, ਕੋਈ ਬਹੁਤ ਜਲਦੀ ਸਟ੍ਰੈਸ 'ਚ ਆ ਜਾਏਗਾ, ਕੋਈ ਰੋਣ ਲੱਗ ਜਾਏਗਾ। ਮੇਰਾ ਸਵਾਲ ਇਹੀ ਹੈ ਨਾ ਕਿ ਇਹਨਾਂ ਚੀਜ਼ਾਂ ਦਾ ਮੈਡੀਸਿਨ ਨਾਲ ਕੀ ਫਰਕ ਹੈ? ਬਿਕੋਜ਼ ਉਹ ਕਨਸਟੀਟਿਊਸ਼ਨ ਆਪਾਂ ਦੇਖਦੇ ਹਾਂ ਨਾ ਸਭ ਚੀਜ਼ਾਂ ਨਾਲ ਕਿ ਹਰ ਬੰਦੇ ਦੇ ਡਿਫਰੈਂਟ ਕੋਈ ਐਕਸ਼ਨ ਤੇ ਰਿਐਕਸ਼ਨਸ ਹੈਗੇ ਹੈ। ਸੋ ਉਹ ਕਨਸਟੀਟਿਊਸ਼ਨ ਅਸੀਂ ਤਾਂ ਜਾਣਦੇ ਹਾਂ ਬਿਕੋਜ਼ ਅਸੀਂ ਕਨਸਟੀਟਿਊਸ਼ਨਲ ਟ੍ਰੀਟਮੈਂਟ ਦੇਣਾ ਹੁੰਦਾ ਪੇਸ਼ੈਂਟ ਨੂੰ। ਤੁਸੀਂ ਅਲੱਗ ਹੋ, ਮੈਂ ਅਲੱਗ ਹਾਂ। ਮੈਂ ਟਵਿਨਸ ਦੀ ਗੱਲ ਕੀਤੀ, 2 ਟਵਿਨਸ ਅਲੱਗ ਹੈ, ਉਹਦੀ ਕਨਸਟੀਟਿਊਸ਼ਨ ਅਲੱਗ ਹੈ, ਇੱਕ ਦੂਸਰੇ ਟਵਿਨ ਦੀ ਕਨਸਟੀਟਿਊਸ਼ਨ ਅਲੱਗ ਹੈ। ਸੋ ਕਨਸਟੀਟਿਊਸ਼ਨ ਨੂੰ ਜਾਣ ਕੇ ਅਸੀਂ ਜਦੋਂ ਦਵਾਈ ਦਿੰਦੇ ਹਾਂ, ਬਿਕੋਜ਼ ਅਸੀਂ ਰੂਟ ਕਾਜ਼ ਨੂੰ ਟ੍ਰੀਟ ਕਰਨਾ ਹੈ, ਅਸੀਂ ਇਮਿਊਨਿਟੀ ਨੂੰ ਬੂਸਟ ਕਰਨੀ ਹੈ, ਅਸੀਂ ਐਜ਼ ਐਨ ਇੰਡੀਵਿਜੂਅਲ ਇੱਕ ਪੇਸ਼ੈਂਟ ਨੂੰ ਠੀਕ ਕਰਨਾ ਹੈ, ਨਾ ਕਿ ਬਿਮਾਰੀ ਨੂੰ। ਸੋ ਜਦੋਂ ਪੇਸ਼ੈਂਟ ਨੂੰ ਠੀਕ ਕਰਨਾ ਤਾਂ ਸਾਨੂੰ ਉਹ ਪੇਸ਼ੈਂਟ ਨੂੰ ਜਾਣਨ ਲਈ ਇਹ ਸਭ ਚੀਜ਼ਾਂ ਜਾਣਨੀਆਂ ਪੈਂਦੀਆਂ। ਅੱਛਾ, ਜਦੋਂ ਕਈ ਵਾਰੀ ਇਦਾਂ ਹੁੰਦਾ ਕਿ ਮੈਡੀਸਿਨ ਜ਼ਿਆਦਾ ਡਿਲੂਟ ਹੋ ਜਾਂਦੀ ਹੈ, ਉਹਦਾ ਬਾਡੀ ਤੇ ਇਫੈਕਟ, ਜਿਹਨੂੰ ਆਪਾਂ ਕਹਿੰਦੇ ਆ ਪ੍ਰਪੋਜ਼ਡ ਮੈਕੈਨਿਜ਼ਮ, ਉਹ ਕੀ ਹੁੰਦਾ? ਮੈਂ ਸਮਝ ਗਿਆ, ਤੁਸੀਂ ਆਈ ਥਿੰਕ ਇੱਥੇ ਪੋਟੈਂਸੀ ਦੀ ਗੱਲ ਕਰ ਰਹੇ ਹੋ। ਜ਼ਿਆਦਾ ਡਿਲੂਟ, ਜਿਵੇਂ ਹੋਮਿਓਪੈਥੀ 'ਚ ਕੀ ਹੁੰਦਾ ਕਿ ਮੈਂ ਤੁਹਾਨੂੰ ਦੱਸਿਆ ਸੀ, ਇਹ ਸੀਰੀਜ਼ ਆਫ ਸਕਸ਼ਨ ਇੱਕ ਪ੍ਰੋਸੈਸ ਹੁੰਦਾ ਜਿਹਦੇ ਨਾਲ ਮੈਡੀਸਿਨਸ ਫਾਰਮ ਹੁੰਦੀਆਂ ਹੋਮਿਓਪੈਥੀ ਦੀਆਂ, ਤੇ ਉਹਦੀ ਪੋਟੈਂਸੀ ਰੇਜ਼ ਹੁੰਦੀ ਹੈ। ਜਿਵੇਂ ਇੱਕ 3C ਪੋਟੈਂਸੀ ਹੈ, ਫਿਰ ਉਸ ਤੋਂ ਬਾਅਦ 200C ਪੋਟੈਂਸੀ ਹੈ, ਫਿਰ 1000 ਪੋਟੈਂਸੀ ਆ ਜਾਂਦੀ ਹੈ। ਸੋ ਜਿੰਨੀ ਡਾਇਲਿਊਟ ਹੁੰਦੀ ਹੈ, ਦਿਸ ਇਜ਼ ਨਾਟ ਕਿ ਅਗਰ 200 ਪੋਟੈਂਸੀ ਹੈ ਤਾਂ ਉਹ ਲਾਈਟ ਹੈ ਤੇ ਉਹ 1000 ਪੋਟੈਂਸੀ ਉਹ ਸਟਰੋਂਗ ਹੈ। ਨਾਰਮਲੀ ਮੈਡੀਕੇਸ਼ਨਸ ਕੀ ਹੁੰਦਾ ਹੈ ਕਿ ਅਗਰ 20 ਮਿਲੀਗ੍ਰਾਮ ਦੀ ਗੋਲੀ ਹੈ ਤੇ 40 ਗ੍ਰਾਮ ਦੀ ਲਵਾਂਗੇ ਤਾਂ ਉਹ ਸਟਰੋਂਗ ਗੋਲੀ ਹੈ, ਉਸ ਤੋਂ ਬਾਅਦ 80 ਗ੍ਰਾਮ ਦੀ ਹੋਰ ਸਟਰੋਂਗ ਹੈ। ਹੋਮਿਓਪੈਥੀ 'ਚ ਇਸ ਤਰ੍ਹਾਂ ਨਹੀਂ ਹੁੰਦਾ। ਹੋਮਿਓਪੈਥੀ 'ਚ ਚਾਹੇ ਤੁਸੀਂ ਇੱਕ ਸਿਲੈਕਟ ਕਰ ਲਈ ਮੈਡੀਸਨ, ਲੇਕਿਨ ਹਰ ਮੈਡੀਸਨ ਦੀ ਪੋਟੈਂਸੀ ਵੀ ਇੱਕ ਨਵੀਂ ਮੈਡੀਸਨ ਹੀ ਬਣ ਜਾਂਦੀ ਹੈ। ਡਜ਼ਨਟ ਮੀਨ ਕਿ ਅੱਜ 30 ਦਿੱਤੀ ਹੈ ਤੇ 200 ਦਵਾਂਗੇ ਤਾਂ ਸਟਰੋਂਗ ਮੈਡੀਕੇਸ਼ਨ ਹੋਗੀ। ਸੋ ਮੈਂ ਪਹਿਲੇ ਜਦੋਂ ਗੱਲ ਕੀਤੀ ਸੀਗੀ ਕਿ ਸੈਲਫ ਮੈਡੀਕੇਸ਼ਨ ਕਰਨੀ ਜਾਂ ਫਿਰ ਇੱਕ ਸਿਰਫ ਕਿਤਾਬਾਂ ਪੜ੍ਹ ਕੇ ਮੈਡੀਸਨ ਕਰ ਲੈਣੀ, ਉਹਦੇ ਨਾਲ ਮੈਡੀਸਨ ਤਾਂ ਮਿਲ ਜਾਂਦੀ ਹੈ। ਅੱਜ ਕੱਲ੍ਹ ਆਪਾਂ ਇੰਟਰਨੈਟ ਜਾਂ AI ਬੜਾ ਈਜ਼ੀ ਹੋ ਗਿਆ ਕਿ ਪੇਸ਼ੈਂਟ ਆਪਣੇ ਸਿੰਪਟਮ ਪਾਉਂਦਾ, ਮੈਡੀਸਨ ਆ ਜਾਂਦੀ ਹੈ। ਬਟ ਉਹ ਮੈਡੀਸਨ ਤਾਂ ਆ ਗਈ, ਮੈਡੀਸਨ ਦੀ ਪੋਟੈਂਸੀ ਸਿਲੈਕਸ਼ਨ ਇਜ਼ ਵੈਰੀ ਕਰੂਸ਼ਲ। ਤੁਸੀਂ ਉਹੀਓ ਮੈਡੀਸਨ ਅਗਰ 30 ਪੋਟੈਂਸੀ 'ਚ ਲੋਗੇ, ਹੋ ਸਕਦਾ ਕੰਮ ਨਾ ਕਰੇ। ਉਹੀਓ ਮੈਡੀਸਨ ਅਗਰ 1M ਪੋਟੈਂਸੀ 'ਚ ਲੋਗੇ ਤਾਂ ਕੰਮ ਕਰ ਜੇਗੀ। ਬਿਕੋਜ਼ ਜਿਹੜੀ ਡਿਲੂਸ਼ਨ ਹੈਗਾ ਨਾ, ਡਿਲੂਸ਼ਨ ਨਾਲ ਕੀ ਹੁੰਦਾ ਕਿ ਮੈਡੀਸਨ ਦੀ ਡਾਇਨਾਮਾਈਜੇਸ਼ਨ ਵੱਧਦੀ ਹੈ ਔਰ ਉਹਦੇ ਅੱਗੇ ਸਿੰਪਟਮਸ ਵੀ ਚੇਂਜ ਹੋ ਜਾਂਦੇ ਆ। ਸੋ ਇਸ ਕਰਕੇ ਉਹ ਜਿਹੜੀ ਪੋਟੈਂਸੀ ਡਿਲੂਸ਼ਨ ਹੈਗੀ ਹੈ, ਉਹ ਡਿਜ਼ੀਜ਼ ਟੂ ਡਿਜ਼ੀਜ਼ ਵੇਰੀ ਕਰਦੀ ਹੈ ਔਰ ਸਾਡੇ ਲਈ ਹੈਲਪ। ਅੱਛਾ, ਕ੍ਰਿਟਿਕਸ ਹੋਮੋਪੈਥੀ ਨੂੰ ਪਲੇਸੀਬੋ ਕਹਿੰਦੇ ਨੇ। ਅਗਰ ਅੱਜ ਤੁਹਾਡੇ ਸਾਹਮਣੇ ਕੋਈ ਇੱਕ ਸਕੈਪਟੀਕਲ ਸਾਇੰਟਿਸਟ ਬੈਠਾ ਹੋਵੇ ਔਰ ਉਹਨੂੰ ਤੁਸੀਂ ਕਨਵਿੰਸ ਕਰਨਾ ਹੋਵੇ ਤਾਂ ਤੁਸੀਂ ਕੀ ਐਵੀਡੈਂਸ, ਸਟਰੋਂਗ ਐਵੀਡੈਂਸ ਦੇਖ ਕੇ ਉਹਨੂੰ ਕਨਵਿੰਸ ਕਰੋਗੇ? ਦੇਖੋ, ਚਲੋ ਐਵੀਡੈਂਸ ਵਗੈਰਾ ਤਾਂ ਆਪਾਂ ਕੋਈ ਪੋਡਕਾਸਟ ਦੇ ਮਾਧਿਅਮ ਨਾਲ ਜਾਂ ਕੁਛ ਹੈ, ਮੈਂ ਉਹਨੂੰ ਕਿਸੇ ਤਰੀਕੇ ਨਹੀਂ ਦੇਣਾ ਚਾਹੁੰਦਾ। ਬਟ ਇੱਕ ਛੋਟੀ ਜਿਹੀ ਗੱਲ ਹੈ ਕਿ ਅਗਰ ਰਿਜ਼ਲਟਸ ਹੈਗੇ ਹੈ, ਪ੍ਰਤੱਖ ਨੂੰ ਪ੍ਰਮਾਣ ਦੀ ਜ਼ਰੂਰਤ ਨਹੀਂ। ਸੋ ਅਗਰ ਹੋਮਿਓਪੈਥੀ ਦਵਾਈਆਂ ਖਾ ਕੇ ਪੇਸ਼ੈਂਟਸ ਠੀਕ ਹੋ ਰਹੇ ਹੈ, ਐਵੀਡੈਂਸ ਬੇਸਡ ਹੋਮਿਓਪੈਥੀ, ਐਵੀਡੈਂਸ ਬੇਸਡ ਰਿਜ਼ਲਟਸ ਹੈਗੇ ਹੈ, ਹਜ਼ਾਰਾਂ ਹੀ ਹੋਮਿਓਪੈਥ ਕੋਲ ਲੱਖਾਂ ਹੀ ਕਿਉਰਡ ਕੇਸਿਸ ਹੈਗੇ ਆ ਬੜੇ ਅੱਛੇ। ਸੋ ਅਗਰ ਇਹ ਸਭ ਚੀਜ਼ਾਂ ਹੋ ਰਹੀਆਂ ਤਾਂ ਆਪਾਂ ਕਿੱਦਾਂ ਕਹਿ ਸਕਦੇ ਹਾਂ ਕਿ ਪਲੈਸੀਬੋ ਨਾਲ ਹੋ ਰਿਹਾ? ਰਾਈਟ। ਸੋ ਡੈਫੀਨੇਟਲੀ ਰਿਜ਼ਲਟਸ ਹੈਗੇ ਆ। ਪੇਸ਼ੈਂਟ ਅਗਰ ਬੈਨੀਫਿਟ ਪੇਸ਼ੈਂਟਸ ਨੂੰ ਮਿਲਿਆ ਤਾਂ ਹੀ ਹੋਮਿਓਪੈਥ ਕੋਲ ਅੱਜ ਕੱਲ੍ਹ ਰਸ਼ ਹੈ। ਰਾਈਟ। ਅੱਛਾ, ਹੋਮੋਪੈਥਿਕ ਦੇ ਕਿਉਰ ਦੇ ਸਿੰਪਟਮਸ ਕੀ ਉਹ ਬਲੱਡ ਦੇ ਵਿੱਚ ਵੀ ਸਾਨੂੰ ਮਿਲ ਸਕਦੇ ਨੇ? ਬਲੱਡ ਵਰਕ ਦੇ ਵਿੱਚ ਜਾਂ ਰਿਐਲਿਟੀ ਦੇ ਵਿੱਚ ਇਫੈਕਟ ਨਜ਼ਰ ਆਉਂਦੇ ਨੇ? ਉਹਨੂੰ ਮੇਜਰ ਕਰਨ ਦਾ ਕੋਈ ਪੈਰਾਮੀਟਰ ਹੈਗਾ? 100% ਬਿਲਕੁਲ, ਕਿਉਂ ਨਹੀਂ। ਡਿਜ਼ੀਜ਼ ਕਿਉਰ ਦਾ ਮਤਲਬ ਕੀ ਹੈ? ਕਿਉਰ ਦਾ ਮਤਲਬ ਇਹ ਨਹੀਂ ਹੈਗਾ ਕਿ ਸਿਰਫ ਵੈਲਬਿੰਗ, ਕਿ ਪੇਸ਼ੈਂਟ ਨੇ ਕਿਹਾ ਕਿ ਮੈਂ ਅੰਦਰੋਂ ਬੈਟਰ ਫੀਲ ਕਰ ਰਿਹਾ ਜਾਂ ਕੁਛ। ਡੈਫੀਨੇਟਲੀ ਅਸੀਂ ਇਸ ਚੀਜ਼ ਨੂੰ ਬਹੁਤ ਜ਼ਿਆਦਾ ਸਟ੍ਰੈਸ ਦਿੰਦੇ ਹਾਂ ਕਿ ਸਿਰਫ ਰਿਪੋਰਟਸ ਨਾਰਮਲ ਆਉਣੀਆਂ ਹੀ ਸੋਲੂਸ਼ਨ ਨਹੀਂ ਹੈਗਾ। ਜਿਵੇਂ ਫॉर ਐਗਜ਼ਾਮਪਲ ਅੱਜ ਕਿਸੇ ਨੇ ਥਾਇਰਾਇਡ ਦੀ ਗੋਲੀ ਖਾ ਲਈ, ਓਬਵੀਅਸਲੀ ਉਹਦੀ ਥਾਇਰਾਇਡ ਠੀਕ ਆਏਗੀ। ਕਿਸੇ ਨੂੰ ਕਣਕ ਦੀ ਐਲਰਜੀ ਹੈ, ਬਾਈ ਚਾਂਸ ਉਹਨੇ 15 ਦਿਨ ਤੋਂ ਕਣਕ ਛੱਡਤੀ,
ਉਸ ਤੋਂ ਬਾਅਦ ਉਹਦਾ ਟੈਸਟ ਨਾਰਮਲ ਆਏਗਾ, ਡਸਨਟ ਮੀਨ ਕਿ ਉਹਦਾ ਡਿਜ਼ੀਜ਼ ਕਿਉਰ ਹੋ ਗਈ। ਅਸੀਂ ਇਹ ਮੰਨਦੇ ਹਾਂ ਕਿ ਡਿਜ਼ੀਜ਼ ਕਿਉਰ ਉਦੋਂ ਗਿਣਿਆ ਜਾਂਦਾ ਹੈ ਜਦੋਂ ਪੇਸ਼ੈਂਟ ਇੰਟਰਨਲੀ ਵੀ ਵੈਲਬੀਇੰਗ ਫੀਲ ਕਰ ਰਿਹਾ ਔਰ ਉਹ ਖਾਣ ਤੋਂ ਬਾਅਦ ਵੀ ਪ੍ਰੋਬਲਮ ਆਈ। ਦੂਜੀ ਗੱਲ, ਡੈਫੀਨੇਟਲੀ ਮੈਂ ਟੈਸਟ ਨੂੰ ਇਹ ਨਹੀਂ ਕਹਿ ਰਿਹਾ ਕਿ ਇੰਪੋਰਟੈਂਟ ਨਹੀਂ ਗਏ, ਉਹਦੇ ਬਲੱਡ ਟੈਸਟ ਬਾਅਦ ਵਿੱਚ ਅਸੀਂ ਦੇਖਦੇ ਹਾਂ ਕਿ ਅਗਰ ਬਾਈ ਚਾਂਸ ਉਹ weight ਵੀ ਖਾ ਰਿਹਾ ਤਾਂ ਉਹਦੇ ਬਲੱਡ ਟੈਸਟ ਨਾਰਮਲ ਆ ਰਹੇ ਆ ਤਾਂ ਦੈਟ ਮੀਨਸ ਉਹਦਾ ਕਿਉਰ ਹੈਗਾ, ਔਰ ਡਿਜ਼ੀਜ਼ ਠੀਕ ਹੋ ਗਈ। ਡਿਜ਼ੀਜ਼ ਠੀਕ ਹੋ ਗਈ। ਸੋ ਪੈਰਾਮੀਟਰ ਤਾਂ ਡੈਫੀਨੇਟਲੀ ਆ, ਬਲੱਡ ਰਿਪੋਰਟਸ, ਉਹਦੇ ਕੋਈ ਅਗਰ ਪੈਥੋਲੋਜੀਕਲ ਚੇਂਜਸ ਹੈਗੀਆਂ, ਉਹਦੀ ਅਲਟਰਾਸਾਊਂਡ ਹੈ, ਸਕੈਨ ਹੈ, MRI ਹੈ, ਡੈਫੀਨੇਟਲੀ ਉਹ ਠੀਕ ਹੋਣੀ ਚਾਹੀਦੀ ਹੈ। ਸੋ ਉਹ ਪੈਰਾਮੀਟਰ ਅਸੀਂ ਵੀ ਕਰਦੇ ਹਾਂ ਔਰ ਟਾਈਮ ਟੂ ਟਾਈਮ ਸਾਨੂੰ ਟੈਸਟ ਕਰਵਾਉਣੇ ਪੈਂਦੇ ਆ ਔਰ ਟੈਸਟ ਦੇ ਆਧਾਰ 'ਤੇ ਅਸੀਂ ਡਾਇਗਨੋਸਿਸ ਵੀ ਕਰਦੇ ਹਾਂ। ਅੱਛਾ, ਹੋਮੋਪੈਥੀ ਦੀ ਲਿਕੁਇਡ ਮੈਡੀਸਿਨ 'ਚ ਐਲਕੋਹਲ ਹੁੰਦਾ ਤੇ ਉਹਦਾ ਬੇਸਿਕ ਕੰਮ ਕੀ ਹੁੰਦਾ? ਹਾਂ, ਮੈਂ ਸਮਝ ਰਿਹਾ ਜੋ ਤੁਹਾਡੀ ਮੁਸਕਰਾਹਟ 'ਚ ਬੇਸਿਕ ਕੰਮ ਉਹ ਨਹੀਂ ਹੈਗਾ ਜੋ ਤੁਸੀਂ ਸੋਚ ਰਹੇ ਹੋ ਹੋਮਿਓਪੈਥੀ ਅਲਕੋਹਲ ਦਾ। ਇਹ ਬੇਸਿਕਲੀ ਕੀ ਹੈ, ਇਹ ਫਾਰਮਾਸਿਊਟੀਕਲ ਪ੍ਰੀਪੇਅਰਡ, ਲੈਬੋਰਟਰੀ ਪ੍ਰੀਪੇਅਰਡ ਅਲਕੋਹਲਸ ਹੁੰਦੀਆਂ। ਬਹੁਤ ਸਾਰੀਆਂ ਮੈਡੀਸਨ, ਚਾਹੇ ਉਹ ਐਲੋਪੈਥੀ ਦੀਆਂ ਹੈ ਜਾਂ ਕੁਛ ਹੈ, ਕਈ ਵਾਰ ਕੀ ਹੈ ਉਹਨਾਂ ਦੇ ਐਜ਼ ਐਨ ਪ੍ਰੀਜ਼ਰਵੇਟਿਵ ਸਾਨੂੰ ਕੀ ਹੈ ਕਿ ਇੱਕ ਲੈਬੋਰਟਰੀ ਪ੍ਰੀਪੇਅਰਡ ਅਲਕੋਹਲ ਐਜ਼ ਐਨ ਪ੍ਰੀਜ਼ਰਵੇਟਿਵ ਕਈ ਵਾਰ ਯੂਜ਼ ਕਰਨਾ ਪੈਂਦਾ। ਬੜੇ ਕੇਸਿਸ ਹੁੰਦੇ ਆ ਕਿ ਪੇਸ਼ੈਂਟ ਅਵੋਇਡ ਕਰਨਾ ਹੁੰਦਾ ਜਾਂ ਕੁਛ ਹੈ। ਅਸੀਂ ਨਾਰਮਲੀ ਹੋਮਿਓਪੈਥੀ ਦਾ ਜਿਹੜਾ ਫੰਡਾ ਹੈ ਨਾ, ਉਹ ਹੈਗਾ ਚਾਰਜਡ ਮੈਡੀਸਨ। ਅਸੀਂ ਪਹਿਲੇ ਕੀ ਕਰਦੇ ਹੁੰਦੇ ਸੀ ਕਿ ਪਹਿਲੇ ਮੈਡੀਸਨ ਬਣਾ ਕੇ ਉਹਨੂੰ ਬੰਦ ਕਰਕੇ ਮਹੀਨੇ ਲਈ ਰੱਖ ਦਿੰਦੇ ਸੀ। ਜਦੋਂ ਮੈਡੀਸਨ ਚਾਰਜ ਹੁੰਦੀ ਸੀ, ਅਲਕੋਹਲ ਐਵੈਪੋਰੇਟ ਹੋ ਜਾਂਦੀ ਸੀ, ਉਦੋਂ ਦਿੰਦੇ ਹੁੰਦੇ ਸੀਗੇ। ਹੁਣ ਅੱਜ ਕੱਲ੍ਹ ਟਾਈਮ ਦੀ ਕਮੀ ਕਰਕੇ ਮੈਂ ਆਪਣੇ ਕਲੀਨਿਕਸ 'ਚ ਮਸ਼ੀਨਸ ਲਗਾਈਆਂ ਜਿੰਦੇ ਵਿੱਚ ਮੈਂ ਹੋਮਿਓਪੈਥੀ ਮੈਡੀਸਨਸ ਪੈਕ ਕਰਨ ਤੋਂ ਪਹਿਲੇ ਉਹਨੂੰ ਹੀਟ ਥੋੜੀ ਦੇਣਾ ਤਾਂ ਕਿ ਅਲਕੋਹਲਿਕ ਕੰਟੈਂਟ ਐਵੈਪੋਰੇਟ ਹੋ ਜਾਣ ਔਰ ਮੈਡੀਸਨਲ ਕੰਟੈਂਟ ਜ਼ਿਆਦਾ ਗਲੋਬਿਊਲਸ ਆ ਜਾਣ। ਬਟ ਉਹ ਜਿਹੜਾ ਫਲੇਵਰ ਹੁੰਦਾ ਉਹ ਬੇਸਿਕਲੀ ਦੈਟ ਇਜ਼ ਨਾਟ ਅ ਮੈਡੀਸਨ। ਉਹ ਫਲੇਵਰ ਅਗਰ ਉੜ ਵੀ ਜਾਏ ਤਾਂ ਉਹ ਸਿਰਫ ਉਹਦਾ ਮੈਡੀਸਨ ਦਾ ਇੱਕ ਪ੍ਰੀਜ਼ਰਵੇਟਿਵ ਹੈਗਾ, ਤਾਂ ਉਹਦਾ ਕੋਈ ਇੰਨਾ ਜ਼ਿਆਦਾ ਰੋਲ ਨਹੀਂ ਹੁੰਦਾ ਔਰ ਬਹੁਤ ਮਾਈਨਰ ਕੁਆਂਟਿਟੀ ਹੁੰਦੀ ਹੈ ਔਰ ਉਹ ਮੈਡੀਸਨ ਦੀ ਫਾਰਮ 'ਚ ਹੁੰਦੀ ਹੈ। ਅਗਰ ਤੁਸੀਂ ਅੱਜ ਜਾਣਦੇ ਹੋ ਸਭ ਤੋਂ ਜ਼ਿਆਦਾ ਉਹ ਹੈ ਆਟੋਇਮਿਊਨ ਡਿਜ਼ੀਜ਼ ਦੇ ਬਾਰੇ, ਉਹ ਹੈ ਕੀ? ਬੇਸਿਕਲੀ ਸਾਨੂੰ ਨਾ ਕੁਦਰਤ ਨੇ ਇੱਕ ਇਮਿਊਨ ਸਿਸਟਮ ਬਣਾ ਕੇ ਦਿੱਤਾ ਹੈ। ਹਰ ਬੰਦੇ ਨੂੰ, ਹਰ ਇਨਸਾਨ ਨੂੰ, ਹਰ ਜਾਨਵਰ ਨੂੰ ਇੱਕ ਇਮਿਊਨਿਟੀ ਦਿੱਤੀ ਹੈ ਜਿਹੜੀ ਸਾਨੂੰ ਡਿਜ਼ੀਜ਼ਸ ਤੋਂ ਬਚਾਉਂਦੀ ਹੈ, ਬਿਮਾਰੀਆਂ ਤੋਂ ਬਚਾਉਂਦੀ ਹੈ। ਸਾਡੇ ਆਲੇ ਦੁਆਲੇ ਬੈਕਟੀਰੀਆਜ਼ ਨੇ, ਵਾਇਰਸ ਨੇ, ਕੋਈ ਬਿਮਾਰ ਹੁੰਦਾ ਕੋਈ ਨਹੀਂ ਹੁੰਦਾ ਕਿਉਂਕਿ ਕਿਸੇ ਦੀ ਇਮਿਊਨਿਟੀ ਵਧੀਆ ਕਿਸੇ ਦੀ ਨਹੀਂ। ਲੇਕਿਨ ਉਹੀ ਇਮਿਊਨ ਸਿਸਟਮ ਹਾਈਪਰ ਐਕਟਿਵ ਹੋ ਕੇ, ਕਨਫਿਊਜ਼ ਹੋ ਕੇ ਤੁਹਾਡੀ ਹੀ ਬੋਡੀ ਨੂੰ ਇੱਕ ਫੋਰਨ ਪਾਰਟੀਕਲ ਸਮਝ ਲੇ। ਐਗਜ਼ਾਮਪਲ, ਇੱਕ ਸਿਕਿਉਰਿਟੀ ਗਾਰਡ ਹੈ, ਅਸੀਂ ਰੱਖਿਆ ਆਪਣੀ ਸਿਕਿਉਰਿਟੀ ਲਈ ਸਿਕਿਉਰਿਟੀ ਗਾਰਡ, ਪਰ ਉਹ ਸਿਕਿਉਰਿਟੀ ਗਾਰਡ ਕਨਫਿਊਜ਼ ਹੋ ਕੇ, ਉਹਨੂੰ ਪਤਾ ਹੀ ਨਹੀਂ ਲੱਗਿਆ, ਆਪਣੇ ਘਰ ਦੇ ਮੈਂਬਰ ਨੂੰ ਚੋਰ ਸਮਝ ਕੇ ਉਹਨੂੰ ਅਟੈਕ ਕਰਨ ਲੱਗ ਜਾਏ। ਦੈਟ ਇਜ਼ ਆਟੋਇਮਿਊਨਿਟੀ। ਸਾਡੀ ਹੀ ਬੋਡੀ ਨੂੰ ਸਾਡਾ ਹੀ ਇਮਿਊਨ ਸਿਸਟਮ ਡੈਮੇਜ ਕਰਨਾ ਸ਼ੁਰੂ ਕਰ ਦੇ, ਇਹਨੂੰ ਆਟੋਇਮਿਊਨ ਕਿਹਾ ਜਾਂਦਾ ਹੈ। ਆਟੋਇਮਿਊਨ ਅੱਜ ਕੱਲ੍ਹ ਜ਼ਿਆਦਾ ਡਾਇਗਨੋਸ ਕਿਉਂ ਹੋ ਰਿਹਾ? ਇਹ ਬੇਸਿਕਲੀ ਕੀ ਇਹ ਜੈਨੇਟਿਕਲੀ ਹੈ, ਲਾਈਫਸਟਾਈਲ ਹੈ, ਇਨਫੈਕਸ਼ਨ ਹੈ, ਜਾਂ ਇਨਵਾਇਰਨਮੈਂਟ ਇਨਫੈਕਟ ਹੈ, ਸਟ੍ਰੈਸ ਹੈ, ਜਾਂ ਬੈਟਰ ਡਾਇਗਨੋਸ ਹੈ? ਹਾਂ, ਕਾਫੀ ਫੈਕਟਰਸ ਨੇ ਇਹਦੇ ਪਿੱਛੇ। ਦੇਖੋ, ਸਭ ਤੋਂ ਪਹਿਲਾ ਫੈਕਟਰ ਹੈਗਾ ਅਵੇਅਰਨੈਸ। ਆਟੋਇਮਿਊਨਿਟੀ ਪਹਿਲੇ ਵੀ ਸੀਗੀ, ਐਸਾ ਨਹੀਂ ਹੈ ਪਹਿਲੇ ਨਹੀਂ ਹੁੰਦੀਆਂ ਸੀਗੀਆਂ। ਐਨਕਾਇਲੋਜਿੰਗ ਸਪੌਂਡਿਲੋਸਿਸ, ਰਿਊਮੇਟਾਇਡ ਆਰਥਰਾਈਟਿਸ, ਮਲਟੀਪਲ ਸਕਲਰੋਸਿਸ, ਇਹ ਸਾਰੀਆਂ ਚੀਜ਼ਾਂ ਪਹਿਲੇ ਵੀ ਹੈਗੀਆਂ ਸੀ, ਲੇਕਿਨ ਪਹਿਲੇ ਅਵੇਅਰਨੈਸ ਘੱਟ ਸੀਗੀ, ਡਾਇਗਨੋਸਿਸ ਉਹਨੇ ਜ਼ਿਆਦਾ ਸਟਰੋਂਗ ਨਹੀਂ ਹੈਗੇ ਸੀਗੇ। ਫਿਰ ਉਸ ਤੋਂ ਬਾਅਦ ਡੈਫੀਨੇਟਲੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਐਨਵਾਇਰਨਮੈਂਟਲ ਫੈਕਟਰ, ਬਹੁਤ ਜ਼ਿਆਦਾ ਅਡਲਟ੍ਰੇਸ਼ਨ ਕਿੰਨੀ ਜ਼ਿਆਦਾ ਹੋ ਚੁੱਕੀ ਹੈ, ਹਰ ਚੀਜ਼ 'ਚ ਅਡਲਟ੍ਰੇਸ਼ਨ ਹੈਗੀ ਹੈ। ਉਹ ਇੱਕ ਸਭ ਤੋਂ ਵੱਡਾ ਕਾਰਨ ਹੈ ਜਿਹੜਾ ਸਾਡੀ ਬੋਡੀ ਨੂੰ ਕਨਫਿਊਜ਼ ਕਰ ਰਿਹਾ, ਸਾਡੇ ਬੋਡੀ ਦੇ ਇਮਿਊਨ ਸਿਸਟਮ ਨੂੰ ਕਨਫਿਊਜ਼ ਕਰ ਰਿਹਾ। ਸਾਡੀ ਬੋਡੀ ਦੇ ਵਿੱਚ ਬਹੁਤ ਜ਼ਿਆਦਾ ਅਨਨੈਚੁਰਲ ਸਬਸਟੈਂਸਿਸ ਅਡਲਟ੍ਰੇਸ਼ਨ ਦੀ ਫਾਰਮ ਦੇ ਵਿੱਚ ਜਾ ਰਹੇ, ਜਿਹੜੀ ਸਾਡੀ ਬੋਡੀ ਟੋਲਰੇਟ ਹੀ ਨਹੀਂ ਕਰ ਸਕਦੀ। ਸੋ ਇਨ ਦੈਟ ਰਿਐਕਸ਼ਨ ਇਹ ਚੀਜ਼ਾਂ ਹੋਰ ਜ਼ਿਆਦਾ ਵੱਧ ਰਹੀਆਂ। ਸੋ ਆਪਾਂ ਉਹ ਕਹਾਂਗੇ ਅਵੇਅਰਨੈਸ, ਡਾਇਗਨੋਸਿਸ ਤੇ ਜਿਹੜਾ ਐਨਵਾਇਰਨਮੈਂਟਲ ਫੈਕਟਰ, ਸਾਰੀਆਂ ਚੀਜ਼ਾਂ ਮੈਟਰ ਕਰਦੀਆਂ। ਔਰ ਅੱਜ ਕੱਲ੍ਹ ਸਟ੍ਰੈਸ ਬਹੁਤ ਵੱਧ ਗਿਆ, ਹਰ ਬੰਦਾ ਅੱਜ ਕੱਲ੍ਹ ਸਟ੍ਰੈਸ 'ਚ ਹੈ, ਚਾਹੇ ਉਹਨੂੰ ਦੌੜ ਲੱਗੀ ਹੋਈ ਹੈ ਹਰ ਚੀਜ਼ ਦੀ, ਤੇ ਵਿੱਚ ਸਟ੍ਰੈਸ ਇਜ਼ ਦ ਮੇਨ ਰੀਜ਼ਨ। ਜਿੱਦਾਂ ਤੁਸੀਂ ਕਿਹਾ ਸਟ੍ਰੈਸ, ਗਟ ਹੈਲਥ ਜਾਂ ਸਲੀਪ, ਇਹਦਾ ਆਟੋਇਮਿਊਨ ਨਾਲ ਕੀ ਕਨੈਕਸ਼ਨ ਹੈ? ਹਾਂ, ਬੇਸਿਕਲੀ ਨਾਰਮਲੀ ਅੱਜ ਕੱਲ੍ਹ ਤੁਸੀਂ ਬੜਾ ਸੁਣਿਆ ਹੋਏਗਾ ਕਿ ਅੱਜ ਕੱਲ੍ਹ ਬੜੀਆਂ ਰੀਲਸ ਵੀ ਆਉਂਦੀਆਂ ਕਿ ਆਟੋਇਮਿਊਨਿਟੀ ਹੈਗੀ ਹੈ, ਗਟ ਹੈਲਥ ਨੂੰ ਠੀਕ ਕਰ ਲਓ ਤੇ ਆਟੋਇਮਿਊਨਿਟੀ ਠੀਕ ਹੋ ਜਾਏ। ਸੋ ਐਸਾ ਨਹੀਂ ਹੈ, ਇਕੱਲੀ ਗਟ ਹੈਲਥ ਨੂੰ ਇੰਪਰੂਵ ਕਰਨ ਨਾਲ ਆਟੋਇਮਿਊਨਿਟੀ ਠੀਕ ਨਹੀਂ ਹੁੰਦੀ। ਆਟੋਇਮਿਊਨਿਟੀ ਬਹੁਤ ਡੀਪ ਸੀਟਡ ਇੱਕ ਪ੍ਰੋਸੈਸ ਹੈ ਤੁਹਾਡੀ ਬੋਡੀ ਦੇ ਵਿੱਚ। ਇੱਕ ਤਰ੍ਹਾਂ ਨਾਲ ਮੈਂ ਇਹਨੂੰ ਐਗਜ਼ਾਮਪਲ ਦਿੰਦਾ ਉਹਨਾਂ ਪੇਸ਼ੈਂਟਸ ਨੂੰ ਕਿ ਜਿਵੇਂ ਟਰਮਾਈਟ ਹੁੰਦੀ ਹੈ, ਸਿਉਂਕ ਹੁੰਦੀ ਹੈ, ਕਿਸੇ ਚੀਜ਼ ਨੂੰ ਲੱਗ ਗਈ ਤਾਂ, ਲੱਕੜ ਨੂੰ ਲੱਗ ਗਈ ਤਾਂ ਪੂਰੇ ਦਾ ਪੂਰਾ ਘਰ ਅੰਦਰੋਂ ਹੀ ਅੰਦਰੋਂ ਖਾਲੀ ਹੋ ਜਾਂਦਾ, ਖੋਖਲਾ ਹੋ ਜਾਂਦਾ ਔਰ ਪਤਾ ਵੀ ਨਹੀਂ ਲੱਗਦਾ ਬਾਹਰੋਂ। ਸੇਮ ਵੀ ਆਟੋਇਮਿਊਨਿਟੀ ਤੁਹਾਡੀ ਬੋਡੀ ਦੇ ਵਿੱਚ ਆ ਗਈ, ਅੰਦਰੋਂ ਹੀ ਅੰਦਰੋਂ ਇੰਨਾ ਕੁਛ ਚਲਾ ਦਿੰਦੀ ਹੈ ਬੋਡੀ ਦੇ ਵਿੱਚ, ਇੱਕ ਅੰਦਰ ਤੂਫਾਨ ਚੱਲ ਰਿਹਾ ਹੁੰਦਾ, ਉਹ ਸਿਰਫ ਪੇਸ਼ੈਂਟ ਹੀ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਹੁੰਦਾ। ਉਹ ਪੇਸ਼ੈਂਟ ਦਾ ਜਿਹੜਾ ਪੇਨ ਹੁੰਦਾ ਉਹ ਸਾਨੂੰ ਨਹੀਂ ਮਹਿਸੂਸ ਹੋ ਰਿਹਾ, ਉਹ ਪੇਸ਼ੈਂਟ ਨੂੰ ਮਹਿਸੂਸ ਹੋ ਰਿਹਾ, ਕਿਉਂਕਿ ਉਹ ਬਾਹਰੋਂ ਦੇਖਣ 'ਚ ਇੰਨਾ ਜ਼ਿਆਦਾ ਨਹੀਂ ਲੱਗ ਰਿਹਾ ਹੁੰਦਾ ਆਟੋਇਮਿਊਨਿਟੀ ਨਾਲ, ਜਿਹੜਾ ਉਹ ਅੰਦਰ ਚੱਲ ਰਿਹਾ ਹੁੰਦਾ। ਸੋ ਉਹ ਜਿਹੜਾ ਇੱਕ ਵੋਲਕੈਨੋ ਚੱਲ ਰਿਹਾ ਹੁੰਦਾ, ਉਹ ਜਿਹੜਾ ਇੱਕ ਤੂਫਾਨ ਜਿਹਾ ਅੰਦਰ ਚੱਲ ਰਿਹਾ ਹੁੰਦਾ, ਉਹ ਸਿਰਫ ਗਟ ਹੈਲਥ ਦੇ ਨਾਲ ਰਿਲੇਸ਼ਨ ਨਹੀਂ ਹੈ। ਨਾਰਮਲੀ ਕਹਿੰਦੇ ਕਿ ਗਟ ਹੈਲਥ ਨੂੰ ਸੈੱਟ ਕਰੋ ਤੇ ਆਟੋਇਮਿਊਨਿਟੀ ਠੀਕ ਹੋ ਜਾਏਗੀ, ਨਹੀਂ, ਬਹੁਤ ਚੀਜ਼ਾਂ ਨੂੰ ਸੈੱਟ ਕਰਨਾ ਪੈਂਦਾ ਹੈ।
ਆਟੋਇਮਿਊਨਿਟੀ ਅਗਰ ਠੀਕ ਹੋਏਗੀ, ਪਿੱਛੇ ਆਟੋਇਮਿਊਨਿਟੀ ਦਾ ਪ੍ਰੋਸੈਸ ਅਗਰ ਠੀਕ ਹੋਏਗਾ ਤਾਂ ਗਟ ਹੈਲਥ ਵੀ ਨੈਚੁਰਲ ਹੋਏਗੀ, ਗਟ ਹੈਲਥ ਵੀ ਨਾਰਮਲਾਈਜ਼ ਹੋਏਗੀ, ਆਟੋਮੈਟਿਕਲੀ ਤੁਹਾਡੀ ਗਟ ਐਜ਼ ਵੈਲ ਐਜ਼ ਬਾਡੀ ਸਿੰਪਟਮਸ ਸਾਰਾ ਕੁਝ ਠੀਕ ਹੋਏਗਾ। ਅੱਛਾ, ਹੋਮੋਪੈਥੀ ਆਟੋਇਮਿਊਨ ਡਿਜ਼ੀਜ਼ ਨੂੰ ਕੀ ਕਲੇਮ ਕਰਦਾ ਹੈ? ਇਹ ਇਹਦਾ ਇਮਿਊਨ ਸਿਸਟਮ ਨੂੰ ਸਪਰੈਸ ਕਰਦਾ ਹੈ, ਜਾਂ ਫਿਰ ਇਹਨੂੰ ਸਟਿਮੂਲੇਟ ਕਰਦਾ ਹੈ, ਜਾਂ ਇਹਨੂੰ ਰੈਗੂਲਰ ਕਰਦਾ ਹੈ? ਇਹਨੂੰ ਰੈਗੂਲਰ ਕਰਦਾ ਹੈ। ਆਟੋਇਮਿਊਨਿਟੀ 'ਚ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਹੋਇਆ ਕਿ ਨਾਰਮਲੀ ਕਹਿੰਦੇ ਕਿ ਅਸੀਂ ਜੀ ਮੈਡੀਸਨ ਨਾਲ, ਜਿਵੇਂ ਹੋਮਿਓਪੈਥੀ 'ਚ ਵੀ ਅਸੀਂ ਕਹਿੰਦੇ ਕਿ ਇਮਿਊਨਿਟੀ ਨੂੰ ਬੂਸਟ ਕਰ, ਪਰ ਆਟੋਇਮਿਊਨਿਟੀ 'ਚ ਤਾਂ ਆਲਰੇਡੀ ਇਮਿਊਨਿਟੀ ਬੂਸਟ ਹੋਈ ਹੈ। ਇਮਿਊਨਿਟੀ ਤਾਂ ਬਹੁਤ 5 ਟਾਈਮ ਬੂਸਟ ਹੋਈ ਹੈ, ਬਿਕੋਜ਼ ਉਹਦੇ 'ਚ ਹਾਈਪਰ ਐਕਟਿਵ ਹੋ ਗਈ। ਸੋ ਹੁਣ ਜਿਹੜਾ ਮੈਂ ਹਮੇਸ਼ਾ ਜਿਹੜੀ ਚੀਜ਼ ਕਹਿੰਦਾ ਹੁੰਦਾ, ਅਸੀਂ ਇਮਿਊਨਿਟੀ ਨੂੰ ਬੂਸਟ ਕਰਨ ਦੀ ਜਗ੍ਹਾ ਅਸੀਂ ਬੈਲੈਂਸ 'ਚ ਕਰਦੇ ਹਾਂ। ਸੋ ਆਟੋਇਮਿਊਨਿਟੀ 'ਚ ਵੀ ਸਾਨੂੰ ਇਮਿਊਨਿਟੀ ਨੂੰ ਬੈਲੈਂਸ 'ਚ ਕਰਨਾ ਪੈਂਦਾ ਹੈ। ਸੋ ਹਾਈਪਰ ਐਕਟਿਵ ਇਮਿਊਨਿਟੀ ਨੂੰ ਕਿਤੇ ਨਾ ਕਿਤੇ ਰੋਕਣਾ ਪੈਂਦਾ ਹੈ। ਅਗਰ ਕਿਸੇ ਦੀ ਲੋ ਇਮਿਊਨਿਟੀ ਹੈ, ਉਹਨੂੰ ਵਧਾਉਣਾ ਪੈਂਦਾ ਹੈ। ਇਸ ਕਰਕੇ ਇਮਿਊਨਿਟੀ ਨੂੰ ਬੈਲੈਂਸ ਕਰਨਾ ਹੀ ਇੱਕ ਰਾਈਟ ਸੋਲੂਸ਼ਨ ਹੁੰਦਾ ਹੈ। ਇਮਿਊਨ ਸਿਸਟਮ ਬੈਲੈਂਸ, ਜਾਂ ਕਈ ਵਾਰੀ ਆਪਾਂ ਸੋਸ਼ਲ ਮੀਡੀਆ ਤੇ ਦੇਖਦੇ ਹਾਂ ਕਿ ਇਮਿਊਨ ਰੀਸੈਟ, ਇੱਦਾਂ ਦੇ ਵਰਡਸ ਅੱਜ ਕੱਲ੍ਹ ਯੂਜ਼ ਹੋਏ ਜਾ ਰਹੇ, ਬਹੁਤ ਕਾਮਨ ਹੋ ਗਿਆ ਹੈ। ਬੇਸਿਕਲੀ ਇਹਦਾ ਮੈਡੀਕਲੀ ਦੇ ਵਿੱਚ ਐਕਚੁਅਲ ਮੀਨਿੰਗ ਕੀ ਹੈ? ਹਾਂ, ਬਿਲਕੁਲ ਠੀਕ ਹੈ ਵਰੁਣ ਜੀ। ਇਹ ਬੇਸਿਕਲੀ ਰੀਸੈਟ ਜਿਹੜਾ ਵਰਡ ਹੈ ਨਾ, ਇਹ ਇੱਕ ਮਾਰਕੀਟਿੰਗ ਗਿਮਿਕ ਆ ਚੁੱਕਿਆ ਹੈ। ਰੀਸੈਟ ਇਜ਼ ਨਾਟ ਅ ਵਰਡ ਇਨ ਮੈਡੀਕਲ ਫਾਰਮ ਕਿ ਆਪਾਂ ਉਹਨੂੰ ਕੋਈ ਬਟਨ ਨਹੀਂ ਲੱਗਿਆ ਕਿ ਔਨ ਕਰ ਲਈਏ, ਅੱਜ ਆਪਾਂ ਆਫ ਕਰਤਾ। ਸੋ ਰੀਸੈਟ ਨਹੀਂ, ਹਾਂ ਡੈਫੀਨੇਟਲੀ ਅਸੀਂ ਇਮਿਊਨ ਸਿਸਟਮ ਨੂੰ ਕਰਦੇ ਕਿ ਆਪਾਂ ਬੈਲੈਂਸ ਕਰਦੇ ਹਾਂ ਇਮਿਊਨ ਸਿਸਟਮ ਨੂੰ। ਮੈਂ ਜਿਵੇਂ ਤੁਹਾਨੂੰ ਪਹਿਲੇ ਹੀ ਕਿਹਾ, ਅਗਰ ਬਹੁਤ ਜ਼ਿਆਦਾ ਘੱਟ ਹੈ ਇਮਿਊਨ ਸਿਸਟਮ ਤੇ ਉਹਨੂੰ ਵਧਾਉਣਾ ਹੈ, ਅਗਰ ਵੱਧ ਹੈ ਤੇ ਉਹਨੂੰ ਕਿਤੇ ਨਾ ਕਿਤੇ ਉਹਨੂੰ ਨਾਰਮਲਾਈਜ਼ ਕਰਨਾ ਹੈ। ਸੋ ਰੀਸੈਟ ਆਪਾਂ ਕਹਿ ਵੀ ਸਕਦੇ ਹਾਂ ਕੁਛ ਹੈ, ਬਟ ਮੈਡੀਕਲ ਇਜ਼ ਨਾਟ ਅ ਰਾਈਟ ਟਰਮ। ਅੱਛਾ, ਆਟੋਇਮਿਊਨ ਡਿਜ਼ੀਜ਼ 'ਚ ਕਿਉਰ ਕੀਤਾ ਜਾਂਦਾ ਹੈ, ਰੀਇਮਿਸ਼ਨ ਜਾਂ ਰਿਵਰਸਲ? ਤਿੰਨਾਂ ਦੇ ਵਿੱਚ ਬੇਸਿਕ ਐਗਜ਼ੈਕਟ ਡਿਫਰੈਂਸ ਕੀ ਹੈ? ਬੇਸਿਕਲੀ ਆਟੋਇਮਿਊਨਿਟੀ 'ਚ ਕੀ ਹੈ ਕਿ ਅਸੀਂ ਉਹੀ ਹੈ ਕਿ ਕਿਤੇ ਨਾ ਕਿਤੇ ਰਿਵਰਸਲ ਦੀ ਹੀ ਗੱਲ ਕਰਦੇ ਹਾਂ। ਕਿਉਰ ਹੁੰਦਾ ਕਿ ਪੂਰੀ ਤਰ੍ਹਾਂ ਕਿਉਰ ਹੋ ਗਿਆ ਇਜ਼ ਅ ਵੈਰੀ ਬਿਗ ਕਲੇਮ। ਕਿਉਰ ਅਸੀਂ ਮੈਡੀਕਲੀ ਕਰ ਵੀ ਨਹੀਂ ਸਕਦੇ ਔਰ ਕਰਨਾ ਚਾਹੀਦਾ ਵੀ ਨਹੀਂ, ਬਿਕੋਜ਼ ਕਿਉਰ ਇਜ਼ ਅ ਵੈਰੀ ਬਿਗ ਟਰਮ। ਰਮਿਸ਼ਨ 'ਚ ਕੀ ਹੁੰਦਾ ਕਿ ਡਿਜ਼ੀਜ਼ ਕਿਤੇ ਨਾ ਕਿਤੇ ਸਾਇਲੈਂਟ ਹੋ ਗਈ, ਉਹ ਵੀ ਇੱਕ ਰਾਈਟ ਚੀਜ਼ ਨਹੀਂ ਹੈਗੀ। ਰਿਵਰਸਲ ਹੋਣਾ ਇਜ਼ ਅ ਇੰਪੋਰਟੈਂਟ ਥਿੰਗ, ਬਿਕੋਜ਼ ਆਟੋਇਮਿਊਨਿਟੀ 'ਚ ਹੋਇਆ ਕਿ ਕਿਸੇ ਨਾ ਕਿਸੇ ਰੀਜ਼ਨ ਕਰਕੇ, ਕੋਈ ਸਟ੍ਰੈਸ, ਟੈਂਸ਼ਨ, ਕੋਈ ਲਾਈਫ ਐਨਵਾਇਰਨਮੈਂਟ, ਕੋਈ ਸਰਕਮਸਟਾਂਸਿਸ, ਕੋਈ ਮੈਂਟਲ ਟਰਾਮਾ, ਕਿਸੇ ਨਾ ਕਿਸੇ ਚੀਜ਼ ਕਰਕੇ ਤੁਹਾਡੀ ਬਾਡੀ 'ਚ ਐਸਾ ਇਫੈਕਟ ਆਇਆ ਕਿ ਉਹ ਨੇਚਰ ਦੇ ਹੀ ਅਗੇਂਸਟ ਹੋ ਗਈ। ਨੇਚਰ ਨੇ ਇਮਿਊਨਿਟੀ ਦਿੱਤੀ, ਲੇਕਿਨ ਉਹਦੇ ਅਗੇਂਸਟ ਹੋ ਕੇ ਸਾਡੀ ਇਮਿਊਨਿਟੀ ਸਾਡੇ ਖਿਲਾਫ ਹੋਣਾ ਸ਼ੁਰੂ ਕਰ ਦਿੱਤਾ, ਸਾਡੇ ਹੀ ਆਰਗਨ ਨੂੰ। ਜਿਵੇਂ ਰਿਊਮੇਟਾਇਡ ਆਰਥਰਾਈਟਿਸ 'ਚ ਹੱਡੀਆਂ ਨੂੰ ਪਕੜ ਲਿਆ ਉਹਨੇ ਇਸ ਤਰ੍ਹਾਂ ਹੀ ਸੋਰੀਐਸਿਸ ਜਾਂ ਲੂਪਸ 'ਚ ਉਹਨੇ ਸਕਿਨ ਨੂੰ ਇਫੈਕਟ ਕਰਨਾ ਸ਼ੁਰੂ ਕਰਤਾ। ਇਸ ਤਰ੍ਹਾਂ ਹੀ ਉਹਨੇ ਬਾਈ ਚਾਂਸ ਮਲਟੀਪਲ ਸਕਲਰੋਸਿਸ ਆ ਗਿਆ, ਨਰਵਸ 'ਤੇ ਇਫੈਕਟ ਆ ਗਿਆ, ਮਾਇਸਥੀਨਾ ਗ੍ਰੇਵਿਸ ਆ ਪ੍ਰੋਬਲਮ ਹੋ ਗਈ, ਮਸਲਸ 'ਤੇ ਇਫੈਕਟ ਆਉਣਾ ਸ਼ੁਰੂ ਹੋ ਗਿਆ। ਸੋ ਆਟੋਇਮਿਊਨਿਟੀ ਇੱਕ ਤਰ੍ਹਾਂ ਦੀ ਨਹੀਂ ਹੈਗੀ। ਆਟੋਇਮਿਊਨਿਟੀ ਬਾਡੀ ਦੇ ਕਿਸੇ ਵੀ ਆਰਗਨ ਨੂੰ ਪਕੜ ਸਕਦੀ ਹੈ। ਸੋ ਜਦੋਂ ਅਲੱਗ-ਅਲੱਗ ਆਰਗਨਸ ਨੂੰ ਅਗਰ ਪਕੜਦੀ ਹੈ, ਡਜ਼ਨਟ ਮੀਨ ਕਿ ਆਪਾਂ ਨੂੰ ਇੱਕ ਆਰਗਨ ਨੂੰ ਠੀਕ ਕਰਨਾ ਪਏਗਾ। ਹੁਣ ਮਾਡਰਨ ਮੈਡੀਕੇਸ਼ਨਸ ਕੀ ਹੋਏਗਾ ਕਿ ਅਗਰ ਰਿਊਮੇਟਾਇਡ ਆਰਥਰਾਈਟਿਸ ਹੈ, ਹੱਡੀਆਂ ਨੂੰ ਠੀਕ ਕਰਨਾ ਪਏਗਾ, ਸਕਿਨ ਹੈ, ਸਕਿਨ ਨੂੰ ਠੀਕ ਕਰਨਾ ਪਏਗਾ। ਸਾਡਾ ਮੰਨਣਾ ਕੀ ਹੈ ਕਿ ਨਹੀਂ, ਅਗਰ ਬਾਈ ਚਾਂਸ ਕੋਈ ਪ੍ਰੋਬਲਮ ਆਈ ਹੈ ਤਾਂ ਵੀ ਹੈਵ ਟੂ ਐਡਰੈਸ ਆਟੋਇਮਿਊਨਿਟੀ। ਅਗਰ ਆਪਾਂ ਆਟੋਇਮਿਊਨਿਟੀ ਨੂੰ ਠੀਕ ਕਰਤਾ, ਆਟੋਇਮਿਊਨਿਟੀ ਜਿਹੜੀ ਪ੍ਰੋਗਰੈਸਿਵ ਸਪੀਡ 'ਚ ਹੈਗੀ ਹੈ, ਅਗਰ ਉਹਨੂੰ ਰਿਵਰਸ ਕਰਤਾ ਤੇ ਜਿਹੜੀ ਵੀ ਡਿਜ਼ੀਜ਼ ਆ ਆਟੋਮੈਟਿਕਲੀ ਠੀਕ ਹੋਏਗੀ। ਸੋ ਡਿਜ਼ੀਜ਼ ਆਪਣੀ ਅਲੱਗ-ਅਲੱਗ ਨਹੀਂ ਹੈਗੀ, ਆਟੋਇਮਿਊਨਿਟੀ ਕਰਕੇ ਬਾਡੀ ਦੇ ਵਿੱਚ ਡਿਜ਼ੀਜ਼ ਆਈ ਹੈ। ਸੋ ਵੀ ਹੈਵ ਟੂ ਐਡਰੈਸ ਆਟੋਇਮਿਊਨਿਟੀ। ਜਦੋਂ ਤੁਸੀਂ ਕਹਿੰਦੇ ਹੋ ਕਿ ਆਟੋਇਮਿਊਨ ਡਿਜ਼ੀਜ਼ ਰਿਵਰਸ ਹੋਈ ਹੈ, ਤੇ ਉਹਦੇ ਪ੍ਰੂਫ ਕੀ ਹੋਣੇ ਚਾਹੀਦੇ ਨੇ? ਕਿ ਸਿੰਪਟਮਸ ਹੈ, ਨਾਰਮਲ ਰਿਪੋਰਟਸ ਹੈ, ਜਾਂ ਮੈਡੀਸਿਨ ਤੋਂ ਬਾਅਦ, ਜਾਂ ਮੈਡੀਸਿਨ ਬੰਦ ਹੋਣਾ ਹੈ ਨਾ, ਜਾਂ ਲੌਂਗ ਟਰਮ ਇਹਦਾ ਰੀਇਮਿਸ਼ਨ? ਪੇਸ਼ੈਂਟ ਦੀ ਵੈਲਬਿੰਗ ਤਾਂ ਸਭ ਤੋਂ ਇੰਪੋਰਟੈਂਟ ਚੀਜ਼ ਹੈ। ਪੇਸ਼ੈਂਟ ਦੀ ਵੈਲਬਿੰਗ, ਅੰਦਰੋਂ ਪੇਸ਼ੈਂਟ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰੇ। ਦੇਖੋ, ਪੇਸ਼ੈਂਟ ਮੇਰੇ ਕੋਲ ਆਉਂਦੇ ਆਟੋਇਮਿਊਨਿਟੀ ਵਾਲੇ, ਉਹ ਕਹਿੰਦੇ ਆ ਡਾਕਟਰ ਸਾਹਿਬ ਮੇਰੀ ਦਰਦ ਕਦੋਂ ਠੀਕ ਹੋ ਜਾਊਗੀ, ਕਿੰਨੇ ਕੁ ਦਿਨਾਂ 'ਚ ਦਰਦ ਫਰਕ ਪੈ ਜਾਏਗਾ। ਮੈਂ ਸਭ ਤੋਂ ਪਹਿਲੇ ਪੇਸ਼ੈਂਟ ਨੂੰ ਹੀ ਕਹਿੰਦਾ ਤੁਹਾਡੀ ਬਿਮਾਰੀ ਦਰਦ ਹੈ ਹੀ ਨਹੀਂ। ਦਰਦ ਇੱਕ ਬਹੁਤ ਵੱਡੀ ਪ੍ਰੋਬਲਮ ਦਾ ਇੱਕ ਛੋਟਾ ਜਿਹਾ ਸਿੰਪਟਮ ਹੈ। ਐਗਜ਼ਾਮਪਲ, ਹੱਡੀਆਂ ਅਗਰ ਟੇਢੀਆਂ ਹੋ ਰਹੀਆਂ ਤਾਂ ਵੀ ਦਰਦ ਹੋਏਗੀ, ਸਿੱਧੀਆਂ ਹੋ ਰਹੀਆਂ ਤਾਂ ਵੀ ਦਰਦ ਹੋਏਗੀ। ਸੋ ਪੇਨ ਕਿਲਰ ਇਜ਼ ਨਾਟ ਅ ਸੋਲੂਸ਼ਨ। ਪੇਨ ਕਿਲਰ ਬਾਈ ਚਾਂਸ ਤੁਹਾਨੂੰ ਕੋਈ ਪੇਨ ਦੀ ਪ੍ਰੋਬਲਮ ਹੈਗੀ ਹੈ, ਤੂੰ ਫॉर द ਟਾਈਮ ਬਿੰਗ ਪੇਨ ਕਿਲਰ ਲੈ ਲਾ। ਵਾਟ ਵੀ ਆਰ ਡੂਇੰਗ ਇਜ਼, ਅਸੀਂ ਇੰਟਰਨਲੀ ਤੇਰੇ ਆਟੋਇਮਿਊਨਿਟੀ ਨੂੰ ਕਿਤੇ ਨਾ ਕਿਤੇ ਬੈਲੈਂਸ ਲਿਆਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਤੁਸੀਂ ਵਰਡ ਰੀਸੈਟ ਕਿਹਾ ਲਈਏ, ਉਹਨੂੰ ਰਿਵਰਸਲ ਕਹਿ ਲਈਏ, ਕੁਛ ਹੈ, ਅਸੀਂ ਕਿਤੇ ਨਾ ਕਿਤੇ ਆਟੋਇਮਿਊਨਿਟੀ ਨੂੰ ਬੈਲੈਂਸ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਆਟੋਇਮਿਊਨਿਟੀ ਅਗਰ ਬੈਲੈਂਸ 'ਚ ਆਏਗੀ, ਸੋ ਜਿਹੜੀ ਡਿਜ਼ੀਜ਼ ਅੰਦਰ ਪ੍ਰੋਗਰੈਸ ਹੋ ਰਹੀ ਹੈ, ਆਪਾਂ ਉਹਨੂੰ ਅਗਰ ਸਟੇਬਲਾਈਜ਼ ਕਰ ਲਾਂਗੇ ਤਾਂ ਆਟੋਮੈਟਿਕਲੀ ਉਹਦੀਆਂ ਪੇਨਸ, ਉਹਦੇ ਸਿੰਪਟਮਸ, ਉਹਦੀਆਂ ਰੈਸ਼ਿਜ਼, ਚਾਹੇ ਉਹਦੇ ਕੋਈ ਫਲੇਅਰ ਅਪ ਹੈਗੇ ਹੈ, ਸਾਰੀਆਂ ਚੀਜ਼ਾਂ ਠੀਕ ਹੋਣਗੀਆਂ। ਨਰਵਸ ਇੰਪਰੂਵ ਕਰਨੀਆਂ ਸ਼ੁਰੂ ਹੋ ਜਾਣਗੀਆਂ। ਅਗਰ ਬਿਮਾਰੀ ਆ ਸਕਦੀ ਹੈ, ਅਗਰ ਕਿਸੇ ਚੀਜ਼ ਦੇ ਆਉਣ ਦਾ ਇੱਕ ਦਰਵਾਜ਼ਾ, ਜਾਣ ਦੇ ਵੀ 10 ਦਰਵਾਜ਼ੇ, ਕੁਦਰਤ ਨੇ ਸਾਨੂੰ, ਕੁਦਰਤ ਦੇ ਨਿਯਮ ਦੇ ਹਿਸਾਬ ਨਾਲ ਬੜੀਆਂ ਚੀਜ਼ਾਂ ਹੈਗੀਆਂ। ਰਾਈਟ। ਸੋ ਬਸ ਉਹਨੂੰ ਬੂਸਟ ਕਰਨਾ ਜ਼ਰੂਰੀ ਹੁੰਦਾ ਕਿ ਕਿਸ ਤਰ੍ਹਾਂ ਆਪਾਂ ਓਪਨ ਕਰੀਏ ਡੋਰ। ਅੱਛਾ, ਨਾਰਮਲੀ ਕਿਹਾ ਜਾਂਦਾ ਹੈ ਕਿ ਡਿਜ਼ੀਜ਼ ਰਿਵਰਸ ਹੋ ਗਈ ਹੈ, ਪਰ ਇਹ ਕਿੰਨੀ ਦੇਰ ਅਗਰ ਡਿਜ਼ੀਜ਼ ਕੋਈ ਕੰਟਰੋਲਡ ਰਵੇ, ਉਸ ਤੋਂ ਬਾਅਦ ਇਹ ਰਿਵਰਸਲ ਵਰਡ ਯੂਜ਼ ਕਰਨਾ ਇੱਕ ਐਪਰੋਪ੍ਰੀਏਟ ਹੈ? ਮੈਟਰ ਕਰਦਾ ਹੈ ਇਹ ਨਾ, ਡਿਜ਼ੀਜ਼ ਟੂ ਡਿਜ਼ੀਜ਼, ਪੇਸ਼ੈਂਟ ਦੀ ਡਿਜ਼ੀਜ਼ ਦੀ ਸੀਵੀਅਰਿਟੀ ਕਿੰਨੀ ਹੈ, ਉਹ ਕਿੰਨੀ ਦੇਰ ਤੋਂ ਹੈਗੀ ਹੈ, ਕਿਸ ਟਾਈਪ ਦੀ ਡਿਜ਼ੀਜ਼ ਹੈ,
ਇਹ ਮੈਟਰ ਕਰਦਾ ਹੈ। ਸੋ ਕੁਝ ਵੀ ਡਿਮਾਰਕੇਟਡ ਵਰਡ ਆਫ ਸਾਡੇ ਕੋਲ ਨਹੀਂ ਹੈਗਾ ਕਿ ਬਾਈ ਚਾਂਸ ਆ ਬਿਮਾਰੀ ਹੈ ਤਾਂ ਇੰਨੀ ਦੇਰ 'ਚ ਠੀਕ ਹੋਏਗੀ, ਆ ਬਿਮਾਰੀ ਇੰਨੀ ਦੇਰ 'ਚ ਹੋਏਗੀ। ਹਾਂ, ਨਾਰਮਲੀ ਅਸੀਂ ਮੰਨ ਕੇ ਚੱਲਦੇ ਹਾਂ 2-2.5 ਸਾਲ ਆਟੋ ਇਮਿਊਨਿਟੀ 'ਚ ਲੱਗਦੇ ਆ ਕਿਤੇ ਨਾ ਕਿਤੇ ਸਟੇਬਲਾਈਜ਼ ਬੈਲੈਂਸਡ ਹੋਣ 'ਚ ਇਮਿਊਨ ਸਿਸਟਮ ਨੂੰ। ਇਨ ਦਾ ਮੀਨ ਟਾਈਮ ਜ਼ਰੂਰੀ ਨਹੀਂ ਹੈਗਾ ਕਿ ਪੇਸ਼ੈਂਟ ਤਕਲੀਫ 'ਚ ਹੀ ਰਹੇਗਾ, ਪੇਸ਼ੈਂਟ ਹੌਲੀ ਹੌਲੀ ਆਪਣੇ ਆਪ ਨੂੰ ਇੰਪਰੂਵਮੈਂਟ ਤੇ ਬੈਟਰ ਫੀਲ ਕਰਨਾ ਸ਼ੁਰੂ ਕਰਦਾ। ਅੱਛਾ, ਕੀ ਜੈਨੇਟਿਕਲੀ ਆਟੋਇਮਿਊਨ ਨੂੰ ਵੀ ਰਿਵਰਸ ਕੀਤਾ ਜਾ ਸਕਦਾ ਹੈ? ਬਿਲਕੁਲ, ਦੇਖੋ ਪੇਸ਼ੈਂਟ ਅਕਸਰ ਕਹਿੰਦੇ ਆ ਕਿ ਡਾਕਟਰ ਸਾਹਿਬ ਅਗਰ ਬਾਈ ਚਾਂਸ ਇੱਕ ਫੈਮਿਲੀ ਦੇ ਵਿੱਚ ਕਿਸੇ ਨੂੰ ਡਾਇਬੀਟੀਜ਼ ਹੈ, ਡਜ਼ਨਟ ਮੀਨ ਕਿ ਸਾਰਿਆਂ ਨੂੰ ਡਾਇਬੀਟੀਜ਼ ਹੋਏਗੀ। ਪੇਸ਼ੈਂਟ ਮੇਰੇ ਕੋਲ ਆਏ ਕਿ ਡਾਕਟਰ ਸਾਹਿਬ ਹੁਣ ਕੈਂਸਰ ਇਜ਼ ਅ ਜੈਨੇਟਿਕ ਡਿਸਆਰਡਰ, ਕੈਂਸਰ ਹੋ ਗਿਆ ਇੱਕ ਫੈਮਿਲੀ ਦੇ ਮੈਂਬਰ ਨੂੰ, ਜ਼ਰੂਰੀ ਤਾਂ ਨਹੀਂ ਸਾਰੇ ਖਾਨਦਾਨ ਨੂੰ ਕੈਂਸਰ ਹੋਏਗਾ। ਸੋ ਜੈਨੇਟਿਕਸ ਦਾ ਮਤਲਬ ਇਹ ਨਹੀਂ ਹੈਗਾ ਕਿ ਉਹ ਬਿਲਕੁਲ ਹੀ ਇੱਕ ਲਾਸਟ ਚੀਜ਼ ਹੋਗੀ ਕਿ ਜੈਨੇਟਿਕਸ ਅਗਰ ਪ੍ਰੋਬਲਮ ਆ ਗਈ ਤੇ ਖਤਮ ਹੈ ਉਹ ਚੀਜ਼। ਅਗਰ ਜੈਨੇਟਿਕਸ 'ਚ ਪ੍ਰੋਬਲਮ ਆਈ ਹੈ ਉਹਨੂੰ ਕਿਤੇ ਨਾ ਕਿਤੇ ਕੰਟਰੋਲ ਕੀਤਾ ਜਾ ਸਕਦਾ ਔਰ ਅੱਗੇ ਉਹ ਪ੍ਰੋਬਲਮ ਨਾ ਜਾਏ ਉਸ ਚੀਜ਼ ਨੂੰ ਵੀ ਦੇਖਿਆ ਜਾ ਸਕਦਾ ਹੈ। ਅੱਛਾ, ਆਰਏ ਕੀ ਹੁੰਦਾ? ਆਰਏ ਬੇਸਿਕਲੀ ਰਿਊਮੇਟਾਇਡ ਆਰਥਰਾਈਟਿਸ। ਹਾਂ, ਇਹਦੇ ਵਿੱਚ ਕੀ ਹੈ ਕਿ ਜਦੋਂ ਆਟੋਇਮਿਊਨ ਡਿਸਆਰਡਰ ਤੁਹਾਡੀ ਬੋਡੀ 'ਚ ਆਉਂਦਾ ਔਰ ਤੁਹਾਡੀਆਂ ਬੋਨਸ ਨੂੰ ਕਿਤੇ ਇਫੈਕਟ ਕਰਨਾ ਸ਼ੁਰੂ ਕਰਦੇ, ਉਹਦੇ ਵਿੱਚ ਤੁਹਾਡੀਆਂ ਬੋਨਸ ਦੀ ਫਿਰ ਸ਼ੇਪ ਡਿਫਾਰਮ ਹੋਣੀ ਸ਼ੁਰੂ ਹੋ ਜਾਂਦੀ ਹੈ। ਤੁਹਾਡੀਆਂ ਕਈ ਵਾਰ ਉਂਗਲਾਂ ਕੁਝ ਦੇਖੀਆਂ ਹੋਣੀਆਂ ਕਿ ਟੇਢੀਆਂ ਹੋਣੀਆਂ ਸ਼ੁਰੂ ਹੋ ਗਈਆਂ, ਦਰਦ ਵਗੈਰਾ ਹੁੰਦੀ ਹੈ। ਸੋ ਇਹ ਚੀਜ਼ ਰਿਊਮੇਟਾਇਡ ਆਰਥਰਾਈਟਿਸ ਹੈ, ਇਹ ਵੀ ਆਟੋਇਮਿਊਨ ਡਿਸਆਰਡਰ ਹੀ ਹੈ ਇੱਕ। ਤੇ ਇਹਨੂੰ ਵੀ ਆਟੋਇਮਿਊਨ ਡਿਜ਼ੀਜ਼ ਕੈਟਾਗਰੀ ਦੇ ਵਿੱਚ ਹੀ ਰੱਖਿਆ ਜਾਂਦਾ? 100% ਆਟੋਇਮਿਊਨ। ਤਾਂ ਇਹਦਾ ਵੀ ਟ੍ਰੀਟਮੈਂਟ ਸੇਮ ਹੀ ਹੈ? ਸੇਮ ਹੀ ਹੈ। ਰੀਜ਼ਨ ਕੀ ਹੈ ਕਿ ਜਦੋਂ ਤੁਹਾਡੀ ਬੋਨਸ ਨੂੰ ਕੋਈ ਚੀਜ਼ ਡਿਸਟਰੋਏ ਕਰਨਾ ਸ਼ੁਰੂ ਕਰਦੇ, ਦੈਟ ਇਜ਼ ਆਟੋਇਮਿਊਨਿਟੀ। ਬਿਕੋਜ਼ ਹੱਡੀਆਂ ਨੂੰ ਤੁਹਾਡੀ ਹੀ ਬੋਡੀ ਨੇ ਟੇਢਾ ਕਰਨਾ ਸ਼ੁਰੂ ਕਰਤਾ, ਸੋ ਦੈਟ ਇਜ਼ ਆਟੋਇਮਿਊਨਿਟੀ। ਅਗਰ ਕਿਸੇ ਯੰਗ ਪਰਸਨ ਨੂੰ ਬੋਨਸ ਦੇ ਵਿੱਚ ਜਾਂ ਜੁਆਇੰਟਸ ਦੇ ਵਿੱਚ ਪੇਨ ਹੋਣੀ ਸ਼ੁਰੂ ਹੋ ਜਾਵੇ ਤੇ ਕੀ ਉਹਨੂੰ ਕਿੱਦਾਂ ਕੰਸੀਡਰ ਕਰੇ ਕਿ ਉਹਨੂੰ ਨਾਰਮਲ ਪੇਨ ਹੈ ਜਾਂ ਉਹਨੂੰ ਆਰਏ ਹੈ? ਕੀ ਵਾਰਨਿੰਗ ਸਾਈਨਸ ਨੇ? ਇਹ ਨਾਰਮਲੀ ਕਹਿੰਦੇ ਕਿ ਅਗਰ ਯੰਗ ਪੇਸ਼ੈਂਟ ਬੰਦੇ 'ਚ ਅਗਰ ਕੋਈ ਪ੍ਰੋਬਲਮ ਆ ਰਹੀ ਹੈ ਤੇ ਅਗਰ ਪੇਨ ਹੋ ਰਹੀ ਹੈ ਤਾਂ ਕੱਲ ਤੱਕ ਠੀਕ ਹੋ ਜਾਣੀ ਹੈ, ਪਰਸੋਂ ਹੋ ਜਾਣੀ ਹੈ, ਵਿਟਾਮਿਨ ਖਾ ਲਿਆ ਜਾਂ ਕੁਛ ਹੈ, ਪਰ ਇਹਨੂੰ ਇਗਨੋਰ ਨਹੀਂ ਕਰਨਾ ਚਾਹੀਦਾ। ਉਹਨੂੰ ਦੇਖਣਾ ਚਾਹੀਦਾ ਹੈ, ਬਹੁਤ ਕਲੋਜ਼ਲੀ ਵਾਚ ਕਰਨਾ ਚਾਹੀਦਾ ਹੈ ਕਿ ਕੀ ਹੈਗਾ। ਮਾਰਨਿੰਗ ਸਟਿਫਨੈਸ ਹੈ, ਉਹਨੂੰ ਕਿੰਨੀ ਕੁ ਸਿਵੀਰਿਟੀ ਹੈ, ਉਹਨੂੰ ਅਕਸਰ ਹੋ ਰਹੀ ਹੈ, ਥੋੜੀ ਜਿਹੀ ਐਗਜ਼ਰਸ਼ਨ ਤੋਂ ਬਾਅਦ ਅਗਰ ਪ੍ਰੋਬਲਮ ਹੋ ਰਹੀ ਹੈ, ਸੋ ਡੈਫੀਨੇਟਲੀ ਤੁਹਾਨੂੰ ਕੁਝ ਟੈਸਟ ਕਰਾਣੇ ਚਾਹੀਦੇ ਹੈ। ਇਨੀਸ਼ੀਅਲ ਟੈਸਟ ਆ ਜਾਂਦੇ ਆ, ਜਿਵੇਂ ਤੁਸੀਂ ਐਂਟੀ ਸੀਸੀਪੀ ਕਰਾ ਸਕਦੇ ਹੋ, ਰਿਊਮੇਟਾਇਡ ਆਰਥਰਾਈਟਿਸ ਕੁਆਂਟੀਟੇਟਿਵ ਕਰਵਾ ਸਕਦੇ ਹੋ, ਫਿਰ ਉਸ ਦੇ ਨਾਲ CRP ESR ਇਹ ਰੇਜ਼ ਹੋਣ। ਇਹ ਡੈਫੀਨੇਟਲੀ ਸਿਰਫ ਇਹੀ ਟੈਸਟ ਨਹੀਂ ਦੱਸਦੇ ਕਿ ਰਿਊਮੇਟਾਇਡ ਆਰਥਰਾਈਟਿਸ ਹੈ, ਹੋਰ ਬੜੀਆਂ ਚੀਜ਼ਾਂ ਕਿ ਪੇਸ਼ੈਂਟ ਦੇ ਸਿੰਪਟਮਸ ਪਲੱਸ ਇਹ ਟੈਸਟ, ਇਹ ਸਾਰਿਆਂ ਨੂੰ ਕੰਬਾਈਨ ਕਰਕੇ ਅਸੀਂ ਡਾਇਗਨੋਸ ਕਰ ਸਕਦੇ ਹਾਂ ਕਿ ਰਿਊਮੇਟਾਇਡ ਆਰਥਰਾਈਟਿਸ ਹੈ ਜਾਂ ਸਿੰਪਲ ਜੁਆਇੰਟ ਪੇਨ ਹੈ ਜਾਂ ਕੋਈ ਨਿਊਟ੍ਰੀਸ਼ਨਲ ਡੈਫੀਸ਼ੀਐਂਸੀ ਹੈ ਜਾਂ ਕਾਹਦੇ ਲਈ। ਸੋ ਲੇਕਿਨ ਅਗਰ ਪੇਨ ਹੋ ਰਹੀ ਹੈ ਜਾਂ ਕੁਝ ਪੇਸ਼ੈਂਟਸ ਨੂੰ ਅੱਜਕੱਲ ਪ੍ਰੋਬਲਮ ਹੈ ਔਰ ਪੇਸ਼ੈਂਟ ਯੰਗ ਹੈ ਤਾਂ ਸੋਚ ਕੇ ਇਗਨੋਰ ਕਰਨਾ ਡੈਫੀਨੇਟਲੀ ਰੋਂਗ ਹੈ। ਰਾਈਟ, ਯੂ ਸ਼ੁਡ ਟੇਕ ਕੇਅਰ ਆਫ ਯੋਰਸੈਲਫ। ਮਤਲਬ ਆਰਏ ਦੇ ਵਿੱਚ ਮਾਰਨਿੰਗ ਸਟਿਫਨੈਸ ਕਿਉਂ ਇੰਪੋਰਟੈਂਟ ਮੰਨੀ ਜਾਂਦੀ ਹੈ? ਨਹੀਂ, ਜ਼ਰੂਰੀ ਨਹੀਂ ਹੈ ਕਿ ਆ ਰਹੇ। ਅਗਰ ਬਾਈ ਚਾਂਸ ਮਾਰਨਿੰਗ ਸਟਿਫਨੈਸ ਰਿਊਮੇਟਾਇਡ ਆਰਥਰਾਈਟਿਸ ਵੀ ਹੋ ਸਕਦੀ ਹੈ, ਮਾਇਸਥੀਨੀਆ ਗ੍ਰੇਵਿਸ 'ਚ ਹੋ ਸਕਦੀ ਹੈ, ਐਂਕਾਈਲੋਜ਼ਿੰਗ ਸਪੌਂਡਿਲੋਸਿਸ 'ਚ ਹੋ ਸਕਦੀ ਹੈ। ਕਾਫੀ ਤਰ੍ਹਾਂ ਦੀਆਂ ਡਿਜ਼ੀਜ਼ਸ ਹੈਗੀਆਂ ਜਿਹਦੇ ਵਿੱਚ ਹੁੰਦੀ ਹੈ, ਉਹ ਅੱਗੇ ਫਰਦਰ ਟੈਸਟ ਤੋਂ ਬਾਅਦ ਪਤਾ ਲੱਗਦਾ ਹੈ ਕਿ ਕੀ ਪ੍ਰੋਬਲਮ ਹੈਗੀ ਹੋਈ। ਆਰਏ ਦੇ ਵਿੱਚ ਐਕਚੁਅਲੀ ਪ੍ਰੋਗਰੈਸ ਨੂੰ ਕਿੱਦਾਂ ਮੇਜਰ ਕੀਤਾ ਜਾ ਸਕਦਾ ਹੈ? ਕਿ ਉਹਦੀ ਰਿਪੋਰਟਸ ਨਾਲ, ਹੈ ਨਾ, ਜਾਂ ਫਿਰ ਉਹਦੇ ਫਿਜ਼ੀਕਲ ਐਗਜ਼ਾਮੀਨੇਸ਼ਨ ਨਾਲ, ਜਾਂ ਉਹਦੀ ਬੋਡੀ ਦੇ ਨਾਲ ਉਹਦੀ ਆਪਣੇ ਕੀ ਫੀਲ ਕਰ ਰਿਹਾ? ਪੇਸ਼ੈਂਟ ਦੀ ਆਪਣੀ ਹੀ ਇੱਕ ਵਰਜ਼ਨ ਹੁੰਦੀ ਹੈ ਕਿ ਮੈਂ ਅੱਗੇ ਨਾਲੋਂ ਬੈਟਰ ਫੀਲ ਕਰ ਰਿਹਾ। ਪਹਿਲੇ ਡਾਕਟਰ ਸਾਹਿਬ ਥੋੜਾ ਜਿਹਾ ਵੀ ਚੱਲਦੇ ਸੀ ਤੇ ਔਖਾ ਲੱਗਦਾ ਸੀ, ਬਹੁਤ ਜ਼ਿਆਦਾ ਦਰਦਾਂ ਸ਼ੁਰੂ ਹੋ ਜਾਂਦੀਆਂ ਸੀ, ਥੋੜੀ ਜਿਹੀ ਐਗਜ਼ਰਸ਼ਨ ਕਰਦੇ ਸੀ ਪ੍ਰੋਬਲਮ ਸ਼ੁਰੂ ਹੋ ਜਾਂਦੀਆਂ ਸੀ, ਜੋੜ ਬਹੁਤ ਜ਼ਿਆਦਾ ਦੁਖਦੇ ਸੀਗੇ। ਪੇਸ਼ੈਂਟ ਕਾਫੀ ਆਪਣੇ ਆਪ ਨੂੰ ਬੈਟਰ ਤੇ ਕੰਫਰਟੇਬਲ ਫੀਲ ਕਰਦਾ ਹੈ। ਆਰਏ ਦੀ ਮੈਡੀਸਨ ਜਾਂ ਜਦੋਂ ਸਾਡੇ ਕੋਲ ਹੋਮਿਓਪੈਥਿਕ ਟ੍ਰੀਟਮੈਂਟ ਚੱਲਦਾ ਹੁੰਦਾ, ਸੋ ਪੇਸ਼ੈਂਟ ਆਪੇ ਕਹਿੰਦਾ ਕਿ ਡਾਕਟਰ ਸਾਹਿਬ ਹੁਣ ਉਨੀਆਂ ਦਰਦਾਂ ਨਹੀਂ ਹੋ ਰਹੀਆਂ, ਹੁਣ ਉਨੀ ਪਰੇਸ਼ਾਨੀ ਨਹੀਂ ਹੈਗੀ, ਹੁਣ ਅਸੀਂ ਕੰਫਰਟੇਬਲ ਫੀਲ ਕਰਦੇ ਹਾਂ, ਮੇਰਾ ਨੈਚੁਰਲ ਬੋਡੀ ਦਾ એનર્ਜੀ ਲੈਵਲ ਅੱਛਾ ਹੋਇਆ, ਮੇਰਾ ਮੂਡ ਬੈਟਰ ਹੋਇਆ ਪਹਿਲੇ ਨਾਲੋਂ। ਪਹਿਲੇ ਅਗਰ ਬਾਈ ਚਾਂਸ ਪੇਸ਼ੈਂਟ ਬਹੁਤ ਸਟ੍ਰੈਸਡ ਹੈ ਜਾਂ ਗੁੱਸਾ ਹੈ ਜਾਂ ਕੁਛ ਹੈ, ਕੋਈ ਵੀ ਰੀਜ਼ਨ ਹੋਇਆ ਹੋਊਗਾ, ਅਗਰ ਕੁਛ ਵੀ ਸਾਈਕੋਲੋਜੀਕਲੀ ਮੈਂਟਲੀ ਪੇਸ਼ੈਂਟ ਨੂੰ ਡਿਸਟਰਬੈਂਸ ਸੀਗੀਆਂ, ਪੇਸ਼ੈਂਟ ਉਸ 'ਚ ਵੈਲਬੀਂਗ ਮਹਿਸੂਸ ਕਰਦਾ ਹੈ। ਸੋ ਸਾਡਾ ਪੈਰਾਮੀਟਰ ਸਿਰਫ ਇਹ ਨਹੀਂ ਹੈਗਾ ਕਿ ਪੇਸ਼ੈਂਟ ਦੀ ਰਿਪੋਰਟ ਨਾਰਮਲ ਆਈ ਕਿ ਨਹੀਂ ਆਈ, ਅਸੀਂ ਉਸ ਤੋਂ ਪਹਿਲੇ ਬਹੁਤ ਕੁਝ ਦੇਖਦੇ ਹਾਂ। ਰਿਪੋਰਟਸ ਨੂੰ ਬਹੁਤ ਟਾਈਮ ਲੱਗਦਾ, ਕਈ ਵਾਰ ਆਟੋਇਮਿਊਨਿਟੀ ਦੀਆਂ ਰਿਪੋਰਟਸ ਨੂੰ ਠੀਕ ਹੋਣ 'ਚ ਬਹੁਤ ਟਾਈਮ ਲੱਗ ਸਕਦਾ ਹੈ। ਕਈ ਵਾਰ ਅਸੀਂ ਇਹ ਦੇਖਿਆ ਕਿ ਪੇਸ਼ੈਂਟ ਦੀ ਰਿਪੋਰਟ ਹਾਲੇ ਨਾਰਮਲ ਵੀ ਨਹੀਂ ਹੋਈ, ਉਹ ਪੇਸ਼ੈਂਟ ਬੈਟਰ ਫੀਲ ਕਰਨਾ ਸ਼ੁਰੂ ਕਰ ਗਿਆ ਔਰ ਅਸੀਂ ਹਾਲੇ ਕੋਈ ਪੇਨ ਕਿਲਰ ਵੀ ਨਹੀਂ ਦੇ ਰਹੇ, ਨੈਚੁਰਲ ਵੇ ਨਾਲੋਂ ਠੀਕ ਕਰ ਰਿਹਾ। ਬਿਕੋਜ਼ ਅਸੀਂ ਤਾਂ ਮੈਡੀਸਨ ਉਹਨੂੰ ਕਨਸਟੀਟਿਊਸ਼ਨਲ ਮੈਡੀਸਨ ਦਿੱਤੀ ਹੈ, ਸਿਰਫ ਆਟੋਇਮਿਊਨਿਟੀ ਦਾ ਪ੍ਰੋਸੈਸ ਠੀਕ ਕੀਤਾ ਸੀ। ਰਾਈਟ, ਅਸੀਂ ਵਿਦਆਊਟ ਪੇਨ ਕਿਲਰ ਅਗਰ ਪੇਸ਼ੈਂਟ ਦੀਆਂ ਪੇਨਸ ਠੀਕ ਹੋ ਗਈਆਂ ਔਰ ਪੇਸ਼ੈਂਟ ਕੰਫਰਟੇਬਲ ਫੀਲ ਕਰ ਰਿਹਾ, ਰਿਲੈਕਸ ਫੀਲ ਕਰ ਰਿਹਾ, ਮੈਂਟਲੀ ਹੈਪੀ ਫੀਲ ਕਰ ਰਿਹਾ, ਦੈਟ ਇਜ਼ ਆਲਸੋ ਪੈਰਾਮੀਟਰ ਆਫ ਕਿਉਰ। ਹੌਲੀ ਹੌਲੀ ਹੁੰਦਾ ਫਿਰ ਆਰਏ ਫੈਕਟਰ ਵੀ ਨੈਗੇਟਿਵ ਹੋ ਸਕਦਾ ਹੈ। ਅੱਛਾ, ਅਗਰ ਆਰਏ ਕਾਰਨ ਕਿਸੇ ਦੇ ਜੁਆਇੰਟ ਦੇ ਇਰੋਜਨ ਹੋ ਚੁੱਕੀ ਹੈ ਜਾਂ ਡਿਫਾਰਮੈਲਿਟੀ ਹੋ ਚੁੱਕੀ ਹੈ,
ਕੀ ਉਹਨੂੰ ਜੈਨੂਇਨਲੀ ਰਿਵਰਸ ਕੀਤਾ ਜਾ ਸਕਦਾ? ਕੁਝ ਹੱਦ ਤੱਕ ਮੈਂ ਉਹੀ ਪੇਸ਼ੈਂਟ ਨੂੰ ਕਹਿੰਦੇ ਜਿਹੜਾ ਨੁਕਸਾਨ ਹੋ ਗਿਆ ਉਹ ਕੁਐਸਚਨ ਮਾਰਕ ਹੁੰਦਾ ਕਿ ਉਹ ਰਿਵਰਸ ਕਿੰਨਾ ਹੋਏਗਾ, ਬਟ ਜਿਹੜੀ ਚੀਜ਼ ਪ੍ਰੋਬਲਮ ਹੋ ਰਹੀ ਹੈ ਔਰ ਪ੍ਰੋਗਰੈਸ ਹੈ, ਅਸੀਂ ਪ੍ਰੋਗਰੈਸਿਵ ਡਿਜ਼ੀਜ਼ ਨੂੰ ਸਭ ਤੋਂ ਪਹਿਲੇ ਰੋਕਣਾ ਜ਼ਰੂਰੀ ਹੈ। ਦੇਖੋ ਚਲਦੀ ਗੱਡੀ ਨੂੰ ਪਿੱਛੇ ਲਿਜਾਣ ਲਈ ਪਹਿਲੇ ਤਾਂ ਰੋਕਣਾ ਜ਼ਰੂਰੀ ਹੈ। ਸੋ ਸਭ ਤੋਂ ਪਹਿਲੇ ਤਾਂ ਡਿਜ਼ੀਜ਼ ਪ੍ਰੋਸੈਸ ਨੂੰ ਰੋਕਣਾ ਜ਼ਰੂਰੀ ਹੈ। ਔਰ ਡਿਫਾਰਮਿਟੀ ਕਿੰਨੀ ਹੋ ਚੁੱਕੀ, ਬਹੁਤ ਕੁਝ ਕੰਡੀਸ਼ਨਸ 'ਚ ਅਸੀਂ ਦੇਖਦੇ ਹਾਂ ਕਿ ਡਿਫਾਰਮਿਟੀ ਵੀ ਵਾਕਈ ਠੀਕ ਹੋ ਜਾਂਦੀ ਹੈ, ਬਟ ਡੈਫੀਨੇਟਲੀ ਵੀ ਕਾਂਟ ਕਲੇਮ ਕਿ ਅਸੀਂ ਡਿਫਾਰਮਿਟੀ ਨੂੰ ਠੀਕ ਹੀ ਕਰ ਦਿੰਦੇ ਹਾਂ। ਅਗਰ ਕੋਈ ਆ ਰਹੇ ਪੇਸ਼ੈਂਟ ਸਟੀਰੋਇਡ ਲੈ ਰਿਹਾ ਜਾਂ ਅਦਰ ਕਨਵੈਨਸ਼ਨਲ ਮੈਡੀਸਿਨ ਲੈ ਰਿਹਾ ਤੇ ਹੋਮੋਪੈਥੀ ਸੇਫਲੀ ਕਿੱਦਾਂ ਉਹਦੇ ਨਾਲ ਇੰਟੀਗ੍ਰੇਟ ਕੀਤੀ ਜਾ ਸਕਦੀ ਹੈ? ਹਾਂ ਸਾਡੇ ਕੋਲ ਦੇਖੋ ਯੂਜੂਅਲੀ ਪੇਸ਼ੈਂਟਸ ਨਾ ਟ੍ਰੀਟਮੈਂਟ ਬਹੁਤ ਘੱਟ ਪੇਸ਼ੈਂਟ ਹੁੰਦੇ ਜਿਹੜੇ ਸਿੱਧੇ ਹੋਮਿਓਪੈਥੀ 'ਚ ਆ ਜਾਂਦੇ। ਨਾਰਮਲੀ ਤੁਸੀਂ ਵੀ ਸੁਣਿਆ ਹੋਏਗਾ ਡਾਕਟਰ ਸਾਹਿਬ ਸਾਰੀ ਜਗ੍ਹਾ ਜਾਏ ਹੁਣ ਬਾਅਦ ਵਿੱਚ ਹੋਮਿਓਪੈਥੀ ਲੈਣਾ ਹੈ ਔਰ ਪੇਸ਼ੈਂਟਸ ਨੂੰ ਰਿਜ਼ਲਟਸ ਵੀ ਮਿਲਦੇ ਆ। ਇੱਕੋ ਦਮ ਅਸੀਂ ਮੈਡੀਸਿਨਸ ਨਹੀਂ ਛੋੜਦੇ। ਰੀਜ਼ਨ ਕੀ ਹੈ, ਬੋਡੀ ਨਾ ਬੜੇ ਸਾਲਾਂ ਦੀ ਯੂਜ਼ ਟੂ ਹੋ ਚੁੱਕੀ ਹੁੰਦੀ ਹੈ ਉਹ ਵਾਲੀਆਂ ਮੈਡੀਸਿਨਸ ਤੋਂ। ਸਟੀਰੋਇਡਸ ਜਾਂ ਫਿਰ ਇਮਿਊਨੋਸੁਪਰੈਸੈਂਟਸ ਨਾਲ ਕੀ ਹੈ ਬੋਡੀ ਯੂਜ਼ ਟੂ ਹੋ ਗਈ ਇੱਕ ਤਰ੍ਹਾਂ ਨਾਲ, ਜਿਵੇਂ ਸਰੀਰ ਤੇ ਕੋਈ ਵੀ ਚੀਜ਼ ਲੱਗ ਜਾਂਦੀ ਆਦਤ ਪੈ ਜਾਂਦੀ ਹੈ, ਇਸ ਤਰ੍ਹਾਂ ਹੀ ਇਹਨਾਂ ਬੋਡੀ ਮੈਡੀਸਿਨਸ ਦੀ ਆਦਤ ਪੈ ਚੁੱਕੀ ਹੈ। ਅਸੀਂ ਹੌਲੀ ਹੌਲੀ ਇਹਨਾਂ ਨੂੰ ਟੈਪਰ ਡਾਊਨ ਕਰਦੇ ਹਾਂ ਪੇਸ਼ੈਂਟ ਦੀ ਕੰਡੀਸ਼ਨ ਦੇ ਹਿਸਾਬ ਨਾਲ। ਸਾਡੀ ਮੈਡੀਸਨ ਪੇਸ਼ੈਂਟ ਨੂੰ ਪਹਿਲੇ ਇੰਪਰੂਵਮੈਂਟ ਦੇਣਾ ਸ਼ੁਰੂ ਕਰਦੀ ਹੈ, ਪੇਸ਼ੈਂਟ ਥੋੜਾ ਆਪਣੇ ਆਪ ਨੂੰ ਵੈਲਬੀਂਗ ਮਹਿਸੂਸ ਕਰਦਾ ਅੰਦਰੋਂ, ਫਿਰ ਉਸ ਤੋਂ ਬਾਅਦ ਅਸੀਂ ਟੈਪਰ ਡਾਊਨ ਕਰਦੇ ਹਾਂ ਮੈਡੀਸਨ, ਕਿਉਂਕਿ ਇੱਕੋ ਦਮ ਮੈਡੀਸਨ ਛੁਡਾਉਣਾ ਬਹੁਤ ਕ੍ਰਾਈਸਿਸ 'ਚ ਵੀ ਜਾ ਸਕਦੀ ਹੈ ਬੋਡੀ। ਸਰ ਇੱਕੋ ਦਮ ਅਸੀਂ ਨਹੀਂ ਛੁਡਵਾਉਂਦੇ, ਉਹ ਟੈਪਰ ਡਾਊਨ ਕਰਵਾਉਂਦੇ ਹਾਂ। ਕੀ ਕਿਸੇ ਆ ਰਹੇ ਪੇਸ਼ੈਂਟ ਨੂੰ ਜਾਂ ਆਟੋਇਮਿਊਨ ਪੇਸ਼ੈਂਟ ਨੂੰ ਕਨਵੈਨਸ਼ਨਲ ਮੈਡੀਸਿਨ ਨੂੰ ਆਪਣੇ ਆਪ ਛੱਡਣਾ ਚਾਹੀਦਾ? ਬਿਲਕੁਲ ਵੀ ਨਹੀਂ। ਵਿਦਆਊਟ ਡਾਕਟਰ ਦੀ ਗਾਈਡੈਂਸ, ਚਾਹੇ ਉਹ ਹੋਮਿਓਪੈਥ ਹੈ ਚਾਹੇ ਉਹ ਐਲੋਪੈਥ ਹੈ, ਬਿਲਕੁਲ ਨਹੀਂ ਛੱਡਣਾ ਚਾਹੀਦਾ। ਬਹੁਤ ਸਲੋਲੀ ਉਹਨੂੰ ਟੈਪਰ ਡਾਊਨ ਕਰਨਾ ਚਾਹੀਦਾ ਹੈ, ਕਿਉਂਕਿ ਇੱਕੋ ਦਮ ਛੱਡਣ ਨਾਲ ਪੇਸ਼ੈਂਟ ਨੂੰ ਹੀ ਨੁਕਸਾਨ ਹੋਏਗਾ। ਰੀਜ਼ਨ ਕੀ ਹੈ, ਬੋਡੀ ਹੋਈ, ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸਿਆ, ਬੋਡੀ ਯੂਜ਼ ਟੂ ਹੋਈ ਹੈ, ਬੋਡੀ ਨੂੰ ਆਦਤ ਪਈ ਹੋਈ ਹੈ ਉਸ ਸਪੋਰਟ ਨਾਲ ਚੱਲਣ ਦੀ। ਜਿਵੇਂ ਬੰਦਾ ਕਿਸੇ ਦੀ ਲੱਤ ਖਰਾਬ ਹੈ ਉਹਨੂੰ ਵਿਸਾਖੀਆਂ ਨਾਲ ਚੱਲਣ ਦੀ ਆਦਤ ਹੈ, ਇਸ ਤਰ੍ਹਾਂ ਹੀ ਆਟੋਇਮਿਊਨ ਦੇ ਪੇਸ਼ੈਂਟ ਨੂੰ ਉਹਨਾਂ ਦਵਾਈਆਂ ਨਾਲ ਚੱਲਣ ਦੀ ਆਦਤ ਪੈ ਚੁੱਕੀ ਹੈ। ਉਹ ਆਦਤ ਅੱਗੇ ਬਹੁਤ ਲੰਬੇ ਟਾਈਮ ਤੱਕ ਨਾ ਚੱਲੇ, ਲੇਕਿਨ ਹੌਲੀ ਹੌਲੀ ਉਹਨੂੰ ਟੈਪਰ ਡਾਊਨ ਕਰਨਾ ਚਾਹੀਦਾ ਵਿਦ ਦਾ ਗਾਈਡੈਂਸ ਆਫ ਡਾਕਟਰ ਔਰ ਮੈਡੀਕਲ ਪ੍ਰੋਫੈਸ਼ਨਲ। ਰਾਈਟ। ਆਈਬੀਐਸ ਐਕਚੁਅਲੀ ਦੇ ਵਿੱਚ ਕੀ ਹੈਗਾ? ਕੀ ਇਹ ਪ੍ਰੋਬਲਮ ਗੱਟ ਦੀ ਹੈ, ਬ੍ਰੇਨ ਦੀ ਹੈ, ਜਾਂ ਫਿਰ ਇਹ ਦੋਨਾਂ ਦੇ ਕਮਿਊਨੀਕੇਸ਼ਨ ਦੀ? ਯੈਸ, ਇਰੀਟੇਬਲ ਬਾਊਲ ਸਿੰਡਰਮ ਬੇਸਿਕਲੀ ਕੀ ਹੈ, ਅੱਜ ਕੱਲ੍ਹ ਬਹੁਤ ਕਾਮਨ ਹੈਗਾ। ਇਰੀਟੇਬਲ ਬਾਊਲ ਸਿੰਡਰਮ 'ਚ ਕੀ ਹੈ ਕਿ ਨਾਰਮਲੀ ਪੇਸ਼ੈਂਟ ਪਹਿਲੇ ਤਾਂ ਪੇਟ ਦੀਆਂ ਦਵਾਈਆਂ ਲੈਂਦੇ ਰਹਿੰਦੇ ਆ, ਗਟ ਹੈਲਥ ਨੂੰ ਠੀਕ ਕਰਨ ਲਈ ਕੋਈ ਦਵਾਈ ਲੈ ਲਈ, ਐਂਟੀਬਾਇਓਟਿਕਸ ਲੈ ਲਏ ਜਾਂ ਕੁਛ ਨਾ ਕੁਛ ਹੋਰ ਮੈਡੀਸਿਨਸ ਲੈ ਲਈ, ਬਟ ਇਹ ਡੈਫੀਨੇਟਲੀ ਗਟ ਤੇ ਬ੍ਰੇਨ ਦਾ ਇੱਕ ਬਹੁਤ ਸਟਰੋਂਗ ਕਮਿਊਨੀਕੇਸ਼ਨ ਹੁੰਦਾ ਹੈ। ਤੋ ਮੈਂ ਇਹ ਵੀ ਨਹੀਂ ਕਹਾਂਗਾ ਕਿ ਇਕੱਲਾ ਇਹ ਸਾਈਕੋਲੋਜੀਕਲ ਡਿਸਆਰਡਰ ਹੈਗਾ ਕਿ ਜਿੰਦੇ 'ਚ ਤੁਸੀਂ ਰਿਲੈਕਸੈਂਟਸ ਜਾਂ ਡਿਪਰੈਸੈਂਟਸ ਲੈ ਲਓ ਜਾਂ ਬ੍ਰੇਨ ਦੀ ਸਪੀਡ ਨੂੰ ਸਲੋ ਕਰ ਦਿਓ ਤੇ ਗਟ ਹੈਲਥ ਠੀਕ ਹੋ ਜਾਏਗੀ, ਐਸਾ ਨਹੀਂ ਹੈ। ਹਰ ਚੀਜ਼ ਕਨੈਕਟਡ ਹੈ ਬੋਡੀ ਦੇ ਵਿੱਚ। ਗਟ ਬ੍ਰੇਨ ਡੈਫੀਨੇਟਲੀ ਇਜ਼ ਵੈਰੀ ਮਚ ਕਨੈਕਟਡ, ਬਟ ਇਸ ਚੀਜ਼ ਨੂੰ ਵੀ ਠੀਕ ਕਰਨ ਦੇ ਪਿੱਛੇ ਆਪਾਂ ਨੂੰ ਦੇਖਣਾ ਪਏਗਾ ਕਿ ਉਹਦਾ ਅਗਰ ਗਟ ਵੀ ਇਸ਼ੂ ਹੈਗੀ ਹੈ ਤੇ ਉਹਦੇ ਸਾਈਕੋਲੋਜੀਕਲ ਫੈਕਟਰਸ ਕੀ ਹੈ। ਉਹਨੂੰ ਕੋਈ ਸਟ੍ਰੈਸ ਹੈਗਾ, ਉਹਨੂੰ ਕੋਈ ਫੀਅਰ ਹੈਗਾ ਕਿਸੇ ਚੀਜ਼ ਦਾ, ਉਹਨੂੰ ਕੋਈ ਹਰਟ ਹੋਇਆ, ਕੋਈ ਕਿਸੇ ਚੀਜ਼ ਦਾ ਗਰੀਫ ਹੈਗਾ, ਇਹ ਸਾਰੀਆਂ ਚੀਜ਼ਾਂ, ਡਿਸਅਪਾਇੰਟਮੈਂਟਸ, ਇਹ ਸਾਰੀਆਂ ਚੀਜ਼ਾਂ ਨੂੰ ਜਾਣ ਕੇ ਜਦੋਂ ਆਪਾਂ ਕਨਸਟੀਟਿਊਸ਼ਨਲ ਮੈਡੀਸਨ ਦਿੰਦੇ ਹਾਂ ਤਾਂ ਉਹਦੀ ਮੈਂਟਲ ਸਟੇਟ ਜਦੋਂ ਨਾਰਮਲਾਈਜ਼ ਹੁੰਦੀ ਹੈ ਤੇ ਗਟ ਹੈਲਥ ਵੀ ਠੀਕ ਹੋ ਜਾਂਦਾ। ਰਾਈਟ। ਸੋ ਆਈਬੀਐਸ ਨੂੰ ਠੀਕ ਕੀਤਾ ਜਾ ਸਕਦਾ ਹੈ। ਅੱਛਾ, ਕਈ ਵਾਰ ਦੇਖਿਆ ਜਾਂਦਾ ਕਿ ਕੋਈ ਕਿਸੇ ਪਰਸਨ ਨੂੰ ਸਟ੍ਰੈਸ ਹੋਇਆ ਜਾਂ ਐਂਜ਼ਾਈਟੀ ਹੋਈ, ਠੀਕ ਹੈ, ਉਹਨੂੰ ਇਮੀਡੀਏਟਲੀ ਵਾਸ਼ਰੂਮ ਜਾਣਾ ਪੈਂਦਾ। ਹਾਂ ਬਿਲਕੁਲ, ਹੈ ਨਾ? ਤੇ ਇਹ ਬ੍ਰੇਨ ਇੰਟੈਸਟਾਈਨ ਨੂੰ ਇੰਨੀ ਜਲਦੀ ਕਿੱਦਾਂ ਇਫੈਕਟ ਭੇਜ ਦਿੰਦਾ? ਕਿ ਬੇਸਿਕਲੀ ਮੈਂ ਤੁਹਾਨੂੰ ਦੱਸਿਆ ਕਿ ਜਿਵੇਂ ਬ੍ਰੇਨ ਗਟ ਕਨੈਕਸ਼ਨ ਬਹੁਤ ਸਟਰੋਂਗ ਕਨੈਕਸ਼ਨ ਗਿਣਿਆ ਜਾਂਦਾ ਹੈ। ਨਾਰਮਲੀ ਆਪਾਂ ਦੇਖਿਆ ਸੀਗਾ ਕਿ ਐਗਜ਼ਾਮ ਤੋਂ ਪਹਿਲੇ ਜੀ ਵਾਸ਼ਰੂਮ ਜਾਣਾ ਹੈ, ਪੇਸ਼ੈਂਟ ਕਹਿੰਦਾ ਕਿ ਯਾਰ ਉਹ ਡਰ ਦੇ ਨਾਲ ਹੀ ਹੁੰਦਾ ਸਟੂਲ ਨਿਕਲ ਗਈ, ਬੜੀ ਕਾਮਨ ਜੀ ਸੇਇੰਗ ਹੈ। ਸੋ ਇਹ ਗਟ ਬ੍ਰੇਨ ਕਨੈਕਸ਼ਨ ਕਰਕੇ ਸਭ ਚੀਜ਼ਾਂ ਹੈਗੀਆਂ, ਸੋ ਡੈਫੀਨੇਟਲੀ ਇਫੈਕਟ ਆ। ਆਈਬੀਐਸ ਔਰ ਆਈਬੀਡੀ ਚ ਬੇਸਿਕ ਡਿਫਰੈਂਸ ਕੀ ਹੈਗਾ? ਬੇਸਿਕਲੀ ਦੋਨੋਂ ਕੀ ਹੈ, ਇੱਕ ਇਰੀਟੇਬਲ ਬਾਊਲ ਸਿੰਡਰਮ ਹੈ, ਇੱਕ ਇਰੀਟੇਬਲ ਬਾਊਲ ਡਿਸਆਰਡਰ। ਸੋ ਇਰੀਟੇਬਲ ਬਾਊਲ ਡਿਸਆਰਡਰ ਦੇ ਵਿੱਚ ਕੀ ਹੈ ਕਿ ਇਕੱਲੇ ਪੇਟ ਦੇ ਨਾਲ ਰਿਲੇਸ਼ਨ ਹੁੰਦਾ ਹੈ ਕਿ ਬਾਊਲ ਮੂਵਮੈਂਟ ਤੁਹਾਡੀ ਡਿਸਆਰਡਰ ਹੋ ਰਹੀ ਹੈ, ਉਹ ਬਾਕੀ ਕੋਈ ਚੀਜ਼ ਦੇ ਖਾਣ ਪੀਣ ਨਾਲ ਇਰੀਟੇਸ਼ਨ ਅਗਰ ਤੁਹਾਡੇ ਬਾਊਲ ਮੂਵਮੈਂਟ 'ਚ ਹੋ ਰਹੀ ਹੈ ਜਾਂ ਕੁਛ ਉਹ ਹੈ। ਸਿੰਡਰਮ ਇਜ਼ ਬੇਸਿਕਲੀ ਇੱਕ ਬਿਗ ਵਰਡ। ਸਿੰਡਰਮ ਦੇ ਵਿੱਚ ਕੀ ਹੈ, ਇਜ਼ ਨਾਟ ਜਸਟ ਅ ਡਿਸਆਰਡਰ, ਇਟਸ ਅ ਸਿੰਡਰਮ ਕਿ ਜਿੰਦੇ 'ਚ ਸਾਈਕੋਲੋਜੀਕਲੀ ਇਫੈਕਟ ਵੀ ਆ ਜਾਏਗਾ, ਉਹਦੇ ਨਾਲ ਤੁਹਾਡਾ ਬ੍ਰੇਨ ਗਟ ਕਨੈਕਸ਼ਨ ਵੀ ਇਨਵੋਲਵ ਹੋ ਜਾਂਦਾ ਹੈ। ਸੋ ਆਈਬੀਐਸ ਬੇਸਿਕਲੀ ਇਜ਼ ਅ ਬ੍ਰੌਡ ਟਰਮ ਔਰ ਇਹਨੂੰ ਟ੍ਰੀਟ ਕਰਨਾ ਡੈਫੀਨੇਟਲੀ ਇਜ਼ ਡਿਫਿਕਲਟ ਟਾਸਕ। ਇਰੀਟੇਬਲ ਬਾਊਲ ਡਿਸਆਰਡਰ ਜਿਹੜਾ ਹੈਗਾ ਉਹ ਬੇਸਿਕਲੀ ਕਿਤੇ ਨਾ ਕਿਤੇ ਇਨਫੈਕਸ਼ਨ ਜਾਂ ਕਿਸੇ ਵੀ ਚੀਜ਼ ਕਰਕੇ ਹੋ ਸਕਦਾ ਹੈ। ਬਲੱਡ ਇਨ ਸਟੂਲ, ਠੀਕ ਹੈ, ਜਾਂ ਅਨਐਕਸਪਲੇਨਡ weight loss ਜਾਂ ਅਨੀਮੀਆ ਜਾਂ ਨਾਈਟ ਟਾਈਮ ਸਿੰਪਟਮਸ, ਇਹਨਾਂ ਨੂੰ ਇਹਦੇ ਚੋਂ ਕਿਹੜੇ ਇੱਦਾਂ ਦੇ ਰੈੱਡ ਫਲੈਗ ਨੇ ਜੋ ਆਈਬੀਐਸ ਹੋਗਾ ਸੋਚ ਕਰ ਇਗਨੋਰ ਨਹੀਂ ਕਰਨੇ ਚਾਹੀਦੇ? ਦੇਖੋ ਕਿਸੇ ਵੀ ਤਰ੍ਹਾਂ ਦੀ ਅਗਰ ਕਿਸੇ ਪੇਸ਼ੈਂਟ ਨੂੰ ਬਹੁਤ ਫ੍ਰੀਕੁਐਂਟ ਲੂਜ਼ ਟੂਲਸ ਆ ਰਹੇ ਹੈ, ਪੇਟ 'ਚ ਮਰੋੜ ਪੈ ਰਹੇ ਹੈ, ਕ੍ਰੈਂਪਸ ਆ ਰਹੇ ਹੈ, ਜਾਂ ਫਿਰ ਤੁਸੀਂ ਜਿਵੇਂ ਬਲੱਡ ਦੀ ਗੱਲ ਕੀਤੀ ਹੈ, ਸਟੂਲ ਦੇ ਵਿੱਚ ਬਲੱਡ ਆਉਣਾ ਡੈਫੀਨੇਟਲੀ ਇੱਕ ਇਰੀਟੇਬਲ ਬਾਊਲ ਸਿੰਡਰਮ ਨਹੀਂ, ਹੋਰ ਬੜੀਆਂ ਡਿਜ਼ੀਜ਼ਿਸ ਇਸ ਨੂੰ ਤਾਂ ਬਿਲਕੁਲ ਹੀ ਇਗਨੋਰ ਨਹੀਂ ਕਰਨਾ ਚਾਹੀਦਾ। ਸੋ ਕਈ ਸਿੰਪਟਮ ਹੋ ਸਕਦੇ ਆ ਜਿਹੜੇ ਇਰੀਟੇਬਲ ਬਾਊਲ ਸਿੰਡਰਮ ਨੂੰ ਦਰਸਾਉਂਦੇ ਆ, ਔਰ ਅਗਰ ਬਲੱਡ ਆ ਰਿਹਾ ਤਾਂ ਉਸ ਚੀਜ਼ ਨੂੰ ਤਾਂ ਐਜ਼ ਸੂਨ ਐਜ਼ ਇਮੀਡੀਏਟਲੀ ਤੁਹਾਨੂੰ ਐਡਰੈਸ ਕਰਨਾ ਚਾਹੀਦਾ ਔਰ ਟੈਸਟ ਕਰਵਾਉਣੇ ਚਾਹੀਦੇ ਆ। ਸੋਰਿਆਸਿਸ ਨੂੰ ਸਕਿਨ ਡਿਜ਼ੀਜ਼ ਮੰਨਣਾ ਕਿਉਂ ਗਲਤ ਕਿਹਾ ਜਾਂਦਾ?
ਨਹੀਂ ਡੈਫੀਨਿਟਲੀ ਸੋਰੀਆਸਿਸ ਕੀ ਹੈ? ਸੋਰੀਆਸਿਸ ਕੱਲੀ ਸਕਿਨ ਡਿਜ਼ੀਜ਼ ਨਹੀਂ ਹੈਗੀ, ਬੇਸਿਕਲੀ ਸੋਰੀਆਸਿਸ ਵੀ ਇੱਕ ਆਟੋਇਮਿਊਨ ਡਿਸਆਰਡਰ ਹੈਗੀ ਹੈ। ਨਾਰਮਲੀ ਕੀ ਹੈ ਕਿ ਅਸੀਂ ਨਾ ਸਕਿਨ ਡਿਜ਼ੀਜ਼ ਸਮਝ ਕੇ ਇਹਨੂੰ ਸਕਿਨ ਆਇੰਟਮੈਂਟਸ ਵਗੈਰਾ ਨਾਲ ਟਰੀਟ ਕਰਦੇ ਰਹਿੰਦੇ ਹਾਂ। ਸੋਰੀਆਸਿਸ ਆ ਗਈ, ਸਕਿਨ ਆਇੰਟਮੈਂਟਸ ਲਗਾ ਲਏ ਜਾਂ ਕਿੰਨੇ ਸਾਲਾਂ ਤੋਂ ਕਰੀਮਸ ਲਗਾ ਰਹੀਆਂ। ਐਕਚੁਅਲੀ ਇਹ ਵੀ ਇੱਕ ਪ੍ਰੋਸੈਸ ਹੈਗਾ, ਸਾਡੀ ਬੋਡੀ ਦੇ ਵਿੱਚ ਆਟੋਇਮਿਊਨਿਟੀ ਆਈ, ਉਹਦੇ ਵਿੱਚ ਹੋਇਆ ਕਿ ਸਾਡੀ ਸਕਿਨ ਦੇ ਨਾ ਲੇਅਰਸ ਹੁੰਦੀਆਂ, ਸਾਡੇ ਸਕਿਨ ਸੈਲਸ ਰੋਜ਼ ਝੜਦੇ ਹੈ ਤੇ ਬਣਦੇ ਹੈ। ਲੇਕਿਨ ਉਹੀ ਸਕਿਨ ਸੈਲ ਫॉर एग्जांपल 24 ਘੰਟੇ ਬਾਅਦ ਸਕਿਨ ਸੈਲ ਨਵਾਂ ਬਣਦਾ ਹੈ ਔਰ ਝੜਦਾ ਹੈ, ਲੇਕਿਨ ਉਹੀ ਸਕਿਨ ਸੈਲ ਬੰਨਾ 3 ਮਹੀਨੇ 3 ਘੰਟਿਆਂ 'ਚ ਸ਼ੁਰੂ ਹੋ ਜਾਏ 24 ਘੰਟੇ ਦੀ ਥਾਂ, ਲੇਕਿਨ ਝੜੇ ਨਾ, ਤੇ ਉਹਦੇ 'ਚ ਕੀ ਸੋਰੀਆਸਿਸ 'ਚ ਫਲੇਕਸ ਬਣਨੇ ਸ਼ੁਰੂ ਹੋ ਜਾਂਦੇ ਹੈ। ਸੋ ਸੋਰੀਆਸਿਸ ਕੱਲੀ ਸਕਿਨ ਦੀ ਡਿਜ਼ੀਜ਼ ਨਹੀਂ, ਇਹ ਡੀਪਰ ਲੈਵਲ ਦੀ ਡਿਜ਼ੀਜ਼ ਹੈਗੀ ਹੈ। ਇਹਦੇ ਵਿੱਚ ਤੁਹਾਡੇ ਸਕਿਨ ਦੇ ਸੈੱਲ ਮਲਟੀਪਲਾਈ ਹੋਣੇ ਸ਼ੁਰੂ ਹੋ ਗਏ ਇੱਕ ਆਟੋਇਮਿਊਨ ਪ੍ਰੋਸੈਸ ਕਰਕੇ। ਇਸ ਕਰਕੇ ਜਦੋਂ ਤੁਸੀਂ ਕਿਸੇ ਵੀ ਸਕਿਨ ਡਿਸਆਰਡਰ ਨੂੰ ਅਗਰ ਸਕਿਨ ਤੇ ਆਇੰਟਮੈਂਟ ਨਾਲ ਸਪਰੈਸ ਕਰੋਗੇ, ਉਹਦੇ ਟੌਕਸਿਸ ਜਾਣਗੇ ਕਿੱਥੇ ਬੋਡੀ ਦੇ ਅੰਦਰ। ਇਸੇ ਕਰਕੇ ਸੋਰਾਇਸਿਸ ਨੂੰ ਨਾਰਮਲੀ ਗਿਣਿਆ ਜਾਂਦਾ ਕਿ ਇਹ ਇਲਾਜ ਹੈ, ਠੀਕ ਹੀ ਨਹੀਂ ਹੋ ਸਕਦੀ। ਬਟ ਹੋਮਿਓਪੈਥੀ 'ਚ ਕਿੰਨੇ ਕਿਉਰਡ ਕੇਸਿਸ ਸਾਰੇ ਡਾਕਟਰਸ ਕੋਲ ਹੈਗੇ, ਹਰ ਹੋਮਿਓਪੈਥ ਕੋਲ ਮੇਰੇ ਖਿਆਲ 'ਚ ਕਿਉਰਡ ਕੇਸਿਸ ਹੈਗੇ, ਬਿਕੋਜ਼ ਅਸੀਂ ਇੰਟਰਨਲੀ ਇਹਨੂੰ ਟਰੀਟ ਕਰਦੇ ਹਾਂ। ਅੱਛਾ, ਅਗਰ ਸੋਰੀਆਸਿਸ ਦੀ ਸਕਿਨ ਕਲੀਅਰ ਹੋ ਗਈ, ਕੀ ਉਹ ਪੇਸ਼ੈਂਟ ਨੂੰ ਕਿਉਰ ਮੰਨਿਆ ਜਾ ਸਕਦਾ? 100% ਦੁਬਾਰਾ, ਲੇਕਿਨ ਫਲੇਅਰਸ ਨਹੀਂ ਹੋਣੇ ਚਾਹੀਦੇ। ਸੋਰਾਇਸਿਸ 'ਚ ਬਹੁਤ ਜ਼ਿਆਦਾ ਫਲੇਅਰਸ ਹੁੰਦੇ ਆ, ਅਕਸਰ ਫਲੇਅਰ ਸੋਰਾਇਸਿਸ 'ਚ ਰਿਮਿਸ਼ਨਸ ਬਹੁਤ ਹੁੰਦੀਆਂ, ਪੇਸ਼ੈਂਟ ਠੀਕ ਹੋ ਗਿਆ, ਫਿਰ ਥੋੜੀ ਦੇਰ ਬਾਅਦ ਫਿਰ ਸੋਰਾਇਸਿਸ ਆ ਗਿਆ, ਫਿਰ ਠੀਕ ਹੋ ਗਿਆ, ਫਿਰ ਆ ਗਿਆ। ਲੇਕਿਨ 3-4 ਪ੍ਰੋਸੈਸ ਤੋਂ ਬਾਅਦ ਅਗਰ ਪੇਸ਼ੈਂਟ ਨੂੰ ਦੁਬਾਰਾ ਉਹ ਪ੍ਰੋਬਲਮ ਨਹੀਂ ਆ ਰਹੀ ਔਰ ਕੁਝ ਟਾਈਮ ਤੱਕ ਨਹੀਂ ਆਈ, 3-4-6 ਮਹੀਨੇ ਲੰਘ ਗਏ ਔਰ ਪ੍ਰੋਬਲਮ ਨਹੀਂ ਆਈ, ਅਸੀਂ ਕਿਉਰ ਕਹਿੰਦੇ ਹਾਂ ਉਸ ਚੀਜ਼ ਨੂੰ। ਅੱਛਾ, ਅਗਰ ਕਿਸੇ ਸੋਰੀਆਸਿਸ ਪੇਸ਼ੈਂਟ ਨੂੰ ਜੁਆਇੰਟ ਪੇਨ ਸਟਾਰਟ ਹੋ ਜਾਏ ਤੇ ਕੀ ਉਹਨੂੰ ਥਾਇਰਾਇਟਿਸ ਸਸਪੈਕਟ ਕਰਨਾ ਚਾਹੀਦਾ? ਬਿਲਕੁਲ, ਸੋਰਾਇਸਿਸ ਦਾ ਸਭ ਤੋਂ ਵੱਡਾ ਇੱਕ ਸਾਈਡ ਇਫੈਕਟ ਹੈ ਸੋਰੈਟਿਕ ਆਰਥਰਾਈਟਿਸ। ਜਦੋਂ ਆਪਾਂ ਸੋਰਾਇਸਿਸ ਨੂੰ ਗਲਤ ਤਰੀਕੇ ਨਾਲ ਆਪਾਂ ਟਰੀਟ ਕਰਦੇ ਹਾਂ, ਫॉर एग्जांपल ਉਹਨੂੰ ਸਪਰੈਸ ਕਰਦੇ ਹਾਂ, ਉਹਨੂੰ ਕਰੀਮਸ ਨਾਲ ਸਪਰੈਸ ਕਰ ਰਹੇ ਹਾਂ, ਆਇੰਟਮੈਂਟਸ ਨਾਲ ਸਪਰੈਸ ਕਰ ਰਹੇ ਹਾਂ, ਜਾਂ ਫਿਰ ਬਹੁਤ ਸਟਰੋਂਗ ਮੈਡੀਕੇਸ਼ਨ ਨਾਲ ਸਪਰੈਸ ਕਰ ਰਹੇ ਹਾਂ, ਬਿਕੋਜ਼ ਅਸੀਂ ਸਕਿਨ ਤੋਂ ਉੱਪਰੋਂ ਠੀਕ ਕਰ ਲਈ, ਪਰ ਅੰਦਰ ਜਿਹੜਾ ਉਹਦਾ ਮੇਨ ਰੂਟ ਕਾਜ਼ ਹੈ, ਬਿਮਾਰੀ ਦਾ ਕਾਰਨ ਹੈ, ਉਹਨੂੰ ਤਾਂ ਅਸੀਂ ਟੱਚ ਹੀ ਨਹੀਂ ਕੀਤਾ। ਤਾਂ ਉਹਨੇ ਕੀ ਕਰਨਾ, ਉਹਨੇ ਅੰਦਰ ਹੀ ਅੰਦਰ ਬਿਮਾਰੀ ਨੂੰ ਹੋਰ ਜ਼ਿਆਦਾ ਹਾਇਰ ਲੈਵਲ 'ਤੇ ਲੈ ਜਾਣਾ। ਸੋ ਇਹਦਾ ਸਭ ਤੋਂ ਵੱਡਾ ਇੱਕ ਸਾਈਡ ਇਫੈਕਟ ਹੁੰਦਾ ਸੋਰੈਟਿਕ ਆਰਥਰਾਈਟਿਸ, ਜਿਹਦੇ ਵਿੱਚ ਉਹ ਆਟੋਇਮਿਊਨਿਟੀ ਸਕਿਨ ਤੋਂ ਫਿਰ ਬੋਨਸ ਵਾਲੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ। ਐਗਜ਼ੀਮੀਆ 'ਚ ਮੰਨਿਆ ਜਾਂਦਾ ਹੈ ਕਿ ਸਟੀਰੋਇਡ ਦੀ ਕਰੀਮ ਜੋ ਹੈ ਉਹਨੂੰ ਲੈ ਕੇ ਬਹੁਤ ਫੀਅਰ ਇੱਕ ਮੰਨਦੇ ਲੋਕ, ਰਾਈਟ? ਜੈਨੂਇਨ ਕੰਸਰਨ ਕਿੰਨਾ ਹੈ, ਜਾਂ ਫਿਰ ਇਹ ਸੋਸ਼ਲ ਮੀਡੀਆ ਦਾ ਮਿਸ ਇਨਫੋਰਮੇਸ਼ਨ ਹੈ? ਨਹੀਂ ਦੇਖੋ, ਮਿਸ ਇਨਫੋਰਮੇਸ਼ਨ ਨਹੀਂ ਹੈਗੀ। ਡੈਫੀਨਿਟਲੀ ਸਟੀਰੋਇਡ ਇਜ਼ ਨਾਟ ਵੈਰੀ ਹੈਲਦੀ ਫॉर ਐਨੀ ਪੇਸ਼ੈਂਟ। ਜਿਵੇਂ ਮੈਂ ਤੁਹਾਨੂੰ ਸੋਰਾਇਸਿਸ ਦੱਸਿਆ, ਇਸ ਤਰ੍ਹਾਂ ਹੀ ਹੋਮਿਓਪੈਥੀ 'ਚ ਅਸੀਂ ਇਹ ਬਿਲੀਵ ਕਰਦੇ ਹਾਂ ਕਿ ਕਿਸੇ ਵੀ ਸਕਿਨ ਕੰਡੀਸ਼ਨ, ਨਾਟ ਓਨਲੀ ਐਗਜ਼ੀਮਾ, ਕਿਸੇ ਵੀ ਸਕਿਨ ਕੰਡੀਸ਼ਨ 'ਚ ਅਗਰ ਕੋਈ ਪ੍ਰੋਬਲਮ ਆ ਰਹੀ ਹੈ, ਚਾਹੇ ਐਗਜ਼ੀਮਾ ਹੈ, ਚਾਹੇ ਐਟੋਪਿਕ ਡਰਮੇਟਾਈਟਿਸ ਹੈ, ਡਰਮੇਟਾਈਟਿਸ ਹੈ, ਸੋਰੀਆਸਿਸ ਹੈ, ਕਿਸੇ ਵੀ ਕੰਡੀਸ਼ਨ 'ਚ ਅਸੀਂ ਆਇੰਟਮੈਂਟਸ ਨਹੀਂ ਦਿੰਦੇ। ਆਇੰਟਮੈਂਟਸ ਕਰਦੇ ਕੀ ਹੈ, ਸਿਰਫ ਸੁਪਰਫਿਸ਼ੀਅਲ ਲੇਅਰ ਦੇ ਉੱਤੇ ਆਪਣੀ ਸਕਿਨ ਨੂੰ ਕਿਤੇ ਨਾ ਕਿਤੇ ਸਪਰੈਸ ਕਰਦੇ। ਦੇਖੋ ਅੱਜ ਕੱਲ੍ਹ ਹੋ ਕੀ ਰਿਹਾ ਕਿ ਸਕਿਨ ਕੀ ਹੈ, ਸਕਿਨ ਨਾ ਆਮ ਹਿਊਮਨਸ ਲਈ ਸਭ ਤੋਂ ਇੰਪੋਰਟੈਂਟ ਆਰਗਨ ਬਣ ਗਿਆ, ਪਰ ਮੈਡੀਕਲੀ ਸਕਿਨ ਲੀਸਟ ਇੰਪੋਰਟੈਂਟ ਆਰਗਨ ਹੈ। ਇਹਦਾ ਕੰਮ ਕੀ ਹੈਗਾ, ਸਿਰਫ ਟੈਂਪਰੇਚਰ ਨੂੰ ਰੈਗੂਲੇਟ ਕਰਨਾ। ਪਰ ਹਿਊਮਨਸ ਨੂੰ ਕਿਉਂ ਇੰਪੋਰਟੈਂਟ ਹੋ ਗਿਆ? ਬਿਕੋਜ਼ ਇਹ ਦਿਖਦੀ ਹੈ ਸਕਿਨ। ਸੋ ਇਸ ਕਰਕੇ ਹਿਊਮਨਸ ਕੀ ਕਰ ਰਹੇ ਹਾਂ, ਅਸੀਂ ਸਕਿਨ ਨੂੰ ਟਰੀਟ ਕਰਨ ਲਈ ਨਾ ਫਟਾਫਟ ਕੋਈ ਨਾ ਕੋਈ ਕਰੀਮਸ, ਆਇੰਟਮੈਂਟ, ਸਟਰੋਂਗ ਕੈਮੀਕਲਸ ਲਗਾ ਕੇ ਕਿ ਉੱਪਰੋਂ ਦਿਖੇ ਨਾ। ਹੁਣ ਇੱਥੇ ਕੋਈ ਗੰਦ ਪਿਆ ਕਮਰੇ 'ਚ, ਮੈਂ ਉਹਨੂੰ ਕਿਸੇ ਚੀਜ਼ ਨਾਲ ਕਵਰ ਕਰਨਾ ਇਜ਼ ਨਾਟ ਅ ਸੋਲੂਸ਼ਨ। ਸੋਲੂਸ਼ਨ ਇਜ਼ ਕਿ ਉਸ ਚੀਜ਼ ਨੂੰ ਕਲੀਨ ਕਰਨਾ, ਕਲੀਅਰ ਕਰਨਾ, ਰਾਈਟ? ਸੋ ਸੇਮ ਵੇ ਬੋਡੀ 'ਚ ਹੈ। ਅਸੀਂ ਕੀ ਕਰਦੇ ਹਾਂ, ਅਸੀਂ ਇੱਥੇ ਉੱਤੇ ਉਹਨੂੰ ਕਵਰ ਕਰਤਾ ਕਿਸੇ ਚੀਜ਼ ਨਾਲ, ਪਰ ਉਹਨੂੰ ਕਲੀਨ ਤਾਂ ਕੀਤਾ ਹੀ ਨਹੀਂ ਅੰਦਰੋਂ। ਸੋ ਸਭ ਤੋਂ ਇੰਪੋਰਟੈਂਟ ਹੈ ਕਲੀਨ ਕਰਨਾ ਬੋਡੀ ਨੂੰ। ਵਿਟੀਲਿਗੋ ਦੇ ਬਾਰੇ ਸਭ ਤੋਂ ਵੱਡਾ ਮਿਥ ਕੀ ਹੈ ਜੋ ਸੁਸਾਇਟੀ ਨੂੰ ਅੱਜ ਹੀ ਬਲੀਵ ਕਰਨਾ ਛੱਡ ਦੇਣਾ ਚਾਹੀਦਾ? ਹਾਂ, ਨਾਰਮਲੀ ਬੜਾ ਇੱਕ ਮਿਥ ਹੈਗਾ ਕਿ ਵਿਟੀਲਿਗੋ ਤਾਂ ਹੋਏਗੀ ਤੂੰ ਕਦੇ ਯਾਰ ਦੁੱਧ ਦੇ ਨਾਲ ਨਾ ਫਿਸ਼ ਖਾ ਲਈ। ਹਾਂ, ਹੁਣ ਆਪਾਂ ਬੜੀਆਂ ਇੱਥੇ ਹੈਗੇ ਆਪਣੀਆਂ ਸਟੇਟਸ ਹੈਗੀਆਂ, ਜਿਵੇਂ ਬੰਗਾਲ ਵਗੈਰਾ 'ਚ, ਉੱਥੇ ਫਿਸ਼ ਕੜੀ ਬਣਾਉਂਦੇ ਆ, ਉਹ ਮਿਲਕ 'ਚ ਬਣਾਉਂਦੇ ਆ, ਦਹੀਂ ਫਿਸ਼ ਬਣਾਉਂਦੇ ਆ, ਜਾਂ ਬੜੀਆਂ ਆਈਟਮਸ ਹੈਗੀਆਂ। ਕੋਈ ਰਿਲੇਸ਼ਨ, ਕੋਈ ਰੈਲੀਵੈਂਟ ਰਿਲੇਸ਼ਨ ਹੀ ਨਹੀਂ ਹੈਗਾ ਇਸ ਚੀਜ਼ ਦਾ। ਸੋ ਇਹ ਆਟੋਇਮਿਊਨ ਡਿਸਆਰਡਰ ਹੈ। ਆਟੋਇਮਿਊਨਿਟੀ ਕਿਸੇ ਤਰੀਕੇ ਆਈ, ਜਿਵੇਂ ਬਾਈ ਚਾਂਸ ਕਿਸੇ ਦੀ ਸਕਿਨ ਨੂੰ ਪਕੜ ਲਿਆ, ਕਿਸੇ ਦੀ ਨਰਵਸ ਨੂੰ ਪਕੜ ਲਿਆ, ਇਸ ਤਰ੍ਹਾਂ ਹੀ ਉਹਦੇ 'ਚ ਕੀ ਹੈ, ਮੈਲਾਨਾਈਨ ਪਿਗਮੈਂਟ ਹੁੰਦਾ ਸਾਡੀ ਬੋਡੀ ਦੇ ਵਿੱਚ। ਮੈਲਾਨਾਈਨ ਪਿਗਮੈਂਟ ਨੂੰ ਡਿਸਟਰੋਏ ਕਰਨਾ ਸ਼ੁਰੂ ਕਰਤਾ ਉਹਨੇ। ਜਦੋਂ ਡਿਸਟਰੋਏ ਹੋਣਾ ਸ਼ੁਰੂ ਹੋ ਗਿਆ, ਉੱਥੇ ਕਲਰ ਚੇਂਜ ਹੋ ਜਾਣਾ ਸ਼ੁਰੂ ਹੋ ਜਾਂਦਾ। ਸੋ ਵਿਟੀਲਿਗੋ ਇਹ ਚੀਜ਼ ਹੈ। ਫਿਸ਼ ਨਾਲ ਦੁੱਧ ਪੀਣ ਨਾਲ ਜਾਂ ਕੁਛ ਹੈ, ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀ, 10 ਬੰਦਿਆਂ ਨੇ ਬਾਹਰੋਂ ਫੂਡ ਖਾਦਾ, ਕਿਸੇ ਨੂੰ ਵਧੀਆ ਲੱਗਿਆ, ਕਿਸੇ ਨੂੰ ਪੇਟ ਖਰਾਬ ਹੋ ਗਿਆ। ਸੋ ਕੋਈ ਰਿਲੇਸ਼ਨ ਨਹੀਂ। ਕੀ ਹੋਮੋਪੈਥੀ ਇਹਨੂੰ ਠੀਕ ਕਰ ਸਕਦੀ ਹੈ? ਵਿਟੀਲਿਗੋ ਨੂੰ ਕਰ ਸਕਦੀ ਹੈ। ਦੇਖੋ, ਕਿਸੇ ਵੀ ਚੀਜ਼ ਦਾ ਕਲੇਮ ਕਰਨਾ ਬਹੁਤ ਵੱਡੀ ਗੱਲ ਹੁੰਦੀ ਹੈ। ਮੈਂ ਕਲੇਮ ਨਹੀਂ ਕਰਾਂਗਾ ਠੀਕ ਕਰ ਸਕਦੀ ਹੈ, ਬਟ ਡੈਫੀਨੇਟਲੀ ਅਗਰ ਆਟੋਇਮਿਊਨ ਪ੍ਰੋਸੈਸ ਨੂੰ ਅਸੀਂ ਕਿਤੇ ਨਾ ਕਿਤੇ ਕੰਟਰੋਲ ਕਰਾਂਗੇ, ਅਸੀਂ ਬੈਲੈਂਸ ਕਰਾਂਗੇ, ਤਾਂ ਬਹੁਤ ਸਾਰੀਆਂ ਆਟੋਇਮਿਊਨ ਕੰਡੀਸ਼ਨ ਹੈ ਜਿੰਦੇ 'ਚ ਪੇਸ਼ੈਂਟ ਨੂੰ ਬਹੁਤ ਬੈਨੀਫਿਟਸ ਮਿਲਦੇ ਆ। ਸਭ ਤੋਂ ਜ਼ਰੂਰੀ ਸਵਾਲ, ਹੋਮੋਪੈਥੀ ਦੀ ਲਿਮਿਟੇਸ਼ਨ ਕੀ ਹੈ ਜੋ ਹਰ ਪੇਸ਼ੈਂਟ ਨੂੰ ਹੋਮੋਪੈਥੀ ਟ੍ਰੀਟਮੈਂਟ ਲੈਣ ਤੋਂ ਪਹਿਲਾਂ ਪਤਾ ਹੋਣੀ ਚਾਹੀਦੀ ਹੈ? ਦੇਖੋ, ਹੋਮਿਓਪੈਥੀ ਡੈਫੀਨੇਟਲੀ ਇੱਕ ਬੜੀ ਸਾਇੰਟੀਫਿਕ ਪੈਥੀ ਹੈਗੀ ਹੈ, ਜਿਹੜੀ ਅੰਦਰੋਂ ਇਮਿਊਨ ਸਿਸਟਮ ਨੂੰ ਠੀਕ ਕਰਦੀ ਹੈ, ਕ੍ਰੋਨਿਕ ਕੰਡੀਸ਼ਨਸ ਨੂੰ ਠੀਕ ਕਰਦੀ ਹੈ। ਬਟ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ
ਲਾਈਫ ਥ੍ਰੈਟਨਿੰਗ ਕੰਡੀਸ਼ਨਸ ਹੈਗੀਆਂ ਜਾਂ ਐਮਰਜੈਂਸੀ ਕੰਡੀਸ਼ਨਸ ਹੈਗੀਆਂ ਜਾਂ ਜਿੱਥੇ ਲੱਗ ਰਿਹਾ ਕਿ ਹੁਣੀ ਸਰਜੀਕਲ ਕੰਡੀਸ਼ਨ ਹੈ ਜਿਹਦੇ ਨਾਲ ਬਹੁਤ ਸੀਵੀਅਰ ਪੇਨ ਨਾਲ ਪੇਸ਼ੈਂਟ ਅਗਰ ਐਕਿਊਟ ਅਟੈਕ ਉਹਨੂੰ ਕਿਸੇ ਚੀਜ਼ ਦਾ ਆਇਆ ਤਾਂ ਡੈਫੀਨੇਟਲੀ ਉੱਥੇ ਤੁਹਾਨੂੰ ਕਿਤੇ ਨਾ ਕਿਤੇ ਹੋਮਿਓਪੈਥੀ ਤੋਂ ਪਹਿਲੇ ਐਮਰਜੈਂਸੀ ਟ੍ਰੀਟਮੈਂਟਸ ਲੈਣੇ ਚਾਹੀਦੇ ਆ। ਹੋਮਿਓਪੈਥੀ ਲੌਂਗ ਟਰਮ ਰਿਲੀਫ ਡੈਫੀਨੇਟਲੀ ਦੇਗਾ। ਇਟ ਟੇਕਸ ਟਾਈਮ ਕਿਉਂਕਿ ਇੰਟਰਨਲੀ ਇੰਨੇ ਇਮਿਊਨ ਸਿਸਟਮ ਦੇ ਉੱਤੇ ਕੰਮ ਕਰਨਾ। ਇੱਕ ਕਨਸਟੀਟਿਊਸ਼ਨਲ ਮੈਡੀਸਨ ਜਦੋਂ ਅਸੀਂ ਦਿੰਦੇ ਆ ਉਹ ਹੌਲੀ ਹੌਲੀ ਪੇਸ਼ੈਂਟ ਨੂੰ ਇੰਟਰਨਲੀ ਠੀਕ ਕਰਦੀ ਹੈ। ਬੇਸਿਕਲੀ ਇਹਦਾ ਕਿਹੜੀ ਸਿਚੁਏਸ਼ਨ ਹੈਗੀਆਂ ਜਿੱਥੇ ਤੁਸੀਂ ਆਪ ਕਹੋਗੇ ਕਿ ਹੋਮੋਪੈਥੀ ਟਰਾਈ ਨਾ ਕਰੋ, ਉਹਦੇ 'ਚ ਤੁਹਾਡਾ ਟਾਈਮ ਵੇਸਟ ਹੈ, ਤੁਸੀਂ ਐਮਰਜੈਂਸੀ ਦੇ ਵਿੱਚ ਟ੍ਰੀਟਮੈਂਟ ਲਿੱਤਾ ਜਾਵੇ? ਬੜੀਆਂ ਲਾਈਫ ਥ੍ਰੈਟਨਿੰਗ ਕੰਡੀਸ਼ਨਸ ਆ ਜਾਂਦੀਆਂ ਜੇ ਕੁਦਮ ਹਾਰਟ ਅਟੈਕ ਫੋਰ ਐਗਜ਼ਾਮਪਲ ਪੇਸ਼ੈਂਟ ਨੂੰ ਆ ਗਿਆ ਜਾਂ ਪੇਸ਼ੈਂਟ ਐਕਸੀਡੈਂਟਲ ਕੰਡੀਸ਼ਨ ਹੈਗੀ ਹੈ, ਬ੍ਰੇਨ ਇੰਜਰੀ ਹੋ ਗਈ, ਇਹੋ ਜਿਹੀਆਂ ਕਾਫੀ ਜਿਹੜੀਆਂ ਐਮਰਜੈਂਸੀ ਕੰਡੀਸ਼ਨਸ ਹੈਗੀਆਂ ਉਹਨਾਂ ਡੈਫੀਨੇਟਲੀ ਯੂ ਸ਼ੁੱਡ ਗੋ ਫॉर ਐਮਰਜੈਂਸੀ ਓਨਲੀ। ਉਸ ਤੋਂ ਬਾਅਦ ਤੁਸੀਂ ਉਸ ਦਾ ਟ੍ਰੀਟਮੈਂਟ ਫਿਰ ਲੈ ਸਕਦੇ ਹੋ। ਇੱਕ ਵਾਰ ਸਟੇਬਲ ਹੋਣਾ ਜ਼ਰੂਰੀ ਹੈ ਪੇਸ਼ੈਂਟ ਦਾ। ਅਗਰ ਅੱਜ ਤੁਹਾਡੀ ਫੈਮਿਲੀ ਦੇ ਵਿੱਚ ਕਿਸੇ ਨੂੰ ਸਵੇਅਰ ਆਟੋਇਮਿਊਨ ਡਿਜ਼ੀਜ਼ ਡਾਇਗਨੋਸ ਹੋ ਜਾਏ, ਕੀ ਤੁਸੀਂ ਆਪਾਂ ਸਿਰਫ ਹੋਮੋਪੈਥਿਕ ਤੇ ਜਾਵਾਂਗੇ ਜਾਂ ਅਦਰਪੈਥੀ ਤੇ ਵੀ ਜਾਣ ਦੀ ਸੋਚਾਂਗੇ? ਨਹੀਂ, ਡੈਫੀਨੇਟਲੀ ਮੇਰੀ ਫਸਟ ਚੋਇਸ ਹੋਮਿਓਪੈਥੀ ਹੀ ਹੋਏਗੀ ਵਿਦਆਊਟ ਐਨੀ ਸੈਕਿੰਡ ਥਾਟ। ਬਟ ਮੇਰਾ ਐਸਾ ਨਹੀਂ ਹੈ ਕਿ ਕੋਈ ਲੜਾਈ ਹੈ ਬਾਕੀ ਪੈਥੀ ਨਾਲ। ਜਿੱਥੇ ਜ਼ਰੂਰਤ ਪਏਗੀ ਡੈਫੀਨੇਟਲੀ ਵੀ ਵਿਲ ਆਪਟ ਫॉर ਅਦਰਪੈਥੀ ਆਲਸੋ ਅਗਰ ਜ਼ਰੂਰਤ ਪਏਗੀ। ਬਟ ਫਸਟ ਚੋਇਸ ਡੈਫੀਨੇਟਲੀ ਹੋਮਿਓਪੈਥੀ। ਦੇਖੋ ਹੋਮਿਓਪੈਥੀ ਤੇ ਬਿਲੀਫ ਤਾਂ ਮੇਰਾ ਐਸਾ ਸਟਰੋਂਗ ਹੈ। ਚਲੋ ਅਗਰ ਤੁਸੀਂ ਇਹ ਗੱਲ ਹੀ ਕੀਤੀ ਹੈ, ਈਵਨ ਮੇਰੇ 2 ਬੱਚੇ, ਇੱਕ ਬੇਟਾ ਔਰ ਬੇਟੀ, ਦੋਨੋਂ ਨੂੰ ਅੱਜ ਤੱਕ ਨਾਟ ਇਵਨ ਅ ਸਿੰਗਲ ਵੈਕਸੀਨ। ਈਵਨ ਬਰਥ ਟਾਈਮ ਤੇ ਵੀ ਇੱਕ BCG ਇੰਜੈਕਸ਼ਨ ਲੱਗਦਾ ਹੈ ਜਾਂ ਕੁਛ, ਉਹ ਵੀ ਉਹਨਾਂ ਨੂੰ ਨਹੀਂ ਲੱਗਿਆ ਹੋਇਆ। ਸੋ ਮੇਰਾ ਟਰਸਟ ਹੋਮਿਓਪੈਥੀ ਤੇ ਇੰਨਾ ਜ਼ਿਆਦਾ ਹੈ ਕਿ ਈਵਨ ਕੋਈ ਵੀ ਵੈਕਸੀਨ ਅਗਰ ਮੈਂ ਨਹੀਂ ਲਗਵਾਈ ਜਾਂ ਬੱਚਿਆਂ ਨੂੰ ਨਹੀਂ ਲਗਾਈ ਤਾਂ ਕੋਈ ਵੀ ਕੰਡੀਸ਼ਨ ਆਏਗੀ ਤਾਂ ਡੈਫੀਨੇਟਲੀ ਵੀ ਵਿਲ ਆਪਟ ਫॉर ਹੋਮਿਓਪੈਥੀ ਓਨਲੀ। ਈਵਨ ਉਹ ਹੁਣ ਵੀ ਕਿਸੇ ਵੀ ਕੰਡੀਸ਼ਨ 'ਚ ਹੋਮਿਓਪੈਥੀ ਹੀ ਖਾਂਦੇ। ਜੋ ਆਡੀਅנס ਸਾਡੀ ਹੁਣ ਤੱਕ ਪੋਡਕਾਸਟ ਦੇਖ ਰਹੀ ਹੈ, ਤੁਹਾਡਾ ਉਹਨਾਂ ਨੂੰ ਕੀ ਮੈਸੇਜ ਆਏਗਾ ਹੋਮੋਪੈਥੀ ਨੂੰ ਲੈ ਕੇ? ਦੇਖੋ ਮੈਂ ਉਹੀ ਕਹਾਂਗਾ ਕਿ ਅੱਜ ਕੱਲ੍ਹ ਬਹੁਤ ਜ਼ਿਆਦਾ ਪ੍ਰੋਬਲਮਸ, ਬਹੁਤ ਜ਼ਿਆਦਾ ਬਿਮਾਰੀਆਂ ਆ ਚੁੱਕੀਆਂ ਔਰ ਬਿਮਾਰੀਆਂ ਦੇ ਕਾਰਨ ਕਿਤੇ ਨਾ ਕਿਤੇ ਅਸੀਂ ਵੀ ਹੈਗੇ ਹਾਂ ਬਹੁਤ ਵੱਡੇ। ਨੋ ਡਾਊਟ এনवायरमेंटल ਫੈਕਟਰਸ ਹੈਗੇ ਹੈ ਜਿੰਦਾ ਉੱਤੇ ਸਾਡਾ ਜ਼ੋਰ ਨਹੀਂ ਹੈਗਾ ਕਿ ਮਿਲਾਵਟ ਹੋ ਰਹੀ ਹੈ ਜਾਂ ਕੁਛ ਹੈ। ਕਿਤੇ ਨਾ ਕਿਤੇ ਗਵਰਨਮੈਂਟਸ ਦੀਆਂ ਇਹ ਸਭ ਚੀਜ਼ਾਂ ਲੱਗੀਆਂ ਹੋਈਆਂ ਉਹਦੇ ਪਿੱਛੇ। ਬਟ ਸਾਡੇ ਹੱਥ ਜੋ ਚੀਜ਼ਾਂ ਹੈਗੀਆਂ ਉਹ ਹੈਗੀਆਂ ਕਿ ਸਾਡਾ ਲਾਈਫ ਸਟਾਈਲ, ਸਾਡੀ ਡਾਈਟ, ਅਸੀਂ ਉਸ ਨੂੰ ਮੈਨੇਜ ਕਰ ਸਕਦੇ ਹਾਂ। ਹੁਣ ਅੱਜ ਕੱਲ੍ਹ ਬਾਹਰ ਬਹੁਤ ਕੁਛ ਫਾਸਟ ਫੂਡ ਅਤੇ ਜੰਕ ਫੂਡ ਦੀਆਂ ਆਪਸ਼ਨਸ ਆ ਗਈਆਂ। ਬਹੁਤ ਜ਼ਿਆਦਾ ਨਵੇਂ ਰੈਸਟੋਰੈਂਟਸ ਐਂਡ ਕੈਫੇਜ਼ ਵਗੈਰਾ ਖੁੱਲ੍ਹ ਰਹੇ ਹੈ। ਸੋ ਰਜਿਸਟ ਕਿਵੇਂ ਕਰੀਏ? ਬਸ ਚੀਜ਼ ਕੀ ਹੈ, ਨਵੇਂ ਫਲੇਵਰਸ ਆ ਰਹੇ ਹੈ। ਅਸੀਂ ਆਪਣੀ ਇੱਕ ਛੋਟੀ ਜਿਹੀ ਟੰਗ, ਜੀਭ ਇੰਨੀ ਕੁ ਉਹਨੂੰ ਖੁਸ਼ ਕਰਨ ਦੇ ਚੱਕਰ 'ਚ ਪੂਰੀ ਬੋਡੀ ਖਰਾਬ ਕਰਦੇ ਹਾਂ। ਜੀਭ ਤੋਂ ਬਾਅਦ ਇੱਥੇ ਤੱਕ ਫੂਡ ਚਲਾ ਜਾਏ ਸਭ ਸੇਮ ਹੈ, ਚਾਹੇ ਉਹ ਪੀਜ਼ਾ ਹੈ, ਚਾਹੇ ਉਹ ਬਰਗਰਸ ਹੈ, ਚਾਹੇ ਕੁਛ ਅੱਛਾ ਫੂਡ ਹੈ। So you have to take care of your diet, you have to take care of your lifestyle, you have to take care of your sleep, exercise proper ਕਰੋ, proper ਨੀਂਦ ਵਗੈਰਾ ਲਓ। ਤਾਂ ਇਹਨਾਂ ਚੀਜ਼ਾਂ ਨੂੰ ਅਗਰ ਤੁਸੀਂ ਕਰੋਗੇ ਡਿਜ਼ੀਜ਼ਸ ਨਹੀਂ ਆਉਣਗੀਆਂ। ਔਰ ਅਗਰ ਆ ਜਾਂਦੀਆਂ ਡੈਫੀਨੇਟਲੀ ਹੋਮਿਓਪੈਥੀ ਇਜ਼ ਦ ਬੈਸਟ ਸੋਲਿਊਸ਼ਨ। ਬਿਕੋਜ਼ ਕਿਤੇ ਨਾ ਕਿਤੇ ਡਿਜ਼ੀਜ਼ ਨੂੰ ਸਪਰੈਸ ਕਰਨਾ ਇਜ਼ ਨਾਟ ਅ ਰਾਈਟ ਸੋਲਿਊਸ਼ਨ। ਜਿਵੇਂ ਸਕਿਨ ਦੇ ਉੱਪਰ ਅਗਰ ਬਾਈ ਚਾਂਸ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਆਇੰਟਮੈਂਟਸ ਲਗਾਉਣੇ ਜਾਂ ਐਲਰਜੀ 'ਚ ਐਂਟੀ ਐਲਰਜਿਕਸ ਲੈਣੇ ਜਾਂ ਐਂਟੀਬਾਇਓਟਿਕਸ ਲੈਣੇ, ਦੈਟ ਆਰ ਟੈਂਪਰੇਰੀ। ਸੋ ਡਿਜ਼ੀਜ਼ ਦੇ ਸਿੰਪਟਮਸ ਨੂੰ ਨਾ ਟਰੀਟ ਕਰਕੇ ਅਗਰ ਡਿਜ਼ੀਜ਼ ਨੂੰ ਰੂਟ ਕਾਜ਼ ਤੋਂ ਟਰੀਟ ਕੀਤਾ ਜਾਏ ਤਾਂ ਦੇਅਰ ਆਰ ਗੁੱਡ ਚਾਂਸਿਸ ਕਿ ਡਿਜ਼ੀਜ਼ ਤੁਹਾਡੀ ਪਰਮਾਨੈਂਟ ਠੀਕ ਹੋ ਸਕਦੀ ਹੈ। ਅਦਰਵਾਈਜ਼ ਨੋਰਮਲੀ ਕੀ ਹੁੰਦਾ ਕਿ ਇੱਕ ਡਿਜ਼ੀਜ਼ ਠੀਕ ਹੋ ਕੇ ਦੂਸਰੀ ਮਿਲਦੀ ਹੈ। ਡਿਜ਼ੀਜ਼ ਦੀਆਂ ਲੇਅਰਸ ਹੁੰਦੀਆਂ, ਡਿਜ਼ੀਜ਼ ਦੀਆਂ 7 ਲੇਅਰ ਹੈ, ਐਕਟੋਡਰਮ, ਐਂਡੋਡਰਮ, ਮੀਜ਼ੋਡਰਮ, ਇਸ ਤਰ੍ਹਾਂ। ਸਕਿਨ ਦੇ ਉੱਪਰ ਅਗਰ ਸਪਰੈਸ ਕਰਦੇ ਹਾਂ ਤਾਂ ਰੈਸਪੀਰੇਟਰੀ ਟਰੈਕਟ ਦੀ ਪ੍ਰੋਬਲਮ ਆ ਸਕਦੀ ਹੈ। ਰੈਸਪੀਰੇਟਰੀ ਟਰੈਕਟ ਨੂੰ ਅਗਰ ਗਲਤ ਤਰੀਕੇ ਨਾਲ ਅਸੀਂ ਬਿਮਾਰੀਆਂ ਨੂੰ ਦਬਾਉਂਦੇ ਹਾਂ, ਪੇਟ ਦੀਆਂ ਪ੍ਰੋਬਲਮ ਆਉਂਦੀਆਂ। ਇਸ ਤਰ੍ਹਾਂ ਹੀ ਫਿਰ ਅੱਗੇ ਡਾਇਬਟੀਜ਼ ਆਉਂਦੀ ਹੈ, ਇਸ ਤਰ੍ਹਾਂ ਹੀ ਅੱਗੇ ਨਰਵਸ ਡਿਸਆਰਡਰ ਆਉਂਦੇ, ਇਸ ਤਰ੍ਹਾਂ ਹੀ ਅੱਗੇ ਆਟੋਇਮਿਊਨ ਡਿਸਆਰਡਰ ਆਉਂਦੇ। ਆਟੋਇਮਿਊਨ ਡਿਸਆਰਡਰ ਇਜ਼ 7th ਲੇਅਰ। ਸੋ ਡਿਜ਼ੀਜ਼ ਨੂੰ ਸਪਰੈਸ ਕਰਨ ਦੀ ਜਗ੍ਹਾ ਅਗਰ ਉਹਨੂੰ ਕਿਉਰ ਕੀਤਾ ਜਾਏ ਤਾਂ ਉਹ ਜ਼ਿਆਦਾ ਅੱਛਾ। ਰਾਈਟ, ਧੰਨਵਾਦ ਤੁਹਾਡਾ ਬਹੁਤ ਸਾਡੇ ਇਸ ਐਪੀਸੋਡ 'ਚ ਆਉਣ ਲਈ। ਅਗਰ ਇਹ ਐਪੀਸੋਡ ਤੁਸੀਂ ਹੁਣ ਤੱਕ ਦੇਖ ਰਹੇ ਹੋ, ਇਸ ਐਪੀਸੋਡ ਨੂੰ ਲਾਈਕ ਕਰਨਾ ਬਿਲਕੁਲ ਵੀ ਨਾ ਭੁੱਲਣਾ ਔਰ ਨਾਲ ਹੀ ਨਾਲ ਆਪਣੇ ਦੋਸਤਾਂ ਦੇ ਵਿੱਚ ਔਰ ਆਪਣੇ ਪਰਿਵਾਰ ਦੇ ਵਿੱਚ ਜ਼ਰੂਰ ਸ਼ੇਅਰ ਕਰਨਾ। ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਅਗਲਾ ਮਾਈਂਡ ਤੁਹਾਨੂੰ ਜਲਦ ਤੋਂ ਜਲਦ ਮਿਲ ਸਕੇ। ਮੈਂ ਹਾਂ ਵਰਨ, ਧੰਨਵਾਦ, ਜੈ ਹਿੰਦ।